नमस्कार, सत श्री अकाल, आदाब दोस्तों। मैं हाँ मनीष बेला तो तुसी वेख रहे हो चढ़दी कला टाइम टीवी ते प्रोग्राम प्राइम टाइम चर्चा। अज चर्चा करांगे मापियां दी, अज चर्चा करांगे सरकारां दी ते अज चर्चा करांगे अदालतां दे विचों आए हुक्मां दी। इस महामारी नूं लैके बहुत सारियां उलझनां जड़ियां ने पैदा होईयां ने। सरकार कहंदी है कि असीं हर एक नूं सही तरीके नाल मदद देण दी कोशिश कर रहे हैं, पर ਜਿਹੜੇ पेरेंट्स ने, ਜਿਹੜੇ मापे ने, वो लंबे समय तो कह रहे हैं कि सानू मदद ਜਿਹੜੀ ਚਾਹੀਦੀ है वो नहीं मिल पा रही। फीसां नूं लैके मापियां ਅਤੇ ਸਕੂਲਾਂ ਦੇ ਵਿੱਚ लंबे समय तो विवाद हैगा। सरकारी स्कूल ਇਹਦਾ हिस्सा नहीं हैगे, प्राइवेट स्कूल ਤੇ मापे ਜਿਹੜੇ ने इस लड़ाई ਦੇ ਵਿੱਚ हिस्सा बने हुए ने। ਜਿਹੜੇ रस्से ਦੇ ਨਾਲ ਦੋਵਾਂ ਧਿਰਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਦੋਵੇਂ ਸਿਰੇ ਜਿਹੜੇ ਨੇ ਉਹ ਸਰਕਾਰ ਦੇ ਕੋਲ ਹੈ। ਜਿਹੜੇ ਸਕੂਲ ਹੈ ਉਹ ਕਹਿੰਦੇ ਨੇ ਕਿ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਸਾਡੇ ਖਰਚੇ ਜਿਹੜੇ ਨੇ ਉਹ ਜਿਉਂਦੇ ਤਿਉਂ ਨੇ। ਜੇ ਅਸੀਂ ਆਪਣੇ ਆਪ ਨੂੰ ਚਲਾਉਣਾ ਹੈ, ਜੇ ਅਸੀਂ ਆਪਣੇ ਆਪ ਨੂੰ ਇਸ ਬਿਲਡਿੰਗਾਂ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ, ਤਾਂ ਸਾਨੂੰ ਪੈਸੇ ਜਿਹੜੇ ਨੇ ਫੀਸਾਂ ਦੇ ਰੂਪ ਦੇ ਵਿੱਚ ਵਸੂਲਣੇ ਪੈਣੇ ਨੇ, ਲੈਣੇ ਪੈਣੇ ਨੇ। ਮਾਪੇ ਕਹਿੰਦੇ ਨੇ ਕਿ ਸਾਡੇ ਕਾਰੋਬਾਰ ਜਿਹੜੇ ਨੇ ਮਹਾਮਾਰੀ ਦੇ ਦੌਰ ਦੇ ਵਿੱਚ ਬੰਦ ਹੋ ਗਏ, ਅਸੀਂ ਫੀਸਾਂ ਕਿੱਥੋਂ ਦਈਏ। ਸਵਾਲ ਜਿਹੜਾ ਬੜਾ ਸਿੰਪਲ ਹੈ। ਸਰਕਾਰ ਕਹਿੰਦੀ ਕਿ ਅਸੀਂ ਤੁਹਾਡਾ ਰਾਜੀਨਾਮਾ ਕਰਾਵਾਂਗੇ। ਪਹਿਲਾਂ ਸਰਕਾਰ ਨੇ ਕਹਿਤਾ ਕਿ ਤੁਹਾਨੂੰ ਫੀਸਾਂ ਦੇਣ ਦੀ ਲੋੜ ਨਹੀਂ ਹੈਗੀ, ਫਿਰ ਕਹਿ ਦਿੱਤਾ ਗਿਆ ਕਿ ਤੁਹਾਨੂੰ ਜਿਹੜਾ ਹੈ ਸਿਰਫ ਜਿਹੜੀ ਤੁਸੀਂ ਪੜੋਗੇ ਉਨਾ ਹੀ ਤੁਹਾਨੂੰ ਪੈਸਾ ਜਿਹੜਾ ਉਹ ਦੇਣਾ ਪਵੇਗਾ। ਇਹ ਵਿਵਾਦ ਜਿਹੜਾ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਸੁਰਖੀਆਂ ਬਟੋਰ ਰਿਹਾ, ਰੋਜ਼ ਇਹਦੇ ਉੱਤੇ ਗੱਲਬਾਤ ਹੁੰਦੀ ਹੈ। ਇਸ ਤੋਂ ਬਾਅਦ ਸਕੂਲ ਜਿਹੜੇ ਨੇ ਉਹ ਅਦਾਲਤ ਵਿੱਚ ਚਲੇ ਜਾਂਦੇ ਨੇ ਤੇ ਅਦਾਲਤ ਜਿਹੜੀ ਹੈ ਉਹਨਾਂ ਦੀ ਗੱਲ ਜਿਹੜੀ ਹੈ ਬਿਲਕੁਲ ਮੰਨ ਲੈਂਦੀ ਹੈ। ਉਹ ਕਹਿੰਦੀ ਕਿ ਤੁਹਾਡੇ ਖਰਚੇ ਜਿਹੜੇ ਨੇ ਬਿਲਕੁਲ ਜਾਇਜ਼ ਨੇ, ਕਿਉਂਕਿ ਤੁਸੀਂ ਆਪਣੇ ਜਿਹੜੇ ਨੇ ਉਹ ਟੀਚਰ ਨੂੰ ਵੀ ਜਿਹੜਾ ਕਿਸੇ ਨੂੰ ਕੱਢ ਨਹੀਂ ਰਹੇ, ਤੁਹਾਨੂੰ ਜਿਹੜਾ ਬਿਜਲੀ ਦਾ ਬਿੱਲ ਵੀ ਦੇਣਾ ਪੈ ਰਿਹਾ, ਤੁਹਾਨੂੰ ਬਿਲਡਿੰਗ ਦਾ ਖਰਚਾ ਵੀ ਦੇਣਾ ਪੈ ਰਿਹਾ, ਤੁਹਾਨੂੰ ਸਫਾਈ ਕਰਮਚਾਰੀ ਵੀ ਰੱਖਣੇ ਪੈ ਰਹੇ ਨੇ, ਅਤੇ ਬਹੁਤ ਸਾਰੀਆਂ ਗੱਲਾਂ ਸੁਣਾ ਕੇ ਕਹਿੰਦੇ ਨੇ ਕਿ ਠੀਕ ਹੈ ਤੁਹਾਡਾ ਹੱਕ ਹੈ, ਜਿਹੜਾ ਖਰਚਾ ਤੁਸੀਂ ਵਸੂਲਣਾ ਚਾਹੁੰਦੇ ਹੋ ਤੁਸੀਂ ਵਸੂਲ ਸਕਦੇ ਹੋ। ਉਸ ਤੋਂ ਬਾਅਦ ਮਾਪੇ ਕਹਿੰਦੇ ਨੇ ਕਿ ਸਾਡੀ ਤਾਂ ਗੱਲ ਸੁਣੀ ਨਹੀਂ ਗਈ। ਸਰਕਾਰ ਕਹਿੰਦੀ ਕਿ ਹਾਂ ਇਹ ਗੱਲ ਤਾਂ ਬਹੁਤ ਗਲਤ ਹੋ ਗਈ, ਅਸੀਂ ਹੁਣ ਦੁਬਾਰਾ ਜਿਹੜਾ ਹੈ ਅਦਾਲਤ ਦੇ ਵਿੱਚ ਜਾਵਾਂਗੇ। ਪਹਿਲਾਂ ਸਿੰਗਲ ਬੈਂਚ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਉਹ ਫੈਸਲਾ ਸੁਣਾਉਂਦਾ ਕਿ ਸਕੂਲਾਂ ਦੇ ਹੱਕ ਦੇ ਵਿੱਚ ਉਹ ਫੈਸਲਾ ਚਲਾ ਜਾਂਦਾ। ਹੁਣ ਡਬਲ ਬੈਂਚ ਜਿਹੜਾ ਹੈ 2-2 ਦਿਨ ਦੇ ਇੰਤਜ਼ਾਰ ਤੋਂ ਬਾਅਦ ਇਸ ਕੇਸ ਨੂੰ ਜਿਹੜਾ ਉਹ ਸੁਣਨ ਦੀ ਗੱਲ ਜਿਹੜੀ ਉਹ ਸ਼ੁਰੂ ਕਰਦਾ ਹੈ। ਅੱਜ ਜਿਹੜਾ ਇੱਕ ਛੋਟਾ ਜਿਹਾ ਡਿਸੀਜਨ ਆਇਆ, ਹਜੇ ਕੇਸ ਦਾ ਕੋਈ ਮੁਕੰਮਲ ਹੱਲ ਨਹੀਂ ਹੋਇਆ, ਕੇਸ ਹਜੇ ਚੱਲੇਗਾ, ਲੇਕਿਨ ਅਦਾਲਤ ਨੇ ਫੌਰੀ ਰਾਹਤ ਦਿੰਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਸੀਂ ਅੱਜ ਇਹ ਕਹਿੰਦੇ ਆ ਕਿ ਫੀਸਾਂ ਜਿਹੜੀਆਂ ਨੇ ਉਹ ਸਕੂਲ ਵਸੂਲ ਸਕਦੇ ਨੇ, ਪਰ ਜਿਹੜਾ ਪੇਰੈਂਟ, ਜਿਹੜਾ ਮਾਂ ਪਿਓ ਫੀਸ ਨਹੀਂ ਦੇ ਸਕਦਾ ਉਹ ਸਕੂਲ ਨੂੰ ਅਰਜੀ ਦੇਵੇ। ਜੇ ਸਕੂਲ ਉਹਦੀ ਗੱਲ ਨਹੀਂ ਸੁਣਦਾ ਜਾਂ ਫੀਸ ਮਾਫੀ ਨਹੀਂ ਕਰਦਾ, ਤਾਂ ਫਿਰ ਇਹ ਜਿਹੜਾ ਇੱਕ ਪੈਨਲ ਹੈਗਾ ਡਿਸਟ੍ਰਿਕਟ ਲੈਵਲ ਤੇ ਜਿਹੜੀ ਕਮੇਟੀ ਹੈ ਉਹਦੇ ਕੋਲ ਇਹ ਮਾਂ ਪਿਓ ਜਿਹੜਾ ਉਹ ਜਾ ਕੇ ਦਰਖਾਸਤ ਕਰ ਸਕਦਾ। ਹੁਣ ਤੱਕ ਇਸ ਤਰੀਕੇ ਦੀ ਜਿਹੜੀ ਉਹ ਗੱਲ ਰੱਖੀ ਗਈ ਹੈ। ਮਤਲਬ ਕਿ ਪੇਰੈਂਟਸ ਵਾਲੇ ਪਾਸੇ ਵੀ ਆਪਾਂ ਹੋ ਗਏ, ਸਕੂਲ ਵਾਲੇ ਪਾਸੇ ਵੀ ਹੋ ਗਏ, ਅਤੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗਾ, ਜਿਹੜੀ ਆਪਾਂ ਕਮੇਟੀ ਹਾਈ ਰੈਂਕਿੰਗ ਕਮੇਟੀ ਕਹਿ ਸਕਦੇ, ਜਿਹਦੇ ਵਿੱਚ ਡੀਸੀ ਵੀ ਹੈ, ਜਿਹਦੇ ਵਿੱਚ ਡੀਈਓ ਹੈ, ਤੇ ਜਿਹਦੇ ਵਿੱਚ 2 ਮੈਂਬਰ ਵੀ ਹੈਗੇ ਨੇ। ਹੁਣ ਸਾਰਾ ਕੁਝ ਭਾਰ ਉਹਨਾਂ ਦੇ ਉੱਤੇ ਪਾ ਦਿੱਤਾ ਗਿਆ ਕਿ ਜਦੋਂ ਸਕੂਲ ਕਿਸੇ ਮਾਪਿਓ ਦੀ ਅਰਜ਼ੀ ਨੂੰ ਐਕਸੈਪਟ ਨਹੀਂ ਕਰਨਗੇ ਤਾਂ ਉਹ ਅਰਜ਼ੀ ਜਿਹੜੀ ਤੁਹਾਡੇ ਕੋਲ ਆਵੇਗੀ। ਹੁਣ 4 ਲੋਕ, ਜਦੋਂ ਮਹਾਮਾਰੀ ਦਾ ਦੌਰ ਹੈਗਾ, ਵੱਖ-ਵੱਖ ਤਰੀਕੇ ਦੀਆਂ ਡਿਊਟੀਆਂ ਨੇ, ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਉਲਝਣਾਂ ਨੇ, ਵੱਖ-ਵੱਖ ਤਰੀਕੇ ਦੀਆਂ ਚੁਣੌਤੀਆਂ ਹੈਗੀਆਂ ਨੇ, ਕਿ ਉਦੋਂ ਉਹ ਪ੍ਰੋਪਰ ਸਮਾਂ ਦੇ ਪਾਉਣਗੇ, ਬਣਦਾ ਸਮਾਂ ਦੇ ਪਾਉਣਗੇ ਮਾਂ ਪਿਓ ਨੂੰ, ਕਿ ਇਹ ਮਾਂ ਪਿਓ ਜਿਹੜਾ ਹੈ ਉਹ ਅਰਜ਼ੀ ਲੈ ਕੇ ਉਹਨਾਂ ਕੋਲ ਜਾਏਗਾ ਕਿ ਦੇਖੋ ਜੀ ਮੇਰੀ ਨੌਕਰੀ ਨਹੀਂ ਰਹੀ, ਜਾਂ ਮੇਰਾ ਇਹ ਖਰਚਾ ਪੈ ਗਿਆ, ਜਾਂ ਮੇਰੇ ਉੱਤੇ ਇਸ ਤਰੀਕੇ ਦਾ ਬੋਝ ਹੈ, ਮੈਂ ਇਹ ਫੀਸ ਨਹੀਂ ਦੇ ਸਕਦਾ। ਕਿ ਉਹ 4 ਮੈਂਬਰੀ ਕਮੇਟੀ ਜਿਹੜੀ ਹੈ ਉਸ ਨੂੰ ਸੁਣ ਪਾਵੇਗੀ ਕਿ ਇੰਨਾ ਸਮਾਂ ਦਿੱਤਾ ਜਾਵੇਗਾ। ਇਹ ਆਪਣੇ ਆਪ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਉਲਝਣ ਹੈ। ਅਤੇ ਸਿੱਧੇ ਤੌਰ ਤੇ ਅਗਰ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਅਦਾਲਤਾਂ ਨੇ, ਜਿਹੜੀਆਂ ਮਾਨਯੋਗ ਅਦਾਲਤਾਂ ਹੁੰਦੀਆਂ ਨੇ, ਮਾਨਯੋਗ ਅਦਾਲਤ ਜਿਹੜੀ ਹੈ ਕਾਨੂੰਨ ਦੇ ਮੁਤਾਬਿਕ ਜਿਹੜਾ ਹੈ ਉਹ ਆਪਣਾ ਹੁਕਮ ਸੁਣਾਉਂਦੀ ਹੈ ਕਿ ਕਾਨੂੰਨ ਦੇ ਵਿੱਚ ਇਹ ਲਿਖਿਆ ਗਿਆ, ਸਰਕਾਰ ਨੇ ਇਹ ਕਾਨੂੰਨ ਬਣਾਇਆ ਸੀ ਤੇ ਅਸੀਂ ਉਹਦੇ ਮੁਤਾਬਿਕ ਜਿਹੜਾ ਹੈ ਤੁਹਾਨੂੰ ਇਹ ਫੈਸਲਾ ਦਿੰਦੇ ਹਾਂ। ਹੁਣ ਇੱਥੇ ਘਾਟ ਹੈਗੀ ਹੈ ਫੈਸਲੇ ਦੀ, ਜਿਹੜਾ ਕਾਨੂੰਨ ਦੀ, ਕਿਉਂਕਿ ਜੇ ਕਾਨੂੰਨ ਨਹੀਂ ਹੈਗਾ ਤਾਂ ਫਿਰ ਫੈਸਲਾ ਨਹੀਂ ਹੈਗਾ। ਜੇ ਸਰਕਾਰ ਨੇ ਕਾਨੂੰਨ ਨਹੀਂ ਬਣਾਇਆ ਤੇ ਅਦਾਲਤ ਫੈਸਲਾ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਨਾਲ ਹੋਵੇ। ਸਰਕਾਰ ਨੂੰ ਚਾਹੀਦਾ ਸੀ ਕਿ ਕਿਸੇ ਤਰੀਕੇ ਨਾਲ ਕੋਈ ਇਸ ਤਰੀਕੇ ਦਾ ਡਿਸੀਜਨ ਲੈ ਕੇ ਆਉਂਦੀ, ਇਸ ਤਰੀਕੇ ਦਾ ਕੋਈ ਫੈਸਲਾ ਕਰਦੀ
ਕਿ ਜਿਹਦੇ ਨਾਲ ਦੋਵਾਂ ਧਿਰਾਂ ਨੂੰ ਕੁਛ ਨਾ ਕੁਛ ਜਿਹੜਾ ਉਹ ਮਦਦ ਮਿਲ ਜਾਂਦੀ। ਪਰ ਸਰਕਾਰ ਨੇ ਇਹ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਤੁਹਾਨੂੰ ਫੀਸਾਂ ਨਹੀਂ ਦੇਣੀਆਂ ਚਾਹਣਗੀਆਂ। ਇਹ ਆਪਣੇ ਆਪ 'ਚ ਜਦੋਂ ਵੋਟਾਂ ਪੈਣੀਆਂ ਨੇ ਜਾਂ ਜਦੋਂ ਆਪਾਂ ਚੋਣ ਮੈਦਾਨ ਦੇ ਵਿੱਚ ਵਾਪਸ ਜਾਣਾ ਉਦੋਂ ਸਹੀ ਮਾਇਨੇ 'ਚ ਆਪਾਂ ਨੂੰ ਵੋਟਾਂ ਦਵਾ ਸਕਦਾ, ਪਰ ਲੋਕਾਂ ਦੀ ਮੁਸੀਬਤ ਜਿਹੜਾ ਉਹ ਹੱਲ ਨਹੀਂ ਕਰ ਸਕਦਾ। ਇਹ ਅਸਲ ਦੇ ਵਿੱਚ ਮਸਲਾ ਹੁਣ ਕਿੰਨੀ ਕੁ ਵੱਡੀ ਮੁਸੀਬਤ ਹੋਰ ਲੈ ਕੇ ਆਵੇਗਾ, ਕਿਉਂਕਿ ਕੁਝ ਟੀਚਰਸ ਨਾਲ ਮੇਰੀ ਅੱਜ ਗੱਲ ਹੋਈ ਹੈ। ਇਸ ਫੈਸਲਾ ਆਉਣ ਤੋਂ ਬਾਅਦ ਹੁਣ ਫਿਰ ਸਕੂਲਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਹਾਲਾਤ ਬਣ ਗਏ ਨੇ, ਸਾਨੂੰ ਪੂਰੀਆਂ ਫੀਸਾਂ ਜਿਹੜੀਆਂ ਨੇ ਨਹੀਂ ਮਿਲਣੀਆਂ ਤੇ ਅਸੀਂ ਤੁਹਾਡੀਆਂ ਪੂਰੀਆਂ ਤਨਖਾਹਾਂ ਜਿਹੜੀਆਂ ਨਹੀਂ ਦੇ ਸਕਦੇ। ਕਈਆਂ ਨੇ ਕਿਹਾ ਕਿ ਸਾਨੂੰ 70% ਤਨਖਾਹ ਉੱਤੇ ਕੰਮ ਕਰਨ ਲਈ ਕਿਹਾ ਜਾ ਰਿਹਾ, ਕੋਈ ਕਹਿੰਦਾ ਸਾਨੂੰ 50% ਤਨਖਾਹ ਉੱਤੇ ਕੰਮ ਕਰਨ ਲਈ ਕਿਹਾ ਜਾ ਰਿਹਾ। ਇਹਦੇ ਨਾਲ ਹੋਰ ਵੀ ਜਿਹੜਾ ਇਹ ਗਹਿਰਾਈ ਹੈ ਇਸ ਮਸਲੇ ਦੀ ਉਹ ਜ਼ਿਆਦਾ ਡੀਪ ਹੋਵੇਗੀ ਤੇ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੈਨਲਿਸਟ ਜਿਹੜੇ ਬੁਲਾਏ ਨੇ ਉਹਨਾਂ ਦੀ ਰਾਏ ਇਸ ਪ੍ਰੋਗਰਾਮ ਦੇ ਵਿੱਚ ਲਵਾਂਗੇ, ਉਹਨਾਂ ਨਾਲ ਚਰਚਾ ਕਰਾਂਗੇ ਕਿ ਅਸਲ ਦੇ ਵਿੱਚ ਇਹ ਜਿਹੜਾ ਮਸਲਾ ਬਣ ਗਿਆ ਇਹ ਹੁਣ ਕਿੰਨਾ ਕੁ ਪੇਚੀਦਾ ਹੈਗਾ, ਕਾਨੂੰਨ ਦੀ ਨਿਗਾਹ ਦੇ ਵਿੱਚ ਇਹ ਕਿਸ ਤਰੀਕੇ ਦਾ ਕੇਸ ਹੈਗਾ, ਲੋਕਾਂ ਦੇ ਸਾਹਮਣੇ ਇਹ ਕਿਸ ਤਰੀਕੇ ਦੀ ਚੁਣੌਤੀ ਹੈਗੀ ਹੈ ਤੇ ਸਕੂਲਾਂ ਦੇ ਸਾਹਮਣੇ ਇਹ ਕਿਸ ਤਰੀਕੇ ਦਾ ਵੱਡਾ ਚੈਲੰਜ ਹੈ ਕਿ ਜਦੋਂ ਹੁਣ ਅਰਜ਼ੀਆਂ ਦੀ ਭਰਮਾਰ ਆਵੇਗੀ ਉਸ ਅਰਜ਼ੀਆਂ ਨੂੰ ਕਿਸ ਤਰੀਕੇ ਨਾਲ ਜਿਹੜਾ ਉਹ ਸੰਭਾਲਿਆ ਜਾਵੇਗਾ। ਇਹਦੇ ਉੱਤੇ ਗੱਲਬਾਤ ਕਰਨ ਲਈ ਖਾਸ ਤੌਰ ਤੇ ਸਾਡੇ ਪੈਨਲ ਦੇ ਵਿੱਚ ਐਡਵੋਕੇਟ ਲਵਲੀਨ ਠਾਕੁਰ ਜੀ ਹੈਗੇ ਨੇ, ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਇਸ ਕੇਸ ਨਾਲ ਬੜੇ ਕਲੋਜ਼ਲੀ ਇਹ ਜੁੜੇ ਹੋਏ ਨੇ। ਇਹਨਾਂ ਦੇ ਨਾਲ ਹੀ ਸਾਡੇ ਕੋਲ ਸਰਦਾਰ ਕੁਲਭੂਸ਼ਣ ਬਾਜਵਾ ਜੀ ਹੈਗੇ ਨੇ, ਇਹ ਸਾਬਕਾ DEO ਨੇ, ਰਿਟਾਇਰਡ ਨੇ। ਇਹਨਾਂ ਕੋਲ ਜ਼ਰੂਰ ਅਸੀਂ ਸਰਕਾਰੀ ਸਕੂਲਾਂ ਦੇ ਸਿਸਟਮ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਤਨਾਮ ਦਾਊ ਜੀ ਹੈਗੇ ਨੇ, ਇਹ ਪੇਰੈਂਟਸ ਨੂੰ ਰਿਪਰੈਜ਼ੈਂਟ ਕਰ ਰਹੇ ਸਨ ਅਦਾਲਤ ਦੇ ਵਿੱਚ, ਜੋ ਮਾਪਿਆਂ ਦੀ ਗਰਜ ਸੀ, ਜੋ ਉਹਨਾਂ ਦੀ ਬੇਨਤੀ ਸੀ ਉਸ ਨੂੰ ਇਹ ਅੱਗੇ ਲੈ ਕੇ ਜਾ ਰਹੇ ਸਨ। ਸਾਡੇ ਨਾਲ ਐਡਵੋਕੇਟ ਜਗਮਿੰਦਰ ਸਿੰਘ ਜੀ ਹੈਗੇ ਨੇ, ਇਹ ਵੀ ਵਕੀਲ ਨੇ ਪੇਸ਼ੇ ਤੋਂ, ਦਿੱਲੀ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਲੇਕਿਨ ਪਿਓ ਹੈਗੇ ਨੇ। ਕਹਿਣ ਤੋਂ ਪੰਜਾਬੀ ਵਿੱਚ ਪਿਓ ਸ਼ਬਦ ਜਿਹੜਾ ਕਈ ਵਾਰੀ ਔਖਾ ਲੱਗਦਾ, ਪਰ ਕਹਿਣ ਦੇ ਵਿੱਚ ਆਪਾਂ ਸਿੱਧੀ ਗੱਲ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਇਹਨਾਂ ਦੇ ਬੱਚੇ ਪੜ੍ਹਦੇ ਨੇ। ਪੇਰੈਂਟਸ ਹੋਣ ਦੇ ਨਾਤੇ ਇਹਨਾਂ ਨੂੰ ਪਤਾ ਹੈ ਕਿ ਉੱਥੇ ਕਿਸ ਤਰੀਕੇ ਦਾ ਸਿਸਟਮ ਹੈਗਾ। ਥੋੜਾ ਜਿਹਾ ਸਿੱਖਣ ਦੀ ਕੋਸ਼ਿਸ਼ ਕਰਾਂਗੇ, ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਇਹਨਾਂ ਕੋਲ ਵੀ ਜਾਣਾ ਕਿ ਅੱਜ ਦਿੱਲੀ ਦੇ ਵਿੱਚ ਜਿਹੜਾ ਸਰਕਾਰ ਨੇ ਫੈਸਲਾ ਕੀਤਾ, ਕਾਨੂੰਨ ਬਣਾਇਆ, ਉਹਦੇ ਨਾਲ ਉੱਥੋਂ ਦੇ ਆਵਾਮ ਨੂੰ ਕਿੰਨੀ ਕੁ ਰਾਹਤ ਮਿਲੀ ਹੈ ਤੇ ਪੰਜਾਬ ਵਾਸਤੇ ਜਿਹੜਾ ਇਹ ਗੈਪ ਪੈ ਗਿਆ ਕਿੱਡਾ ਕੁ ਵੱਡਾ ਚੁਣੌਤੀਪੂਰਨ ਹੈ। ਸਭ ਤੋਂ ਪਹਿਲਾਂ ਅਸੀਂ ਸਤਨਾਮ ਦਾਊ ਹੋਣਾ ਕੋ ਜਾਣਦੇ ਹਾਂ, ਜਿਹੜੇ ਪੇਰੈਂਟਸ ਨੇ ਪੰਜਾਬ ਤੋਂ। ਇਹਨਾਂ ਨੇ ਲਗਾਤਾਰ ਵਕੀਲਾਂ ਦੇ ਕੋਲ ਗਏ ਨੇ, ਇਹਨਾਂ ਨੇ ਬੇਨਤੀਆਂ ਕੀਤੀਆਂ ਨੇ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ। ਸਤਨਾਮ ਦਾਊ ਜੀ, ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਸਰਕਾਰ ਜਿਹੜੀ ਹੈ ਜ਼ਰੂਰ ਤੁਹਾਡੇ ਨਾਲ ਮਾਨਯੋਗ ਅਦਾਲਤ ਦੇ ਵਿੱਚ ਗਈ ਸੀ, ਪਰ ਜਿਸ ਫੈਸਲੇ ਦੀ ਤੁਸੀਂ ਕਾਮਨਾ ਕਰ ਰਹੇ ਸਨ, ਜਿਸ ਤਰੀਕੇ ਨਾਲ ਤੁਸੀਂ ਸੋਚ ਰਹੇ ਸੀ ਕਿ ਸਾਡਾ ਮਸਲਾ ਜਿਹੜਾ ਹੱਲ ਹੋ ਜਾਊਗਾ, ਅੱਜ ਭਾਵੇਂ ਅੰਤਰਿਮ ਡਿਸੀਜਨ ਦੇ ਵਿੱਚ ਥੋੜੀ ਰਾਹਤ ਤੁਹਾਨੂੰ ਮਿਲੀ ਹੈ, ਪਰ ਤੁਹਾਨੂੰ ਲੱਗਦਾ ਕਿ ਤੁਹਾਡਾ ਮਸਲਾ ਹੱਲ ਹੋ ਜਾਏਗਾ? ਦੇਖੋ ਜੀ, ਇਸ ਸਮੇਂ ਵੈਸੇ ਤਾਂ ਜਿਹੜੀ ਸਰਕਾਰਾਂ ਉਹ ਸਰਮਾਏਦਾਰ ਪੱਖੀਆਂ ਸਾਡੇ ਭਾਰਤ ਦੀਆਂ ਜਾਂ ਪੰਜਾਬ ਦੀਆਂ, ਉਹ ਕਿਉਂਕਿ ਸਕੂਲ ਹੈ, ਪੋਲੀਟੀਕਲ ਪਾਰਟੀਆਂ ਨੂੰ ਫੰਡ ਵੀ ਦਿੰਦੇ ਆ, ਇਲੈਕਸ਼ਨ ਫੰਡ ਦਿੰਦੇ ਆ, ਤੇ ਸਕੂਲਾਂ 'ਚ ਜ਼ਿਆਦਾਤਰ ਰਾਜਨੀਤਿਕ ਧਿਰਾਂ ਦਾ ਹਿੱਸਾ ਵੀ ਹੈ। ਮੁੱਖ ਮੰਤਰੀ ਪੰਜਾਬ ਦੇ ਪਰਿਵਾਰ ਦੇ ਆਪਣੇ ਸਕੂਲ ਹੈ, 2-3 ਸਕੂਲਾਂ 'ਚ ਉਹ ਕਿਸੇ ਅਹੁਦੇ ਤੇ ਵੀ ਹੈਗੇ ਆ, ਇਹਨਾਂ ਦੇ ਆਪਣੇ ਹਿੱਤ ਜੁੜੇ ਹੋਏ ਆ। ਪਰ ਇੱਕ ਰਾਜਨੀਤਿਕ ਮਜਬੂਰੀ ਕਾਰਨ ਹੀ ਸਹੀ, ਇਸ ਵਾਰ ਪੰਜਾਬ ਸਰਕਾਰ ਲਗਭਗ ਪੂਰੀ ਤਰ੍ਹਾਂ ਮਾਪਿਆਂ ਦੇ ਹੱਕ ਦੇ ਵਿੱਚ ਖੜੀ ਹੋਈ ਹੈ। AG ਪੰਜਾਬ ਨੇ ਸਪੈਸ਼ਲੀ ਮਾਪਿਆਂ ਦੇ ਹੱਕ ਦੀ ਇੱਥੇ ਜਿਹੜੀ ਆਰਗੂਮੈਂਟ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਵੀ ਮੀਡੀਆ 'ਚ ਵੀ ਤੇ ਵੈਸੇ ਵੀ ਕਿਹਾ ਕਿ ਕਿਸ ਗੱਲ ਦੀ ਫੀਸ, ਜਦੋਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀ ਕਿ ਕੁਝ ਪਰਸੈਂਟੇਜ ਫੀਸ ਦੇ ਦਿਓ, ਅਸੀਂ ਉਦੋਂ ਵੀ ਕਹਿ ਰਹੇ ਸੀ ਕਿ ਮਾਪਿਆਂ ਨੂੰ ਤੁਸੀਂ ਪੁੱਛਿਆ ਨਹੀਂ, ਮਾਪੇ ਕਿੱਥੇ ਗਏ। ਹਾਈ ਕੋਰਟ ਨੇ ਫੈਸਲਾ ਦੇ ਦਿੱਤਾ, ਫਿਰ ਸਿੰਗਲ ਬੈਂਚ ਤੋਂ ਪਹਿਲੇ ਦੀ ਗੱਲ ਹੈ, ਪਹਿਲੇ ਸਿੰਗਲ ਬੈਂਚ ਚੱਲਦਾ ਸੀ ਕਿ 70% ਫੀਸ ਦੇ ਦਿਓ। ਅਸੀਂ ਫਿਰ ਦੁਖੀ ਹੋ ਕੇ ਹਾਈ ਕੋਰਟ ਪਾਰਟੀ ਬਣਿਆ ਕਿ ਜਿਹੜੇ ਮਾਪਿਆਂ ਨੇ ਫੀਸ ਦੇਣੀ ਤੁਸੀਂ ਇਹਨੂੰ ਪੁੱਛਿਆ ਨਹੀਂ, ਕਿਹੜੇ ਮਾਪੇ ਤੁਹਾਨੂੰ ਫੀਸ ਦੇਣ? ਉਹ ਮਾਪੇ ਜਿਹੜੇ ਲੱਖਾਂ ਟੈਕਸੀ ਡਰਾਈਵਰ ਇਹਨਾਂ ਦਾ ਕੰਮ ਬੰਦ ਹੋ ਗਿਆ, ਉਹ ਮਾਪੇ ਜਿਹੜੇ ਲੱਖਾਂ ਹੀ ਆਟੋ ਡਰਾਈਵਰ ਹੈ, ਬਿਊਟੀ ਪਾਰਲਰ ਦੇ ਕੰਮ ਕਰਨ ਵਾਲੇ ਆ, ਛੋਟੇ ਢਾਬਿਆਂ ਤੇ, ਰੈਸਟੋਰੈਂਟ ਤੇ, ਜਿਮ ਦੇ ਵਿੱਚ ਕੰਮ ਕਰਨ ਵਾਲੇ ਆ। ਭਾਰਤ ਦੇ ਵਿੱਚੋਂ 12 ਕਰੋੜ ਨੌਕਰੀਆਂ ਚਲੇ ਗਈਆਂ ਤੇ ਪੰਜਾਬ 'ਚ ਵੀ ਕੁਝ ਲੱਖ ਨੌਕਰੀ ਚਲੇ ਗਈਆਂ, ਤੇ 40 ਲੱਖ ਬੱਚੇ ਆ ਪੰਜਾਬ ਦੇ ਜਿਹੜੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਲਗਭਗ 27-28 ਲੱਖ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਤੇ ਸਰਕਾਰਾਂ ਨੇ ਸਰਕਾਰੀ ਸਕੂਲਾਂ ਦਾ ਸਿਸਟਮ ਇੰਨਾ ਬੇੜਾ ਗਰਕ ਕਰ ਦਿੱਤਾ ਕਿ ਹੁਣ ਕੋਈ ਵੀ ਉੱਥੇ ਸਰਕਾਰੀ ਸਕੂਲਾਂ ਜਾਣ ਨੂੰ ਤਿਆਰ ਨਹੀਂ, ਸਾਨੂੰ ਪ੍ਰਾਈਵੇਟ ਸਕੂਲਾਂ ਦੇ ਰਹਿਮੋ ਕਰਮ ਦੇ ਛੱਡ ਦਿੱਤਾ ਗਿਆ। ਤੇ ਇਹ ਜਿਹੜਾ ਭਾਰਤ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ, ਸਾਡੇ ਅਮਰੀਕਾ ਦੀ ਤਰ੍ਹਾਂ, ਕੈਨੇਡਾ ਦੀ ਤਰ੍ਹਾਂ ਸਾਨੂੰ 500-600 ਹਫ਼ਤੇ ਡਾਲਰ ਨਹੀਂ ਮਿਲੇ, ਸਾਨੂੰ 1 ਰੁਪਇਆ ਨਹੀਂ ਮਿਲਿਆ, ਸਾਡੇ ਕੰਮ ਧੰਦੇ ਟੋਟਲੀ ਬੰਦ ਹੈ। ਬਹੁਤੇ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਮਾਪੇ ਆ ਉਹ ਜ਼ਿਆਦਾਤਰ ਕਿਰਾਏ ਤੇ ਰਹਿੰਦੇ ਆ, ਕਿਰਾਏ ਦੇ ਘਰ ਆ ਉਹਨਾਂ ਦੇ,
ਆਪਣੇ ਛੋਟੇ ਮੋਟੇ ਕੰਮ ਧੰਦੇ ਸੀ ਬੰਦ ਹੋ ਗਏ, ਸਾਡੀ ਗੱਲ ਸੁਣੀ ਨਹੀਂ ਗਈ। ਸਾਨੂੰ ਲੱਗਦਾ ਸੀ ਕਿ ਕੋਰਟ ਤੋਂ ਰਾਹਤ ਮਿਲੇਗੀ, ਪਰ ਜਿਹੜਾ ਸਿੰਗਲ ਬੈਂਚ ਦਾ ਫੈਸਲਾ ਹੈ ਉਹ ਟੋਟਲੀ ਸਾਡੀਆਂ ਉਮੀਦਾਂ ਤੋਂ ਬਿਲਕੁਲ ਉਲਟ ਆਇਆ ਤੇ ਉਹ ਫੈਸਲੇ ਦੀ ਆੜ ਦੇ ਵਿੱਚ ਸਕੂਲ ਉਲਟਾ ਤੰਗ ਕਰਨ ਲੱਗ ਪਏ। ਜਿਹੜੇ ਅਧਿਆਪਕ ਸਾਡੇ ਬੱਚਿਆਂ ਦੇ ਗੁਰੂ ਸੀਗੇ, ਅਸੀਂ ਉਹਨੂੰ ਉਸਤਾਦ ਜੀ ਕਹਿੰਦੇ ਸੀ, ਗੁਰੂ ਹੈ ਸਾਡੇ ਬੱਚਿਆਂ ਦੇ ਸਿਖਾਉਣ ਵਾਲੇ, ਉਹਨਾਂ ਨੇ ਜਿਹੜੇ ਰਿਕਵਰੀ ਏਜੰਟ ਬਣਾ ਲਏ, ਜਿੱਦਾਂ ਬੈਂਕਾਂ ਵਾਲੇ ਰਿਕਵਰੀ ਏਜੰਟ ਰੱਖੇ ਉਹਨੇ ਤਨਖਾਹ ਦੇ ਉੱਤੇ, ਮਾਪਿਆਂ ਨੂੰ ਰਿਕਵਰੀ ਏਜੰਟ ਬਣਾ ਲਿਆ। ਬੱਚਿਆਂ ਦੀ WhatsApp ਗਰੁੱਪਾਂ 'ਚ ਇਨਸਲਟ ਹੋਣ ਲੱਗ ਪਈ, ਬੱਚਿਆਂ ਨੂੰ ਗਰੁੱਪਾਂ 'ਚ ਬਾਹਰ ਕੱਢਣ ਜਾਣ ਲੱਗ ਪਿਆ। ਸਗੋਂ ਉਸ ਫੈਸਲੇ ਦੀ ਆੜ 'ਚ ਪੂਰਾ ਥ੍ਰੈਟ ਕੀਤਾ ਗਿਆ ਤੇ ਅੱਜ ਪੰਜਾਬ ਦੇ ਵਿੱਚ ਥਾਂ ਥਾਂ ਸਕੂਲਾਂ ਦੇ ਬਾਹਰ ਪ੍ਰੋਟੈਸਟ ਹੋ ਰਹੇ ਆ। ਪ੍ਰੋਟੈਸਟ ਕਰਨ ਵਾਲੇ ਉਹੀ ਮਾਪੇ ਆ ਜਿਹੜੇ ਫੀਸਾਂ ਜਮ੍ਹਾਂ ਕਰਾ ਸਕਦੇ ਸੀ, ਉਹਨੇ ਕਰਵਾ ਦਿੱਤੀਆਂ, ਕੋਈ 1-2% ਰਹਿ ਗਏ ਹੋਣਗੇ। ਜਿਨ੍ਹਾਂ ਕੋਲ ਨੌਕਰੀਆਂ ਨਹੀਂ ਹੈ, ਰੋਟੀ ਖਾਣ ਨੂੰ ਨਹੀਂ ਹੈ ਤੇ ਹੋਰ ਖਰਚੇ ਉਹਨਾਂ ਕੋਲ ਹੈ ਨਹੀਂ, ਉਹੀ ਮਾਪੇ ਜਿਹੜੇ ਪ੍ਰੋਟੈਸਟ ਕਰਦੇ ਆ। ਤੇ ਅੱਜ ਵੀ ਸਾਡੇ ਵਕੀਲਾਂ ਨੇ, ਲਵਨੀਤ ਠਾਕੁਰ ਜੀ ਬੈਠੇ ਆ, ਆਪਾਂ ਅੱਗੇ ਵੀ ਗੱਲ ਜਾ ਕੇ ਕਰਦੇ ਆ। ਅਸੀਂ ਲਵਨੀਤ ਠਾਕੁਰ ਜੀ ਜਿਹੜੇ ਐਡਵੋਕੇਟ ਨੇ, ਅਸੀਂ ਉਹਨਾਂ ਕੋਲ ਜਾਣਦੇ ਆ। ਐਡਵੋਕੇਟ ਠਾਕੁਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਅੱਜ ਪੂਰਾ ਦਿਨ ਅਦਾਲਤ ਦੇ ਵਿੱਚ ਤੁਹਾਡਾ ਬਿਜ਼ੀ ਗਿਆ, 3 ਘੰਟੇ ਤੱਕ ਜਿਹੜੀ ਬਹਿਸ ਹੋਈ ਹੈ, ਜਿਸ ਤਰੀਕੇ ਨਾਲ ਤੁਸੀਂ ਅਦਾਲਤ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਆਪਾਂ ਮਾਪਿਆਂ ਦਾ ਵੀ ਪੱਖ ਜਿਹੜਾ ਉਹ ਸੁਣਨਾ ਚਾਹੀਦਾ ਹੈ। ਜਿਹੜੇ ਬੱਚਿਆਂ ਦੇ ਮਾਪਿਆਂ ਕੋ ਨੌਕਰੀ ਨਹੀਂ ਹੈਗੀ, ਪੈਸਾ ਨਹੀਂ ਹੈਗਾ, ਉਹ ਕਿਸ ਤਰੀਕੇ ਨਾਲ ਫੀਸਾਂ ਦੇ ਸਕਦੇ ਆ। ਅਦਾਲਤ ਨੇ ਜਿਸ ਤਰੀਕੇ ਨਾਲ ਤੁਹਾਡੀ ਗੱਲ ਨੂੰ ਸੁਣਿਆ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਾਨਯੋਗ ਅਦਾਲਤ ਹੈ ਕਿਸ ਪਾਸੇ ਜਾ ਸਕਦੀ ਹੈ, ਕਿਸ ਤਰੀਕੇ ਦਾ ਫੈਸਲਾ ਜਿਹੜਾ ਆ ਸਕਦਾ ਹੈ? ਜੀ ਦੇਖੋ, ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ, ਸਰਕਾਰ ਕਰ ਰਹੀ ਹੈ, ਪਰ ਅਸੀਂ ਜਿਹੜੀ ਕੋਸ਼ਿਸ਼ ਸਾਡੀ ਮੇਨ ਇਹ ਹੈ ਕਿ ਸਰਕਾਰ ਦੋਨਾਂ ਨੂੰ ਦੱਸਿਆ ਜਾਵੇ ਕਿ ਗਰਾਊਂਡ ਦੇ ਹਾਲਾਤ ਕੀ ਨੇ। ਉਹ ਇਹ ਸਮਝ ਨਹੀਂ ਪਾਈ ਕਿ ਸਹੀ ਦੇ ਵਿੱਚ ਕਿੰਨੇ ਲੋਕਾਂ ਦੀਆਂ ਨੌਕਰੀਆਂ ਗਈਆਂ ਨੇ ਔਰ ਕਿੰਨੇ ਲੋਕ ਜਿਹੜੇ ਨੇ ਉਹ ਰੋਟੀ ਤੋਂ ਵੀ ਵਾਂਝੇ ਨੇ। ਠਾਕੁਰ ਹੋਣਾ ਦੀ ਜਿਹੜੀ ਆਵਾਜ਼ ਹੈ ਬਿਲਕੁਲ ਪਲੀਜ਼ ਕੱਟ ਕੇ ਆ ਰਹੀ ਹੈ, ਉਹਨਾਂ ਨੂੰ ਦੁਬਾਰਾ ਰੀਕਨੈਕਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਜਿੰਨੇ ਚਿਰ ਸਮਝ ਨਹੀਂ ਆਏਗੀ ਉਹਨਾਂ ਚਿਰ ਜਿਹੜੀ ਗੱਲ ਹੈ ਕਾਫੀ ਜਿਹੜੀ ਉਹ ਖਰਾਬ ਹੋ ਜਾਏਗੀ। ਮੈਂ ਐਡਵੋਕੇਟ ਜਗਮਿੰਦਰ ਹੋਣਾ ਕੋ ਜਿਹੜਾ ਉਹ ਦਿੱਲੀ ਲੈ ਕੇ ਚੱਲਦਾ ਤੁਹਾਨੂੰ। ਐਡਵੋਕੇਟ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਗਮਿੰਦਰ ਜੀ, ਮੈਂ ਜ਼ਰੂਰ ਤੁਹਾਡੇ ਕੋਲ ਇੱਥੇ ਪੁੱਛਣਾ ਚਾਹੁੰਦਾ ਹਾਂ, ਹੁਣ ਤੁਸੀਂ ਪੰਜਾਬ ਦੇ ਜਿਹੜੇ ਮਾਂ ਪਿਓ ਇਹਨਾਂ ਦਾ ਦਰਦ ਤੇ ਸੁਣ ਰਹੇ ਹੋ, ਇਹਨਾਂ ਦੀ ਗਰਜ ਵੀ ਸੁਣ ਰਹੇ ਹੋ। ਅਸੀਂ ਦਿੱਲੀ ਵਾਲਿਆਂ ਦੇ ਇੰਨਾ ਜ਼ਿਆਦਾ ਜਿਹੜਾ ਵਿਵਾਦ ਨਹੀਂ ਸੁਣਿਆ, ਉੱਥੇ ਕੀ ਇਹੋ ਜਿਹਾ ਸਰਕਾਰ ਨੇ ਕਰ ਦਿੱਤਾ ਜਿਹੜਾ ਪੰਜਾਬ ਦੀ ਸਰਕਾਰ ਕਰਨਾ ਭੁੱਲ ਗਈ ਜਾਂ ਨਹੀਂ ਕਰ ਸਕੀ, ਜਿਹਦੇ ਕਰਕੇ ਇਹ ਵਿਵਾਦ ਇੰਨਾ ਜਿਹੜਾ ਵੱਧ ਗਿਆ? ਜੀ, ਮੈਂ ਤਾਂ ਸਭ ਤੋਂ ਪਹਿਲੇ ਇਹ ਕਹਾਂਗਾ ਕਿ ਜੋ ਦਿੱਲੀ ਦੀ ਸਰਕਾਰ ਨੇ ਸਭ ਤੋਂ ਪਹਿਲੇ ਹੀ ਲਾਕਡਾਊਨ ਸ਼ੁਰੂ ਹੁੰਦੇ ਹੀ ਉਹਨਾਂ ਨੇ, ਜਦੋਂ ਉਹਨਾਂ ਕੋਲ ਇਸ਼ੂਜ਼ ਆਣੇ ਸ਼ੁਰੂ ਹੋਏ ਤੇ ਉਹਨਾਂ ਨੇ ਸਭ ਤੋਂ ਪਹਿਲੇ ਇੱਕ ਆਪਣਾ ਕਮੇਟੀ ਸੈਟਅਪ ਕੀਤੀ ਤੇ ਕਮੇਟੀ ਸੈਟਅਪ ਨੇ ਜੋ ਰਿਕਮੈਂਡੇਸ਼ਨਸ ਦਿੱਤੀਆਂ, ਉਹ ਰਿਕਮੈਂਡੇਸ਼ਨਸ ਇਹ ਦਿੱਤੀਆਂ ਕਿ ਸਕੂਲ ਜਿਹੜੇ ਨੇ ਉਹ ਸਿਰਫ ਟਿਊਸ਼ਨ ਫੀਸ ਲੈਣ, ਜਿਹੜੀ ਅਦਰ ਫੀਸਿਸ ਨੇ ਜਿਵੇਂ ਕਰਿਕੂਲਮ ਐਕਟੀਵਿਟੀਜ਼ ਹੁੰਦੀਆਂ ਨੇ ਉਹਦੀ ਫੀਸਿਸ ਹੁੰਦੀਆਂ ਨੇ, ਬਿਲਡਿੰਗ ਫੰਡ ਹੁੰਦੇ ਨੇ, ਐਨੂਅਲ ਚਾਰजेस ਹੁੰਦੇ ਨੇ, ਐਡਮਿਸ਼ਨ ਫੀਸ ਹੁੰਦੀਆਂ ਨੇ, ਉਹ ਨਾ ਲਿੱਤੇ ਜਾਣ ਇਸ ਸਾਲ। ਕਿਉਂਕਿ ਇਸ ਸਾਲ ਸਕੂਲ ਜਿਹੜੇ ਨੇ ਉਹ ਆਨਲਾਈਨ ਕਲਾਸਿਸ ਲੈ ਰਹੇ ਨੇ, ਟੀਚਰਸ ਜਿਹੜੀਆਂ ਨੇ ਉਹ ਆਪਣੀ ਮਿਹਨਤ ਕਰ ਰਹੀਆਂ ਨੇ ਬੱਚਿਆਂ ਨੂੰ ਪੜ੍ਹਾਉਣ ਦੀ, ਭਾਵੇਂ ਉਹ ਜ਼ੂਮ ਦੇ ਰਾਹੀਂ ਪੜ੍ਹਾ ਰਹੇ ਨੇ ਜਾਂ ਹੋਰ ਕਿਸੇ ਐਪ ਦੇ ਰਾਹੀਂ ਪੜ੍ਹਾ ਰਹੇ ਨੇ, ਉਹ ਉਹਨਾਂ ਦੀ ਉੱਥੇ ਮਿਹਨਤ ਹੈ। ਦੂਜਾ, ਕਈ ਟੀਚਰਸ ਇਸ ਤਰ੍ਹਾਂ ਨੇ ਜਿਹੜੇ ਸਿੰਗਲ ਪੇਰੈਂਟ ਨੇ ਜਾਂ ਆਪਣੇ ਹੀ ਬ੍ਰੈਡ ਅਰਨਰ ਨੇ ਆਪਣੇ ਪੂਰੇ ਪਰਿਵਾਰ ਦੇ, ਉਹਨਾਂ ਦੇ ਘਰ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ, ਤੇ ਜੇਕਰ ਉਹਨਾਂ ਦੀ ਫੀਸਾਂ ਨਹੀਂ ਸਕੂਲ ਬੱਚਿਆਂ ਦੇਣਗੇ ਤੇ ਉਹਨਾਂ ਦੇ ਸੈਲਰੀ ਨਹੀਂ ਦਿੱਤੀ ਜਾਏਗੀ। ਜੇਕਰ ਉਹਨਾਂ ਦੀ ਸੈਲਰੀ ਨਹੀਂ ਦਿੱਤੀ ਜਾਏਗੀ ਤੇ ਫਿਰ ਟੀਚਰਸ ਪਰੇਸ਼ਾਨ ਹੋਣਗੇ ਕਿ ਉਹਨਾਂ ਦਾ ਕਾਰੋਬਾਰ ਕਿਵੇਂ ਚੱਲੇ। ਤੇ ਇਸ ਚੀਜ਼ ਨੂੰ ਵੇਖਦੇ ਹੋਏ ਉਹਨਾਂ ਨੇ, ਦਿੱਲੀ ਗਵਰਨਮੈਂਟ ਨੇ ਨੋਟੀਫਿਕੇਸ਼ਨ ਲਿਆਂਦਾ, ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹੀ ਕਹੀ ਗਈ ਕਿ ਜਿਹੜੇ ਸਕੂਲਸ ਕੁਆਟਰਲੀ ਫੀਸ ਲੈਂਦੇ ਸੀ, ਕਿ 3 ਮਹੀਨਿਆਂ ਦੀ ਫੀਸ ਜਿਹੜੀ ਲੈਂਦੇ ਸੀਗੇ ਉਹ ਲੈਣਗੇ ਮੰਥਲੀ, ਹਰ ਮਹੀਨੇ ਫੀਸ ਲਿੱਤੀ ਜਾਏਗੀ ਔਰ ਸਿਰਫ ਟਿਊਸ਼ਨ ਫੀਸ ਲਿੱਤੀ ਜਾਏਗੀ, ਹੋਰ ਉਸ ਤੋਂ ਇਲਾਵਾ ਕੋਈ ਚਾਰजेस ਨਹੀਂ ਲਿੱਤੇ ਜਾਣਗੇ। ਬਟ ਕਈ ਪੇਰੈਂਟਸ ਨੂੰ ਇਹ ਗਵਾਰਾ ਨਾ ਹੋਇਆ, ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਦੁਬਾਰਾ ਰਿਟ ਪਾਈ ਕਿ ਜਿਹੜੀ ਟਿਊਸ਼ਨ ਫੀਸ ਹੈ ਉਹ ਅਸੀਂ ਨਹੀਂ ਦੇ ਸਕਦੇ। ਸਾਡੇ ਕੁਝ ਦੇਖੋ, ਜੇਕਰ ਪੰਜਾਬ ਦੇ ਵਿੱਚ ਹਾਲਾਤ ਮਾੜੇ ਨੇ ਤੇ ਇੱਥੇ ਵੀ ਥੋੜੇ ਜਿਹੇ ਹਾਲਾਤ ਮਾੜੇ ਨੇ, ਕਿਉਂਕਿ ਇੱਥੇ ਵੀ ਕਈ ਜਿਹੜੇ ਓਲਾ ਉਬਰ ਡਰਾਈਵਰਸ ਹੁੰਦੇ ਸੀਗੇ ਜਾਂ ਜਿਹੜੇ ਬਿਊਟੀ ਪਾਰਲਰਸ ਵਾਲੇ ਜਾਂ ਹੋਰ ਜਿਹੜੇ ਰੋਜ਼ਮਰਾਜਾ ਵਾਲੇ ਜਿਹੜੇ ਨੌਕਰੀ ਪੇਸ਼ਾ ਜਾਂ ਮਜ਼ਦੂਰ ਲੋਕ ਹੁੰਦੇ ਸੀਗੇ, ਜਿਹੜੇ ਮੁਸ਼ਕਿਲ ਨਾਲ ਚਾਹੁੰਦੇ ਸੀਗੇ ਕਿ ਸਾਡਾ ਬੱਚਾ ਇੱਕ ਅੱਛੇ ਸਕੂਲ ਵਿੱਚ ਪੜ੍ਹੇ, ਤੇ ਉਹ ਫੀਸ ਨਾ ਦੇ ਪਾਉਣ ਕਰਕੇ ਉਹਨਾਂ ਨੇ ਇੱਕ ਰਿਟ ਪਾਈ। ਤੇ ਜਿਹੜਾ ਹਾਈ ਕੋਰਟ ਸਿੰਗਲ ਬੈਂਚ ਨੇ 17 ਅਪ੍ਰੈਲ ਨੂੰ ਆਰਡਰ ਕੀਤਾ ਸੀਗਾ, ਉਹ ਇਹੀ ਕੀਤਾ ਸੀਗਾ ਕਿ ਟਿਊਸ਼ਨ ਫੀਸ ਜਿਹੜੀ ਹੈ ਉਹ ਸਕੂਲ ਦਾ ਹੱਕ ਹੈ, ਉਹ ਕਿਉਂਕਿ ਉਹ ਪੜ੍ਹਾ ਰਹੇ ਨੇ,
और ट्यूशन का मतलब इहो है कि पढ़ाना, कि ਉਹ ਪੜ੍ਹਾ ਰਹੇ ਨੇ, ਇਸ ਕਰਕੇ ਜਿਹੜੀ ਟਿਊਸ਼ਨ ਫੀਸ ਹੈ ਉਹ ਮੰਥਲੀ ਲਿੱਤੀ ਜਾਏ। ਤੀਜਾ ਜਿਹੜਾ ਫੈਸਲਾ ਨੋਟੀਫਿਕੇਸ਼ਨ ਦੇ ਵਿੱਚ ਦਿੱਲੀ ਗਵਰਨਮੈਂਟ ਨੇ ਦਿੱਤਾ ਸੀਗਾ ਕਿ ਕੋਈ ਵੀ ਸਕੂਲ ਟਿਊਸ਼ਨ ਫੀਸ ਨਹੀਂ ਵਧਾਏਗਾ, ਅਗਰ ਵਧਾਣੀ ਹੈ ਤੇ ਤੁਸੀਂ ਸਾਨੂੰ ਆਪਣੇ ਅਕਾਊਂਟ ਸਬਮਿਟ ਕਰੋ, ਸਰਕਾਰ ਫੈਸਲਾ ਲਏਗੀ ਕਿ ਤੁਸੀਂ ਟਿਊਸ਼ਨ ਫੀਸ ਵਧਾ ਸਕਦੇ ਹੋ ਜਾਂ ਨਹੀਂ ਵਧਾ ਸਕਦੇ ਹੋ। ਤੇ ਇਸ ਕਰਕੇ ਹੁਣੇ ਤੱਕ ਦਿੱਲੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਆਇਆ, ਕਿਸੇ ਵੀ ਸਕੂਲ ਨੇ ਕੋਈ ਟਿਊਸ਼ਨ ਫੀਸ ਨਹੀਂ ਵਧਾਈ। ਸਿਰਫ ਜੋ ਟਿਊਸ਼ਨ ਫੀਸ ਪਹਿਲੇ ਲੈਂਦੇ ਸੀਗੇ, ਪਿਛਲੇ ਸਾਲ ਤੱਕ ਜੋ ਟਿਊਸ਼ਨ ਫੀਸ ਲੈਂਦੇ ਸੀਗੇ ਬੱਚਿਆਂ ਕੋਲੋਂ, ਉਹੀ ਟਿਊਸ਼ਨ ਫੀਸ ਅੱਜ ਤੱਕ ਡਿਮਾਂਡ ਕੀਤੀ ਜਾ ਰਹੀ ਹੈ ਬੱਚਿਆਂ ਕੋਲੋਂ। ਤੇ ਬੱਚੇ ਹੁਣੇ ਤੱਕ ਕਾਫੀ ਕੇਸਿਸ ਅਸੀਂ ਸੁਣੇ ਨੇ ਕਿ ਉਹ ਪੇ ਕਰ ਰਹੇ ਨੇ, ਕਾਫੀ ਪ੍ਰੋਬਲਮ ਵੀ ਨੇ ਬਟ ਕਾਫੀ ਪੇ ਵੀ ਹੋ ਰਹੇ ਨੇ। ਪੰਜਾਬ ਵਾਂਗੂ, ਪਰ ਜਿਹੜੀ ਪੰਜਾਬ ਵਾਂਗੂ ਮੁਸੀਬਤ ਹੈ ਉਹ ਮੁਸੀਬਤ ਜਿਹੜੀ ਹੈ ਉਹ ਨਹੀਂ ਹੈਗੀ, ਇਹ ਆਪਣੇ ਆਪ 'ਚ ਜਿਹੜਾ ਇੱਕ ਰਾਹਤ ਹੈਗੀ ਹੈ। ਐਡਵੋਕੇਟ ਲਵਲੀ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਹੁਣ? ਹਾਂਜੀ, ਲਵਨੀਸ਼ ਠਾਕੁਰ ਜੀ। ਐਡਵੋਕੇਟ ਠਾਕੁਰ ਹੋਣਾ ਨਾਲ ਸਾਡਾ ਵਿਜੇ ਸੰਪਰਕ। ਹਾਂਜੀ ਠਾਕੁਰ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਮੇਰੇ ਕਨੈਕਸ਼ਨ ਦੇ ਵਿੱਚ ਦਿੱਕਤ ਹੈ, ਮੈਂ ਤੁਹਾਨੂੰ ਸੁਣ, ਹਾਂ ਮੈਨੂੰ ਆਵਾਜ਼ ਆ ਰਹੀ ਹੈ ਪਰ ਵਿੱਚ ਬਿਲਕੁਲ ਜੀ, ਮੈਂ ਤੁਹਾਨੂੰ ਸੁਣ ਪਾ ਰਿਹਾ ਐਡਵੋਕੇਟ ਠਾਕੁਰ, ਸੁਣ ਨਹੀਂ ਪਾ ਰਿਹਾ ਅੱਛੇ ਤਰੀਕੇ ਨਾਲ ਜੀ ਜੀ। ਮੈਂ ਜ਼ਰੂਰ ਤੁਹਾਡੇ ਕੋਲ ਆਪਣਾ ਕੁਐਸਚਨ ਜਿਹੜਾ ਦੁਬਾਰਾ ਰਿਪੀਟ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਮੀਕਰਨ ਲੱਗਦੇ ਨੇ, ਇਹ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਕੇਸ ਇਸ ਵੇਲੇ ਪੈਂਡਿੰਗ ਹੈਗਾ, ਇਹਦਾ ਰੁਖ ਕਿਸ ਪਾਸੇ ਨੂੰ ਹੋ ਸਕਦਾ, ਕੀ ਉਮੀਦਾਂ ਨੇ ਸਾਨੂੰ ਇਹਦੇ ਤੋਂ? ਦੇਖੋ ਮਨੀਸ਼ ਜੀ, ਉਮੀਦ ਸਾਨੂੰ ਪੂਰੀ ਹੈ ਕਿ ਅਦਾਲਤ ਸਾਡੇ ਹੱਕ ਦੇ ਵਿੱਚ ਫੈਸਲਾ ਦੇਗਾ, ਔਰ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਅਦਾਲਤ ਨੂੰ ਜ਼ਮੀਨ ਤੇ ਜੋ ਸੱਚਾਈ ਹੈ ਉਹ ਅਸੀਂ ਦਿਖਾ ਪਾਈਏ, ਕਿਉਂਕਿ ਪ੍ਰਾਈਵੇਟ ਸਕੂਲਾਂ ਨੇ ਇੱਕ ਇਸ ਤਰ੍ਹਾਂ ਦੀ ਪਿਕਚਰ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਮਾਪੇ ਨੇ ਇਹ ਜਾਣ ਕੇ ਫੀਸਾਂ ਨਹੀਂ ਚਾਹੁੰਦੇ, ਔਰ ਅਸੀਂ ਇਹ ਦੱਸ ਰਹੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਸਾਰੇ ਲੋਕਾਂ ਦੀਆਂ ਗਈਆਂ ਨੇ ਔਰ ਬਹੁਤ ਸਾਰੇ ਲੋਕੀ ਫਾਈਨੈਂਸ਼ੀਅਲ ਟਰਮੋਇਲ ਚੋਂ ਲੰਘ ਰਹੇ ਨੇ। ਇਹ ਸਾਰੀ ਗੱਲ ਅਸੀਂ ਜਿਹੜੀ ਹੈ ਉਹ ਹਰ ਤਰ੍ਹਾਂ ਦੇ ਐਵੀਡੈਂਸ ਦੇ ਰੂਪ ਦੇ ਨਾਲ ਅਸੀਂ ਅੱਗੇ ਰੱਖ ਰਹੇ ਹਾਂ, ਔਰ ਤੁਹਾਨੂੰ ਉਮੀਦ ਹੈ ਕਿ ਸਾਡੇ ਹੱਕ ਦੇ ਵਿੱਚ ਫੈਸਲਾ ਆਏਗਾ। ਔਰ ਅਸੀਂ ਅੱਜ ਵੀ ਥੋੜੀ ਜਿਹੀ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਦੋ ਸਟੈਪ ਅਸੀਂ ਅੱਜ ਉੱਪਰ ਗਏ ਹਾਂ, ਜਿਹੜਾ ਕਿ ਪਿਛਲਾ ਫੈਸਲਾ ਸੀ ਉਹਦੇ ਨਾਲੋਂ ਅਸੀਂ ਬੱਚਿਆਂ ਨਾਮ ਸਟਰਕ ਆਫ ਹੋਣ ਤੋਂ ਉਹ ਕੁਝ ਹੱਦ ਤੱਕ ਉਹ ਸਿਕਿਉਰ ਹੋਏ ਨੇ। ਪਰ ਅੱਗੇ ਅਸੀਂ ਹੋਰ ਵੀ ਚਾਹਾਂਗੇ ਕਿ ਜਿਹੜੀ ਸਾਡਾ ਫੰਡਾਮੈਂਟਲ ਰਾਈਟ ਹੈ ਐਜੂਕੇਸ਼ਨ ਦਾ, 6 ਤੋਂ 14 ਸਾਲ ਦੇ ਬੱਚੇ ਜਿਹੜੀ RTE ਦੇ ਵਿੱਚ ਵੀ ਸਾਨੂੰ ਰਾਈਟ ਗਿਆ, ਘੱਟੋ ਘੱਟ ਉਹ ਫੰਡਾਮੈਂਟਲ। ਔਰ ਅਸੀਂ ਇਹ ਵੀ ਦੱਸਣ ਨੂੰ ਕੋਸ਼ਿਸ਼ ਕਰ ਰਹੇ ਹਾਂ ਕੋਟਾ ਕਿ ਸਕੂਲ ਜਿਹੜੇ ਨੇ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ, ਇਹ ਪਿਛਲੇ ਸਾਲ ਤੋਂ 15 ਸਾਲ ਤੋਂ 20 ਸਾਲ, ਔਰ ਇਹ ਲਗਾਤਾਰ ਫੀਸਾਂ ਲੈ ਰਹੇ ਨੇ। ਅੱਜ ਤੱਕ ਕਦੀ ਨਹੀਂ ਹੋਇਆ ਕਿ ਇਹਨਾਂ ਨੂੰ ਫੀਸਾਂ ਰੁਕ ਗਈਆਂ ਹੋਣ, ਠੀਕ ਹੈ, ਚਾਹੇ ਸਮਰ ਬ੍ਰੇਕਸ ਹੋਵੇ, ਵਿੰਟਰ ਬ੍ਰੇਕਸ ਹੋਵੇ, ਠੀਕ ਹੈ, ਹਰ ਤਰ੍ਹਾਂ ਦੀ ਫੀਸ ਇਹਨਾਂ ਨੂੰ ਹਮੇਸ਼ਾ ਜਾਂਦੀ ਰਹੀ ਹੈ। ਔਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਹਨਾਂ ਦੀ ਫੀਸ ਕਿਸੇ ਕਾਰਨ ਰੁਕੀ ਹੈ। ਤਾਂ ਵੈਸੇ ਸਾਰੇ ਟਰਸਟ ਨੇ ਔਰ ਇਹ ਕਹਿ ਕੇ ਇਹਨਾਂ ਨੇ ਸਸਤੀਆਂ ਜ਼ਮੀਨਾਂ ਲਈਆਂ ਨੇ, ਹੋਰ ਫੈਸਿਲਿਟੀਆਂ ਲੈਂਦੇ ਨੇ ਕਿ ਸਾਡਾ ਮੇਨ ਮੰਤਵ ਜਿਹੜਾ ਆ ਉਹ ਲੋਕਾਂ ਦੀ ਸੇਵਾ ਕਰਨਾ ਹੈ। ਪਰ ਜਦੋਂ ਇਹ ਸੇਵਾ ਦੀ ਲੋੜ ਪਈ, ਜਦੋਂ ਲੋਕਾਂ ਦੇ ਉੱਤੇ ਇਹ ਮੁਸੀਬਤ ਆਈ, ਤਾਂ ਇਹਨਾਂ ਨੇ ਲੋਕਡਾਊਨ ਦੇ ਵਿੱਚ ਹੀ ਇਹ ਕੋਰਟ ਦੇ ਵਿੱਚ ਪਹੁੰਚ ਗਏ। ਇਹਨਾਂ ਨੇ ਇਹ ਨਹੀਂ ਸੋਚਿਆ ਚਲੋ ਇੱਕ ਮਹੀਨਾ 2 ਮਹੀਨਾ ਨਿਕਲ ਜਾਵੇ, ਫੀਸਾਂ ਬਾਅਦ ਚੋਂ ਲੈ ਲਾਂਗੇ। ਇਹ ਪੂਰੀ ਇਹਨਾਂ ਨੇ ਜ਼ੋਰ ਲਾਤਾ, ਇਹ ਕੋਰਟ ਪਹੁੰਚੇ, ਹੁਣੇ ਹੀ ਪੈਸੇ ਦਿਓ। ਇਹ ਜਿਹੜਾ ਇਹਨਾਂ ਦਾ ਹੈਗਾ ਵਿੱਚ ਕੋਰਟ ਜਾ ਕੇ ਪਟੀਸ਼ਨ ਦਾਇਰ ਔਰ ਫੀਸ ਲਈ ਮਤਲਬ ਆਰਗਿਊ ਕਰਨਾ, ਇਹ ਇਹਨਾਂ ਦੀ ਜਿਹੜੀ ਭੂਮਿਕਾ ਹੈ ਉਹਨਾਂ ਨੂੰ ਘੇਰੇ ਦੇ ਵਿੱਚ ਲੈ ਕੇ ਆਂਦਾ ਹੈ। ਇਹਦੇ ਤੇ ਸ਼ੱਕ ਜਿਹੜਾ ਹੈ ਉਹ ਕ੍ਰੀਏਟ ਕਰਦਾ ਹੈ ਕਿ ਇਹ ਸੱਚੀ ਇਹ ਇੱਕ ਸੰਸਥਾਨ ਨੇ ਜਾਂ ਇੱਕ ਵਪਾਰਕ ਕੇਂਦਰ ਨੇ। ਪਰ ਐਡਵੋਕੇਟ ਸਾਹਿਬ, ਮੈਂ ਜ਼ਰੂਰ ਇੱਥੇ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕਈ ਮੁਲਕ ਜਿਹੜੇ ਨੇ ਮਹਾਮਾਰੀ ਦੇ ਦੌਰ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਇਸ ਮਹਾਮਾਰੀ ਦੇ ਖਿਲਾਫ ਜੰਗ ਜਿੱਤ ਚੁੱਕੇ ਹੋਏ ਹਾਂ। ਕਹਿਣ ਤੋਂ ਭਾਵ ਕਿ ਉਹਨਾਂ ਦੇ ਕਾਰੋਬਾਰ ਜਿਹੜੇ ਨੇ ਖੁੱਲ ਚੁੱਕੇ ਹੋਏ, ਕਹਿਣ ਤੋਂ ਭਾਵ ਕਿ ਉਹ ਆਪਣੇ ਦੁਬਾਰਾ ਕੰਮ ਕਾਜ ਉਹਨਾਂ ਨੇ ਜਿਹੜਾ ਦੁਬਾਰਾ ਉਹ ਚਲਾ ਲਿਆ ਹੋਇਆ। ਮੈਂ ਜ਼ਰੂਰ ਤੁਹਾਡੇ ਕੋਲ ਇੱਥੇ ਇੱਕ ਸਵਾਲ ਕਰਦਾ ਕਿ ਜੇ ਇਸੇ ਤਰੀਕੇ ਨਾਲ ਇਹ ਕੇਸ ਲਿੰਗਰ ਹੋਣ ਰਿਹਾ ਤਾਂ ਫੈਸਲਾ ਜੇ ਸਮੇਂ ਸਿਰ ਨਹੀਂ ਆਇਆ ਤਾਂ ਇਹਦਾ ਫਾਇਦਾ ਕੀ ਹੋਵੇਗਾ? ਮੰਨ ਲਓ ਕਿ 3-4 ਮਹੀਨੇ ਬਾਅਦ ਅਗਰ ਪੰਜਾਬ ਦੇ ਵਿੱਚ ਦੁਬਾਰਾ ਰੌਣਕਾਂ ਆ ਜਾਂਦੀਆਂ ਨੇ, ਕਾਰੋਬਾਰ ਖੁੱਲ ਜਾਂਦੇ ਨੇ, ਤਾਂ ਲੋਕੀ ਆਪਣੇ ਕਾਰੋਬਾਰ ਦੇ ਵਿੱਚ ਵਾਪਸ ਚਲੇ ਜਾਣਗੇ, ਉਸ ਵੇਲੇ ਸਮਰੱਥ ਹੋ ਜਾਣਗੇ ਕਿ ਉਹ ਫੀਸਾਂ ਦੇ ਸਕਣ। ਤਾਂ ਫਿਰ ਇਹ ਜਿਹੜਾ ਵਿੱਚ ਗੈਪ ਪਵੇਗਾ, ਇਹਦਾ ਕੀ ਆਪਾਂ ਨੂੰ ਫਾਇਦਾ ਕੀ ਹੋਵੇਗਾ? ਇਹਦਾ ਕਿ ਇਹ ਆਪਾਂ ਨੂੰ ਸਾਰੀ ਇਕੱਠੀ ਪੇਮੈਂਟ ਦੇਣੀ ਪਵੇਗੀ ਜਾਂ ਆਪਾਂ ਨੂੰ ਜਿਹੜੀ ਫੌਰੀ ਰਾਹਤ ਮਿਲਣੀ ਚਾਹੀਦੀ ਜਿਹੜੀ ਨਹੀਂ ਮਿਲੀ, ਉਹਦਾ ਕੀ ਨੁਕਸਾਨ ਹੈ ਆਮ ਲੋਕਾਂ ਨੂੰ?
ਉਹੀ ਗੱਲ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਲੋਕਡਾਊਨ ਦਾ ਪੀਰੀਅਡ ਲੱਗਿਆ ਇਹਦੀ ਫੀਸ ਤਾਂ ਬਿਲਕੁਲ ਹੀ ਮਾਫ ਕੀਤੀ ਜਾਵੇ, ਕਿਉਂਕਿ ਜੇ ਤੁਸੀਂ ਬਾਅਦ ਚ ਵਰਕ ਕਰੋਗੇ ਤਾਂ ਹਜੇ ਤਾਂ ਕੰਮ ਖੁੱਲ੍ਹਣਗੇ ਤੇ ਲੋਕੀ ਕਰਨਗੇ ਤੇ ਲੋਕੀ ਆਪਣੇ ਹੋਰ ਜਿਹੜੇ ਕਈ ਲੋਕ ਜਿਹੜੇ ਨੇ, ਜਦੋਂ ਅਸੀਂ ਜ਼ਮੀਨ ਤੇ ਜਾ ਕੇ ਦੇਖਦੇ ਹਾਂ, ਕਈ ਲੋਕ ਹਜੇ ਉਧਾਰ ਲੈ ਕੇ ਆਪਣੀਆਂ ਬੇਸਿਕ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ, ਜਿੱਦਾਂ ਰਾਸ਼ਨ, ਮੈਂ ਆਪਣੀ ਟੀਮ ਨੂੰ ਇਲੈਕਟ੍ਰਿਸਿਟੀ ਬੇਨਤੀ ਦੀਆਂ, ਕਰਦਾ ਕਿ ਤੇ ਉਹ ਐਡਵੋਕੇਟ ਸਾਹਿਬ ਬੰਦੇ ਨਾਲ ਜਿਹੜੀ ਜਿੱਦਾਂ ਹੀ ਕੰਮ ਆਵਾਜ਼ ਹੈ ਉਹ ਖੁੱਲ ਕਲੀਅਰ ਸੁਣਾਈ ਨਹੀਂ ਦੇ ਰਹੀ, ਪਲੀਜ਼ ਉਹਨਾਂ ਨੂੰ ਡਿਸਕਨੈਕਟ ਕਰਕੇ ਰੀਕਨੈਕਟ ਜਿਹੜਾ ਉਹ ਜ਼ਰੂਰ ਕੀਤਾ ਜਾਵੇ, ਕਿਉਂਕਿ ਡਿਸਟਰਬੈਂਸ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ। ਮੈਂ ਜ਼ਰੂਰ ਆਪਣੀ ਟੀਮ ਨੂੰ ਬੇਨਤੀ ਕਰਦਾ ਕਿ ਇਹਨੂੰ ਜਿਹੜਾ ਇਮੀਡੀਏਟਲੀ ਠੀਕ ਕਰਵਾਇਆ ਜਾਵੇ। ਮੈਂ ਇਸ ਵੇਲੇ ਜਿਹੜਾ DEO ਸਾਹਿਬ ਰਿਟਾਇਰਡ ਨੇ ਉਹਨਾਂ ਕੋਲ ਜਾਣਾ। ਪੰਜਾਬ ਦੇ ਵਿੱਚ ਇਹਨਾਂ ਨੇ ਸਰਕਾਰੀ ਸਕੂਲਾਂ ਦਾ ਸਾਰਾ ਸਿਸਟਮ ਜਿਹੜਾ ਉਹ ਵੇਖਿਆ ਵੀ ਹੈ, ਦੇਖਿਆ ਵੀ ਹੈ। ਮੇਰੀ ਮੁਰਾਦ ਜਿਹੜੀ ਕੁਲਭੂਸ਼ਣ ਬਾਜਵਾ ਜੀ ਕੋ ਹੈਗੀ ਹੈ। ਬਾਜਵਾ ਸਾਹਿਬ, ਜਿਸ ਤਰੀਕੇ ਨਾਲ ਸਤਨਾਮ ਦਾਊ ਜਿਹੜੇ ਕਿ ਪੇਰੈਂਟਸ ਨੇ ਉਹਨਾਂ ਨੇ ਗੱਲ ਕੀਤੀ ਹੈ ਕਿ 27-28 ਲੱਖ ਜਿਹੜੇ ਬੱਚੇ ਨੇ ਇਸ ਵੇਲੇ ਤਕਰੀਬਨ ਪ੍ਰਾਈਵੇਟ ਸਕੂਲਾਂ ਦੇ ਰਹਿਮੋ ਕਰਮ ਦੇ ਉੱਤੇ ਜਿਹੜੇ ਕਹਿੰਦੇ ਨੇ ਕਿ ਅਸੀਂ ਫੀਸਾਂ ਲੈਣੀਆਂ ਵੀ ਹੈ ਤਦ ਸਾਡਾ ਗੁਜ਼ਾਰਾ ਜਿਹੜਾ ਹੋਣਾ। ਪਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਖਬਰ ਵੀ ਵੇਖੀ ਕਿ ਤਕਰੀਬਨ 2.5 ਲੱਖ ਦੇ ਕਰੀਬ ਜਿਹੜੇ ਬੱਚੇ ਹੈਗੇ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦਾ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਲੈ ਗਏ। ਹੁਣ ਜਿਸ ਤਰ੍ਹਾਂ ਇਹਨਾਂ ਨੇ ਗਿਣਤੀ ਦੱਸੀ ਕਿ 40 ਲੱਖ ਬੱਚੇ ਪਹਿਲਾਂ ਹੀ ਸਰਕਾਰੀ ਸਕੂਲਾਂ ਦੇ ਵਿੱਚ ਹੈਗੇ ਨੇ। ਆਪਾਂ ਪਹਿਲਾਂ ਹੀ ਕਹਿੰਦੇ ਕਿ ਸਕੂਲਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਘਾਟ ਹੈਗੀ ਹੈ। ਜੇ ਸਰਕਾਰ ਨੂੰ ਲੱਗ ਰਿਹਾ ਕਿ ਅਸੀਂ ਮਾਪਿਆਂ ਨੂੰ ਫੌਰੀ ਰਾਹਤ ਜਿਹੜੀ ਨਹੀਂ ਦੇ ਪਾ ਰਹੇ, ਤਾਂ ਕੀ ਉਹ ਸਰਕਾਰੀ ਸਕੂਲਾਂ ਦੇ ਜਿਹੜਾ ਸਿਸਟਮ ਹੈਗਾ, ਜਿਹੜਾ ਉੱਥੇ ਸਮਾਨ ਚਾਹੀਦਾ, ਜਿਹੜਾ ਇਨਫਰਾਸਟ੍ਰਕਚਰ ਉੱਥੇ ਚਾਹੀਦਾ, ਕੀ ਉਹ ਮੁਹੱਈਆ ਕਰਵਾ ਪਾਉਣਗੇ ਜਾਂ ਉਹਦੀ ਤਿਆਰੀ ਕੀਤੀ ਜਾ ਰਹੀ ਹੈ? ਜਾਂ ਜਿਸ ਤਰ੍ਹਾਂ ਪ੍ਰਾਈਵੇਟ ਸਕੂਲ ਇਸ ਵੇਲੇ ਕਲੇਮ ਕਰ ਰਹੇ ਨੇ ਕਿ ਅਸੀਂ ਬੱਚਿਆਂ ਨੂੰ ਘਰਾਂ ਦੇ ਵਿੱਚ ਐਜੂਕੇਸ਼ਨ ਸਿਲੇਬਸ ਭੇਜ ਕੇ ਉਹਨਾਂ ਨੂੰ ਪੜ੍ਹਾ ਰਹੇ ਹਾਂ, ਕਿ ਸਰਕਾਰੀ ਸਕੂਲ ਦੇ ਟੀਚਰ ਵੀ ਜਿਹੜੇ ਨੇ ਉਸੇ ਤਰੀਕੇ ਨਾਲ ਉਹਦੀ ਬਰਾਬਰੀ ਕਰ ਪਾਉਣਗੇ? ਇਹ ਦੋਨੋਂ ਪ੍ਰਸ਼ਨ ਕੀਤੇ ਨੇ ਮਨੀਸ਼ ਜੀ। ਇਹਨਾਂ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਕਿ ਤੁਸੀਂ ਆਪ ਹੀ ਦੱਸਿਆ ਹੈ ਕਿ 2.5 ਲੱਖ ਜਿਹੜਾ ਬੱਚਾ ਹੈਗਾ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਤੋਂ ਹਟ ਕੇ ਆਇਆ, ਕਿਉਂ ਆਇਆ? ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਸਾਡੇ ਕੋਲੇ ਵਧੀਆ ਕੁਆਲਿਟੀਜ਼ ਦੇ ਵਧੀਆ ਇਨਫਰਾਸਟ੍ਰਕਚਰ ਹੈ, ਜਿਹਦੇ ਵਿੱਚ ਅਸੀਂ ਤਕਰੀਬਨ ਸਾਰੇ ਹੀ ਸਕੂਲਾਂ ਦੇ ਵਿੱਚ ਵਧੀਆ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਨੇ। ਉਹਨਾਂ ਕਰਕੇ ਹੀ ਜਿਹੜਾ ਹੈ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ 2.5 ਲੱਖ ਬੱਚਾ ਇਹਨਾਂ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਕੱਟ ਕੇ ਆਇਆ ਹੈਗਾ। ਆਰਟੀ ਦੇ ਜਿਹੜਾ ਨਿਯਮ ਹੈਗਾ ਉਹਦੇ ਮੁਤਾਬਕ 8ਵੀਂ ਤੱਕ ਦਾ ਸਾਡੇ ਬਿਲਕੁਲ ਹੀ ਸਾਰਾ ਕੁਝ ਫ੍ਰੀ ਹੈ, ਕੋਈ ਫੀਸ ਨਹੀਂ ਲੈਣੀ। +2 ਤੱਕ ਜਿਹੜੀਆਂ ਸਾਡੇ ਕੋਲ ਗਰਲਸ ਹੈਗੀਆਂ ਉਹਨਾਂ ਦੀ ਫੀਸ ਮਾਫ ਹੈਗੀ ਹੈ। ਬਾਕੀ ਅਸੀਂ ਸਾਰੀ ਇਹਨਾਂ ਦੀ ਯੂਨੀਫਾਰਮ ਹੈ, ਖਾਣਾ ਹੈ, 8ਵੀਂ ਤੱਕ ਇਹ ਫ੍ਰੀ ਮੁਹੱਈਆ ਕਰਾਇਆ ਜਾ ਰਿਹਾ ਹੈ। ਹਰ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ। ਕਿਉਂਕਿ ਜਿਹੜੀ ਇਹ ਗਿਣਤੀ ਵਧੀ ਹੈ ਆਪਣੇ ਆਪ ਨਹੀਂ ਵਧੀ, ਕਿਉਂਕਿ ਜਿਹੜੇ ਇਹ ਸਾਡੇ ਪ੍ਰੋਜੈਕਟ ਪਿੱਛੇ ਚੱਲੇ ਸਮਾਰਟ ਸਕੂਲਾਂ ਸੰਬੰਧੀ ਤੇ ਮਿਸ਼ਨ ਸ਼ਤ-ਪ੍ਰਤੀਸ਼ਤ ਸੰਬੰਧੀ, ਉਹਨਾਂ ਨੂੰ ਦੇਖਦਿਆਂ ਹੋਏ ਜਿਹੜੇ ਬੱਚੇ ਨੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਆਏ ਨੇ, ਤੇ ਇਹਨਾਂ ਲਈ ਕੋਈ ਮੁਹੱਈਆ ਮਤਲਬ ਜਿਹੜੇ ਤੁਸੀਂ ਕਿਹਾ ਮੁਹੱਈਆ ਕਰਵਾਏ ਜਾ ਸਕਣਗੇ ਉਹ ਕਰਵਾਏ ਜਾ ਚੁੱਕੇ ਨੇ। ਜਿਨ੍ਹਾਂ ਵਿੱਚ ਹੈ ਉਹਨਾਂ ਵਿੱਚ ਵੀ ਹੋਰ ਵੀ ਵਧੀਆ ਇਨਫਰਾਸਟ੍ਰਕਚਰ ਦਿੱਤਾ ਜਾ ਰਿਹਾ ਸਾਡੇ ਕੋਲੇ। ਤੇ ਜਿਹੜੇ ਤੁਸੀਂ ਸਮਝਿਆ ਜਿਹੜੇ ਬੱਚੇ ਸਾਡੇ ਕੋਲੇ ਆਉਣਗੇ ਜਿੱਦ ਉਹਨਾਂ ਦਾ ਤਾਂ ਪ੍ਰੈਜ਼ੈਂਟ ਜਿਹੜਾ ਅੱਜ ਕੱਲ੍ਹ ਦਾ ਰੁਝਾਨ ਚੱਲ ਰਿਹਾ ਹੈ ਉਹਦੇ ਵਿੱਚ ਆਨਲਾਈਨ ਜ਼ਿਆਦਾ ਲਾਕਡਾਊਨ ਲੱਗਿਆ, ਆਨਲਾਈਨ ਸਟੱਡੀ ਸਾਡੇ ਸਕੂਲਾਂ ਦੇ ਵਿੱਚ ਜਾਰੀ ਹੈ। ਜਿਨ੍ਹਾਂ ਦੇ ਵਿੱਚ ਅਸੀਂ ਜਿਹੜੀ ਆਪਣਾ ਸਰਵੇ ਕੀਤਾ ਹੈ 70% ਜਿਹੜੇ ਬੱਚੇ ਉਹਨਾਂ ਕੋਲੇ ਮੋਬਾਈਲ ਹੈਗੇ ਨੇ, ਤੇ ਬਾਕੀਆਂ ਕੋਲੇ ਜਿਹੜੇ ਹੈਗੇ ਨਹੀਂ ਹੈਗੇ ਉਹਨਾਂ ਦੇ ਲਈ ਜਿਹੜੇ ਨੇੜੇ ਤੇੜੇ ਦੇ ਉਹਨਾਂ ਦੇ ਬੱਚੇ ਗੁਆਂਢੀ ਨੇ, ਉਹ ਬੱਚੇ ਉਹਨਾਂ ਦੇ ਨਾਲ ਜਾ ਕੇ ਜਿਹੜਾ ਲੈਕਚਰ ਆਉਂਦਾ ਆਕਾਸ਼ਬਾਣੀ ਦੇ ਉੱਪਰ 100.2 ਆਕਾਸ਼ਬਾਣੀ ਪਟਿਆਲਾ ਹੈ, ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਲੈਕਚਰ ਜਾਂਦੇ ਨੇ। ਡੀਡੀ ਪੰਜਾਬੀ ਤੇ ਜਿਹੜਾ ਆਪਣਾ ਸਵੈਮ ਪ੍ਰਦਾ ਹੈ ਉਹਨਾਂ ਦੇ ਸਾਡੇ ਵੀਡੀਓ ਲੈਕਚਰ ਡੇਲੀ 6 ਸਬਜੈਕਟ ਨੇ ਸਾਡੇ ਜਿਹੜੇ ਉਦੋਂ ਤੋਂ ਹੀ ਚੱਲ ਰਹੇ ਨੇ, ਜਿਨ੍ਹਾਂ ਦੇ ਨਾਲ ਸਾਡੇ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਨੇ। ਆਨਲਾਈਨ ਦੇ ਜਿਹੜੇ ਲੈਕਚਰ ਹੈਗੇ ਨੇ ਜੀ ਉਹਨਾਂ ਦੇ ਜਿਹੜੇ ਕੀਤੇ ਗਏ ਨੇ, ਉਹਨਾਂ ਦੇ ਅੱਜ ਕੱਲ੍ਹ ਸਾਡੇ ਐਗਜ਼ਾਮ ਵੀ ਚੱਲਦੇ ਨੇ, ਐਗਜ਼ਾਮ ਆਨਲਾਈਨ ਹੋ ਰਹੇ ਨੇ। ਜਿਹੜੇ ਬੱਚੇ ਕੋਲੇ ਨਹੀਂ ਪਹੁੰਚ ਰਿਹਾ, ਸਾਡੇ ਬੜੀ ਗਰੁੱਪ ਬਣਾਏ ਹੋਏ ਨੇ, ਉਹ ਬੱਚੇ ਉਹਨਾਂ ਦੇ ਕੋਲ ਜਾ ਕੇ ਕੁਐਸਚਨ ਪੇਪਰ ਬੱਚਿਆਂ ਕੋਲੇ ਜਾਂਦੇ ਨੇ ਜਿਨ੍ਹਾਂ ਕੋਲੇ ਮੋਬਾਈਲ ਫੈਸਿਲਿਟੀ ਨਹੀਂ ਹੈ, ਉਹਨਾਂ ਤੋਂ ਕਲੈਕਟ ਕਰਕੇ ਸਕੂਲਾਂ ਦੇ ਵਿੱਚ ਬਾਕਸਿਸ ਲਗਾਏ ਗਏ ਨੇ। ਉਹ ਬਾਕਸਿਸ ਦੇ ਵਿੱਚ ਵੀ ਪਾ ਦਿੱਤੇ ਜਾਂਦੇ ਨੇ ਅਤੇ ਅੱਗੇ ਤੋਂ
ਉਹ ਜਿਹੜਾ ਹੈ ਸਕੂਲ ਟੀਚਰ ਦੇ ਕੋਲ ਆਨਲਾਈਨ ਉਹ ਜਿਹੜਾ ਉਹਨਾਂ ਦਾ ਹੱਲ ਕੀਤਾ ਹੋਇਆ ਉੱਤਰ ਹੈਗਾ ਚਲਾ ਜਾਂਦਾ, ਅਵੈਲੂਏਸ਼ਨ ਹੋ ਜਾਂਦੀ ਹੈ। ਤੇ ਜਿਹੜੇ ਸਾਡੇ ਅਧਿਆਪਕ ਨੇ ਉਹ ਡਾਇਰੀ ਵਿੱਚ ਡੇਲੀ ਦਾ ਡੇਲੀ ਜਿਹੜਾ ਲੈਕਚਰ ਆ ਰਿਹਾ ਹੈ ਉਹਦਾ ਨੋਟ ਕਰਾ ਕੇ ਪ੍ਰਿੰਸੀਪਲ ਨੂੰ ਉਸ ਚੀਜ਼ ਦੀ ਨੋਟ ਕਰਾਇਆ ਜਾ ਰਿਹਾ ਹੈ। ਇਹ ਜਿਹੜੇ ਹੈਗੇ ਨੇ ਲੈਕਚਰ ਸਾਡੇ ਬਹੁਤ ਕਾਬਲ ਅਧਿਆਪਕ ਦੇ ਰਹੇ ਨੇ ਤੇ ਉਹਨਾਂ ਦੇ ਲਈ ਇੱਕ ਜ਼ਿਲ੍ਹਾ ਪੱਧਰੀ ਰਿਵਿਊ ਕਮੇਟੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਲੈਕਚਰ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਜੋ ਹੁਣ ਤਾਈਆਂ ਰਹਿ ਗਈਆਂ ਨੇ ਉਹਨਾਂ ਦੇ ਸੰਬੰਧ ਵਿੱਚ ਵੀ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਨੇ। ਸਾਡੇ ਸਰਕਾਰੀ ਸਕੂਲਾਂ ਵਿੱਚ ਬਿਲਕੁਲ ਪੜੋ ਪੰਜਾਬ ਦੇ ਜਿਹੜੇ ਸਾਡੇ ਅਧਿਆਪਕ ਅਸੀਂ ਹੁਣੇ ਸਾਹਿਬਾਨ ਹੈਗੇ ਪੇਰੈਂਟਸ ਨੇ। ਕੋ ਜਾਣੇ ਆ ਬਾਜਵਾ ਸਾਹਿਬ, ਮੈਂ ਨਾਲ ਜਿਹੜਾ ਜਵਾਬ ਵੀ ਇੱਕ ਲੜਾ ਸਤਨਾਮ ਤਾਊ ਜੀ ਜਿਸ ਤਰ੍ਹਾਂ ਹਾਂਜੀ। ਬਾਜਵਾ ਸਾਹਿਬ ਸਰ ਜੀ, ਨੇ ਬੜੀ ਗੱਲ ਨੂੰ ਸਮਝਿਆ। ਪਹਿਲੀ ਗੱਲ ਤਾਂ ਇੱਕ ਮਿੰਟ ਜੀ, ਮੇਰਾ ਸਵਾਲ ਬਾਜਵਾ ਸਾਹਿਬ ਜੀ ਨਾਲ ਜੀ ਇੱਕ ਮਿੰਟ ਸਵਾਲ ਸੁਣ ਲਓ। ਭਾਜੀ ਸਵਾਲ ਸੁਣੋ, ਸਵਾਲ ਐਡੀ ਕਾਲੀ ਨਹੀਂ ਕਰਨੀ, ਐਡੀ ਕਾਦੀ ਕਾਲੀ ਆਪਣਾ 8ਵੀਂ ਤੱਕ ਜਿਹੜੀ ਹੈ ਪੜ੍ਹਾਈ ਫ੍ਰੀ ਹੈ, ਖਾਣਾ ਫ੍ਰੀ ਹੈ, ਯੂਨੀਫਾਰਮ ਫ੍ਰੀ ਹੈ। ਤੁਸੀਂ ਕਹਿੰਦੇ ਹੋ ਕਿ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ WhatsApp ਦੇ ਉੱਤੇ ਸਿਲੇਬਸ ਭੇਜ ਦਿੰਦੇ ਨੇ। WhatsApp ਦੀ ਸਕਰੀਨ ਜਿਹੜੀ ਮੋਬਾਈਲ ਦੀ ਛੋਟੀ ਹੁੰਦੀ ਹੈ, ਪੜ੍ਹਨ 'ਚ ਮੁਸ਼ਕਲ ਹੁੰਦੀ ਹੈ। ਉਹਨਾਂ ਨੇ ਤੁਹਾਡੇ ਵਾਸਤੇ ਸੈਟੇਲਾਈਟ ਚੈਨਲ ਦੂਰਦਰਸ਼ਨ ਦੇ ਉੱਤੇ 6 ਪ੍ਰੋਗਰਾਮ ਜਿਹੜੇ ਨੇ ਤੁਹਾਨੂੰ ਪੜ੍ਹਾ ਰਹੇ ਨੇ, 6 ਕਲਾਸਾਂ ਦਾ ਸਿਲੇਬਸ ਆ ਰਿਹਾ। ਆਪਾਂ ਕਿਉਂ ਮੱਥਾ ਮਾਰ ਰਹੇ ਹਾਂ ਅਦਾਲਤਾਂ ਦੇ ਵਿੱਚ ਜਾ ਕੇ, ਜਦੋਂ ਸਰਕਾਰੀ ਸਕੂਲ ਇੰਨੇ ਵਧੀਆ ਸਹੂਲਤਾਂ ਕਹਿੰਦੇ ਨੇ ਕਿ ਦੇ ਰਹੇ ਨੇ, ਸਾਡੇ ਪ੍ਰੋਗਰਾਮ ਜਿਹੜੇ ਇੰਨੇ ਕਾਮਯਾਬ ਹੈ। ਭਾਵੇਂ DEO ਸਾਹਿਬ ਰਿਟਾਇਰਡ ਨੇ ਪਰ ਫਿਰ ਵੀ ਉਹ ਸਰਕਾਰ ਦਾ ਪੱਖ ਰੱਖ ਰਹੇ ਨੇ। ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਪੇਰੈਂਟਸ ਨੂੰ ਕੀ ਏਡਾ ਆਇਆ ਹੋਇਆ ਕਿ ਉਹਨਾਂ ਨੇ ਪ੍ਰਾਈਵੇਟ ਸਕੂਲਾਂ 'ਚ ਹੀ ਜਾ ਕੇ ਬੱਚੇ ਪੜ੍ਹਾਉਣੇ ਨੇ, ਕਿਉਂ ਸਰਕਾਰੀ ਸਕੂਲ ਦੇ ਵਿੱਚ ਨਹੀਂ ਭੇਜਿਆ ਜਾਂਦਾ? ਕਿਉਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਨਹੀਂ ਜਾਂਦਾ ਕਿ ਭਾਈ ਅਸੀਂ ਆਪਣੇ ਜਿਹੜੇ 25-30 ਲੱਖ ਬੱਚੇ ਹੈਗੇ ਨੇ ਸਾਰੇ ਅਸੀਂ ਸਰਕਾਰੀ ਸਕੂਲਾਂ 'ਚ ਵਿੱਚ ਲਿਆਉਣ ਨੂੰ ਤਿਆਰ ਹੈ, ਤੁਸੀਂ ਆਪਣੀ ਸੁਵਿਧਾ ਜਿਹੜੀ ਉਹ ਤਿਆਰ ਕਰੋ। ਜੀ ਦੇਖੋ ਜੀ, ਮੇਰੇ ਗੁਆਂਢ ਦੇ ਵਿੱਚ ਇੱਕ ਢਾਬਾ ਹੈਗਾ, ਰੈਸਟੋਰੈਂਟ ਹੈ। ਉਹ ਢਾਬੇ 'ਚ ਬੜੀ ਭੀੜ ਲੱਗਦੀ ਹੈ, ਪਰ ਜਦੋਂ ਢਾਬੇ ਵਾਲੇ ਨੂੰ ਭੁੱਖ ਲੱਗਦੀ ਹੈ ਗੁਆਂਢੀ ਦੇ ਢਾਬੇ ਤੇ ਜਾਂਦਾ, ਮਤਲਬ ਉਹਦੇ ਢਾਬੇ ਦਾ ਆਪਣਾ ਇਹਦਾ ਖਾਣਾ ਵਧੀਆ ਨਹੀਂ। ਜੇ ਸਰਕਾਰੀ ਸਕੂਲ ਇੰਨੇ ਹੀ ਵਧੀਆ ਹੈ ਤਾਂ ਕਿਸੇ ਵੀ ਸਰਕਾਰੀ ਅਫਸਰ ਦੇ, ਕਿਸੇ ਵੀ ਸਰਕਾਰੀ ਮੁਲਾਜ਼ਮ ਦੇ, ਇੱਥੇ ਤੱਕ ਅਧਿਆਪਕਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦੇ। ਉਹਦਾ ਕਾਰਨ ਇਹਨਾਂ ਦੇ ਢਾਬੇ ਦੀ ਰੋਟੀ ਵਧੀਆ ਨਹੀਂ ਹੈ, ਤਾਂ ਹੀ ਉਹ ਗਵਾਂਢੀ ਦੇ ਸਕੂਲ ਜਿਹੜਾ ਪ੍ਰਾਈਵੇਟ ਸਕੂਲ ਆ ਉੱਥੇ ਜਾ ਰਿਹਾ। ਜੇ ਮੈਂ ਗੱਲ ਕਰਾਂ, ਮੈਂ ਚੰਡੀਗੜ੍ਹ ਦੇ ਨੇੜੇ ਰਹਿੰਦਾ, ਚੰਡੀਗੜ੍ਹ ਔਰ ਮੋਹਾਲੀ 'ਚ ਇੱਕ ਸੜਕ ਹੈ, 100 ਮੀਟਰ ਦਾ ਫਰਕ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਨਹੀਂ ਮਿਲਦੀ, ਫਾਰਮ 3-3 ਮਹੀਨੇ ਪਹਿਲੇ ਭਰਦਾ, ਧੱਕਾ ਮਿਚਦਾ, 500 ਬੰਦੇ ਲਾਈਨ 'ਚ ਲੱਗੇ ਹੁੰਦੇ, 50 ਬੰਦੇ ਨੂੰ ਐਡਮਿਸ਼ਨ ਮਿਲਦੀ ਹੈ। ਦੂਜੇ ਪਾਸੇ ਪੰਜਾਬ ਦੀ ਰਾਜਧਾਨੀ ਦੇ ਨਾਲ ਹੀ 1 ਕਿਲੋਮੀਟਰ ਦੇ ਵਿੱਚ ਮੋਹਾਲੀ ਸ਼ਹਿਰ ਹੈ। ਮੈਂ 2016-17 ਦੀ ਗੱਲ ਦੱਸਦਾ। 2016-17 ਦੇ ਮੋਹਾਲੀ ਦਾ 11 ਫੇਜ਼ ਦਾ ਸੀਨੀਅਰ ਸੈਕੰਡਰੀ ਸਕੂਲ, ਉੱਥੇ ਤੇ ਬਿਜਲੀ ਕਨੈਕਸ਼ਨ ਕੱਟਿਆ ਗਿਆ ਕਿਉਂਕਿ ਉੱਥੇ ਬਿਜਲੀ ਦਾ ਬਿੱਲ 1,10,000 ਜਾਂ 20,000 ਰੁਪਏ ਸੀ, ਉਹ ਭਰਿਆ ਨਹੀਂ ਗਿਆ। ਹੁਣ ਬੱਚਿਆਂ ਦਾ ਕੋਈ ਕਸੂਰ ਨਹੀਂ, ਜਿਹੜੀ ਸਰਕਾਰਾਂ ਕਹਿੰਦੀ ਫੈਸਿਲਿਟੀ ਦੇ ਰਹੇ ਆ, ਜਦੋਂ ਬਿਜਲੀ ਕਨੈਕਸ਼ਨ ਗਰਮੀਆਂ 'ਚ ਕੱਟਿਆ ਗਿਆ, ਪਾਣੀ ਦਾ ਜਿਹੜਾ ਬੋਰ ਹੈ ਉਹ ਨਹੀਂ ਚੱਲਿਆ, ਪਾਣੀ ਟੈਂਕੀ ਨਹੀਂ ਭਰੀ, ਤਾਂ ਬੱਚਿਆਂ ਦੇ ਟਾਇਲਟ ਦੇ ਵਿੱਚ ਗੰਦ ਦੇ ਢੇਰ ਲੱਗ ਗਏ, ਟਾਇਲਟ ਤੋਂ ਸਮੈਲ ਫੈਲਣ ਲੱਗ ਪਈ, ਗਵਾਂਢੀਆਂ ਦੇ ਘਰਾਂ ਦੇ ਵਿੱਚ ਜਾ ਕੇ ਬੱਚੇ ਪਾਣੀ ਪੀਣ ਲੱਗ ਪਏ। ਉਹ ਮਾਮਲਾ ਮੈਂ ਉਜਾਗਰ ਕੀਤਾ ਸੀ, ਉਦੋਂ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ, ਰੌਲਾ ਪਾਇਆ ਤੇ ਉਹ ਕਨੈਕਸ਼ਨ ਜੁੜ ਗਿਆ। ਉਸ ਤੋਂ ਬਾਅਦ 6 ਫੇਜ਼ ਹੈ ਮੇਰੇ ਘਰ ਦੇ ਨੇੜੇ, ਉੱਥੇ ਵੀ ਇਹੀ ਹਾਲ, ਉੱਥੇ ਵੀ ਰੌਲਾ ਪਾਇਆ, ਕਨੈਕਸ਼ਨ ਜੁੜ ਗਿਆ। ਫਿਰ ਅਸੀਂ WhatsApp ਗਰੁੱਪਾਂ 'ਚ ਰੌਲਾ ਪਾਇਆ ਤੇ ਮੁੱਖ ਮੰਤਰੀ ਨੇ 24 ਘੰਟੇ 'ਚ ਕਹਿਤਾ ਕਿ ਹੁਣ ਪੰਜਾਬ ਦਾ ਕੋਈ ਕਨੈਕਸ਼ਨ ਨਹੀਂ ਕੱਟਿਆ ਜਾਵੇਗਾ। ਜਦੋਂ ਸਾਡੇ ਸਕੂਲਾਂ ਦਾ ਬਿਜਲੀ ਦਾ ਇਹ ਹਾਲ ਹੈ, ਟਾਇਲਟ ਦਾ ਇਹ ਹਾਲ ਹੈ, ਪੀਣ ਵਾਲੇ ਪਾਣੀ ਦਾ ਇਹ ਹਾਲ ਹੈ, ਤਾਂ ਇਸੇ ਲਈ ਸਰਕਾਰੀ ਅਧਿਆਪਕ ਤੇ ਸਰਕਾਰੀ ਅਫਸਰ ਵੀ ਆਪਣੇ ਬੱਚਿਆਂ ਨੂੰ ਉਹ ਨਰਕ ਦੇ ਵਿੱਚ ਨਹੀਂ ਭੇਜਣਾ ਚਾਹੁੰਦੇ, ਉਹ ਇਹਨਾਂ ਨੇ ਨਹੀਂ ਸੁਧਾਰਿਆ। ਦੂਜੀ ਗੱਲ ਆ ਕਿ ਜੇ ਸਰਦੀਆਂ ਆ ਜਾਂਦੀਆਂ, ਇੱਕ ਸ਼ੀਸ਼ਾ ਟੁੱਟਿਆ ਹੋਵੇ, ਪਹਿਲੀ ਗੱਲ ਸ਼ੀਸ਼ੇ ਹੈ ਹੀ ਨਹੀਂ ਸਕੂਲਾਂ 'ਚ। ਜੇ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਈਏ, ਬਰਸਾਤ ਪੈਂਦੀ ਹੈ ਉੱਥੇ ਛੱਪੜ ਬਣ ਜਾਂਦੇ ਨੇ ਪਿੰਡਾਂ। ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ ਆ, ਤੋਂ 30 ਸਾਲ 20 ਸਾਲ ਪਹਿਲੇ ਪੜ੍ਹੇ ਆ, ਪਰ ਅੱਜ ਦੇ ਜਿਹੜੇ ਹਾਲਾਤ ਦੇ ਉਦੋਂ ਦੇ ਹਾਲਾਤ ਦਾ ਬਹੁਤ ਜ਼ਿਆਦਾ ਫਰਕ ਨਹੀਂ ਹੋਇਆ। ਕੁਝ ਸਕੂਲ ਜਿਹੜੇ ਆ ਫਰਕ ਪੈ ਗਿਆ। ਇਸੇ ਕਰਕੇ ਜੇ ਸਰਕਾਰੀ ਮੁਲਾਜ਼ਮ ਜਿਹੜੇ ਸਰਕਾਰੀ ਤਨਖਾਹ ਲੈਂਦੇ ਆ, ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਆ, ਜਿਹੜੇ ਸਰਕਾਰੀ ਸਕੂਲਾਂ ਦੇ ਅਫਸਰ ਆ, ਜਿਹਦਾ ਬਾਜਵਾ ਸਾਹਿਬ ਦੇ ਪੋਤੇ ਦੇ ਦੋਤੇ ਦੇ ਦੋਤੀਆਂ ਵੀ ਸਰਕਾਰੀ ਸਕੂਲਾਂ 'ਚ ਨਹੀਂ ਹੋਣਗੇ। ਇਸੇ ਕਾਰਨ ਜੇ ਅਫਸਰਾਂ ਦੇ ਬੱਚੇ ਉੱਥੇ ਚਲੇ ਜਾਣ, ਅਧਿਆਪਕਾਂ ਦੇ ਬੱਚੇ ਚਲੇ ਜਾਣ, ਤਾਂ ਆਮ ਪਬਲਿਕ ਦੇ ਬਚਾਣਗੇ, ਹਾਲਾਤ ਦੇ ਸੁਧਾਰ ਹੋ ਸਕਦੇ ਆ। ਹੋਰ ਕਾਲਰ ਵੀ ਜੁੜੇ ਨੇ, ਉਹ ਵੀ ਆਪਣੇ ਵਿਚਾਰ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਰੱਖਣਾ ਚਾਹੁੰਦੇ ਨੇ। ਅਸੀਂ ਕਾਲਰ ਨੂੰ ਵੀ ਸੁਣ ਰਹੇ ਨੇ, ਉਹ ਕੀ ਕਹਿਣਾ ਚਾਹੁੰਦੇ ਨੇ। ਹਾਂਜੀ, ਕੀ ਨਾਮ ਹੈ ਤੇ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਜੀ? ਹਾਂਜੀ, ਮੈਂ ਬਲਵੀਰ ਸਿੰਘ ਗੱਲ ਬੋਲ ਰਿਹਾ, ਸਰੀ ਤੋਂ, ਕੈਨੇਡਾ ਤੋਂ। ਹਾਂਜੀ ਗਿੱਲ ਸਾਹਿਬ ਬਹੁਤ ਸਵਾਗਤ ਹੈ, ਕੀ ਕਹਿਣਾ ਚਾਹੋਗੇ? ਔਨ 에ਅਰ ਹੈਲੋ। ਹਾਂਜੀ, ਤੁਸੀਂ ਔਨ 에ਅਰ ਹੋ ਇਸ ਵੇਲੇ। ਹਾਂਜੀ ਹੈਲੋ। ਹਾਂਜੀ ਉਹ ਗੱਲ ਹੈ ਜੀ ਵੀ ਇੰਡੀਆ ਦੇ ਵਿੱਚ ਨਾ, ਪੰਜਾਬ ਦੇ ਵਿੱਚ ਜਿਹੜੇ ਬੱਚੇ ਲੋਕੀ ਭੇਜਦੇ ਆ ਪ੍ਰਾਈਵੇਟ ਸਕੂਲਾਂ 'ਚ, ਉਹ ਜ਼ਿਆਦਾਤਰ ਇਸ ਕਰਕੇ ਨਹੀਂ ਕਿ ਐਜੂਕੇਸ਼ਨ ਉੱਥੇ ਚੰਗੀ ਆ, ਇਸ ਕਰਕੇ ਭੇਜਦੇ ਆ ਆਪਣਾ ਦਿਖਾਵਾ ਕਰਨ ਵਾਸਤੇ
ਤੇ ਭੇਜਿਆ ਕਿ ਅਸੀਂ ਬਹੁਤ ਵੱਡੇ ਬੰਦੇ ਆ, ਅਸੀਂ ਤਾਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਹੀ ਭੇਜਣਾ, ਉਹ ਇਸ ਲਈ ਭੇਜਦੇ ਆ। ਹੈਲੋ। ਅੱਛਾ ਜੀ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਮਾਪੇ ਨੇ ਉਹ ਦਿਖਾਵਾ ਕਰਦੇ ਨੇ ਤਦ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਭੇਜਦੇ ਨੇ? ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਉਹ ਦਿਖਾਵਾ ਕਰਦੇ ਆ। ਮੈਂ ਸਰਕਾਰੀ ਸਕੂਲ 'ਚ ਪੜ੍ਹਿਆ ਹੋਇਆ, ਮੈਂ ਅਮਰੀਕਾ 'ਚ ਰਹਿਣਾ, ਮੈਂ ਇੱਥੇ ਨਾਰਥ ਅਮਰੀਕਾ 'ਚ ਕੈਨੇਡਾ 'ਚ ਰਹਿਣਾ। ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਸਾਡੇ ਬੱਚੇ ਇੱਥੇ ਅਮਰੀਕਾ ਦੇ ਵਿੱਚ ਬਹੁਤ ਹਾਈਐਸਟ ਪੋਸਟਾਂ ਤੇ ਲੱਗੇ ਹੋਏ ਆ। ਮੇਰਾ ਭਾਣਜਾ ਇੱਥੇ ਨਾਰਥ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦਾ ਆਪਣਾ ਜਿਹੜਾ ਹਾਈਵੇ ਡਿਪਾਰਟਮੈਂਟ ਆ ਨਾ, ਇੱਥੇ ਜਿਹੜਾ ਰੋਡਾਂ ਦਾ ਹਾਈਵੇ ਡਿਪਾਰਟਮੈਂਟ ਕੈਲਟੈਲਿਸ ਦੇ ਵਿੱਚ, ਉਹ ਵਨ ਆਫ ਦਾ ਹਾਈਐਸਟ ਪੋਸਟ ਦੇ ਉੱਤੇ ਇੱਥੇ ਅਮਰੀਕਾ ਦੇ ਵਿੱਚ ਇੰਜੀਨੀਅਰ ਲੱਗਿਆ ਹੋਇਆ। ਉਹਦਾ ਨਾਂ ਤਾਂ ਮੈਂ ਨਹੀਂ ਦੱਸ ਸਕਦਾ ਤੁਹਾਨੂੰ ਇੱਥੇ ਲਾਈਨ ਤੇ ਯਾਰ ਦੇ ਉੱਤੇ। ਇੱਥੇ ਬਹੁਤ ਵੱਡੀ ਇੱਥੇ ਜੱਜ ਲੱਗੇ ਹੋਏ ਆ ਸਾਡੇ ਬੱਚੇ, ਇੰਡੀਆ ਦੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ। ਤੁਸੀਂ ਕੀ ਸਮਝਦੇ ਆ ਜਿੱਦਾਂ ਸਰਕਾਰੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਇੱਕ ਬੇਨਤੀ ਕਰਦਾ ਕਿ ਮੈਂ ਤੇ ਨਹੀਂ ਇੱਥੇ ਮੈਂ ਇੰਡੀਆ ਦਾ ਪੜ੍ਹਿਆ ਹੋਇਆ ਸਰਕਾਰੀ ਸਕੂਲ ਦਾ। ਮੈਂ ਬਿਲਕੁਲ ਮੈਂ ਤੁਹਾਡੀ ਗੱਲ ਨੂੰ ਸੁਣਦਾ। ਦੇਖੋ ਉੱਥੇ ਇੰਡੀਆ ਦੇ ਵਿੱਚ ਲੋਕੀ ਦਿਖਾਵਾ ਕਰਦੇ ਆ, ਆਪਣਾ ਘਰ ਫੂਕ ਲੈਂਦੇ ਆ। ਮੈਂ ਸਮਝਦਾ ਜੀ ਜੀ ਜੀ, ਮੇਰੀ ਗੱਲ ਨੂੰ ਸੁਣੋ। ਬੇਨਤੀ ਹੈਗੀ ਹੈ, ਤੁਹਾਡੇ ਸਮੇਂ ਦੇ ਵਿੱਚ ਜਿਹੜੇ ਲੋਕ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਸਨ, ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਵੀ ਸਕੂਲ 'ਚ ਨਹੀਂ ਪੜ੍ਹਦਾ। ਸਰਕਾਰ ਜਿਹੜੇ ਪ੍ਰਾਈਵੇਟ ਸਕੂਲ ਆ ਦੈਟਸ ਓਨਲੀ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਵੀ ਜਿਸ ਤਰੀਕੇ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਦਿਖਾਈ ਜਾਂਦੀ ਹੈ, ਆਪਾਂ ਉਹਨੂੰ ਵੀ ਵੇਖੀਏ ਕਿ ਤੁਹਾਡੇ ਸਮੇਂ ਤੋਂ ਲੈ ਕੇ ਕੀ ਅੱਜ ਦੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਸਟੈਂਡਰਡ ਦਾ ਜਿਹੜਾ ਉਹ ਅਜੇ ਤੱਕ ਨਹੀਂ ਡਿੱਗਿਆ। ਮੈਂ ਜ਼ਰੂਰ ਤੁਹਾਡੇ ਕੋਲ ਵੀ ਨਾਲ ਇੱਕ ਸਵਾਲ ਕਰਦਾ ਜੀ। ਗਿੱਲ ਸਾਹਿਬ ਜਿਹੜੇ ਨੇ ਉਹ ਲਾਈਨ ਕੱਟ ਗਏ ਨੇ। ਮੈਂ ਪਰ ਇਹ ਮੇਰਾ ਸਵਾਲ ਜਿਹੜਾ ਸੀ ਮੇਨ ਸੀ ਕਿ ਇਹ ਵੀ ਆਪਾਂ ਨੂੰ ਮੰਨਣਾ ਪਵੇਗਾ ਕਿ ਸਰਕਾਰੀ ਜਿਹੜਾ ਤੰਤਰ ਹੈਗਾ ਉਹਨੇ ਹੌਲੀ ਹੌਲੀ ਜਿਹੜਾ ਸਰਕਾਰੀ ਸਕੂਲਾਂ ਦਾ ਸਿਸਟਮ ਹੈਗਾ ਉਹਨੂੰ ਖੋਖਲਾ ਵੀ ਕੀਤਾ। ਆਪਾਂ ਇਹ ਮੰਨ ਕੇ ਚੱਲਦੇ ਹਾਂ, ਭਾਵੇਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਪੁਰਾਣੀ ਸਰਕਾਰ ਦੇ ਉੱਤੇ ਆਰੋਪ ਹੀ ਲਾਉਂਦੀ ਹੈ ਕਿ ਇਹਨਾਂ ਨੇ ਪੰਜਾਬ ਦੇ ਸਕੂਲ ਐਜੂਕੇਸ਼ਨ ਸਿਸਟਮ ਦਾ ਬੇੜਾ ਗਰਕ ਕੀਤਾ। ਅਸੀਂ ਠੀਕ ਕਰਾਂਗੇ, ਉਹਨਾਂ ਤੋਂ ਬਾਅਦ ਜਿਹੜੇ ਆਉਂਦੇ ਨੇ ਉਹ ਵੀ ਇਸੇ ਚੀਜ਼ਾਂ ਨੂੰ ਰਿਪੀਟ ਕਰਦੇ ਨੇ। ਕਹਿਣ ਤੋਂ ਭਾਵ ਕਿ ਸਭ ਤੋਂ ਵੱਡੀ ਰਿਸਰਚ ਤਾਂ ਉਹ ਹੀ ਕਰਦੇ ਨੇ। ਜੇ ਆਪਣੀ ਰਿਸਰਚ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ ਸਕੂਲਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ, ਤੇ ਆਪਣੇ ਆਪ 'ਚ ਉਹਨਾਂ ਦੀ ਗੱਲ ਵੀ ਕਿਤੇ ਨਾ ਕਿਤੇ ਆਪਾਂ ਨੂੰ ਮੰਨ ਲੈਣੀ ਚਾਹੀਦੀ ਹੈ। ਸਾਡੇ ਨਾਲ ਹੋਰ ਵੀ ਪੇਰੈਂਟਸ ਜਿਹੜੇ ਨੇ ਜੁੜੇ ਹੋਏ ਨੇ, ਅਸੀਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਜ਼ਰੂਰ ਜਿਹੜੀ ਮੇਨ ਕੇਸ ਬਾਰੇ ਆਪਾਂ ਜਿਹਦੇ ਕਰਕੇ ਅੱਜ ਵਿਚਾਰ ਵਟਾਂਦਰਾ ਕਰ ਰਹੇ ਹਾਂ, ਆਪਾਂ ਉਹਦੇ ਕਰਕੇ ਜਿਹੜੀ ਜ਼ਰੂਰ ਪੁੱਛਣਾ ਚਾਹਾਂਗੇ ਲਵਨੀਤ ਠਾਕੁਰ ਜੀ ਕੋ ਮੈਂ ਜ਼ਰੂਰ ਜਾਣਾ ਚਾਹੁੰਦਾ। ਲਵਨੀਤ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਹੁਣ ਲਵਨੀਤ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? हाँ जी बिल्कुल आ रही है जी थोड़ी आवाज। हाँ जी, थैंक यू। मैं जरूर ਜਿਹੜੇ ਆਪਾਂ ਪੁੱਛ ਰਹੇ ਸੀ ਕਿ ਫਿਊਚਰ ਦੇ ਵਿੱਚ ਕੀ ਆਪਾਂ ਨੂੰ ਲੱਗ ਰਿਹਾ ਹੈ ਕੇਸ ਕਿਸ ਤਰੀਕੇ ਨਾਲ ਜਾਵੇ, ਕਿੰਨੀ ਕੁ ਰਾਹਤ ਜਿਹੜੀ ਆ ਸਕਦੀ ਹੈ? ਸਰਕਾਰ ਕੋਲੋਂ ਪੂਰੀ ਰਾਹਤ ਦੀ ਮੰਗ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਕਰ ਰਹੇ ਹਾਂ, ਔਰ ਅਸੀਂ ਸਰਕਾਰ ਨੂੰ ਇਹ ਅਸੀਂ ਦਿਖਾਣਾ ਚਾਹ ਰਹੇ ਹਾਂ ਸਰਕਾਰ ਤੇ ਕੋਰਟ ਨੂੰ ਕਿ ਅਸਲ ਦੇ ਵਿੱਚ ਜ਼ਮੀਨ ਤੇ ਸੱਚਾਈ ਹੈ ਕੀ ਹੈ। ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਜਿਹੜਾ ਕੇਸ ਲੜ ਰਹੇ ਨੇ ਉਹਨਾਂ ਨੇ ਇੱਕ ਇਹੋ ਜਿਹੀ ਪਿਕਚਰ ਪੇਂਟ ਕੀਤੀ ਹੈ ਕਿ ਮਾਪੇ ਜਿਹੜੇ ਨੇ ਉਹ ਜਾਣਬੁੱਝ ਕੇ ਫੀਸ ਨਹੀਂ ਦੇਣਾ ਚਾਹੁੰਦੇ, ਇੰਨੀਆਂ ਨੌਕਰੀਆਂ ਨਹੀਂ ਗਈਆਂ ਜਾਂ ਇੰਨਾ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਆਇਆ ਹੈਗਾ। ਜਦੋਂ ਕਿ ਅਸੀਂ ਕੋਰਟ ਨੂੰ ਇਹ ਕਨਵਿੰਸ ਕਰਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈ ਜੋ ਤੁਹਾਨੂੰ ਉੱਪਰ ਬੈਠ ਕੇ ਦਿਖ ਰਹੀ ਹੈ, ਜ਼ਮੀਨ ਤੇ ਸਥਿਤੀ ਬਹੁਤ ਖਰਾਬ ਹੈ। ਬਹੁਤ ਸਾਰੇ ਲੋਕਾਂ ਦੀਆਂ ਲੱਖਾਂ ਲੋਕਾਂ ਦੇ ਨੌਕਰੀਆਂ ਜਿਹੜੀਆਂ ਉਹ ਗਈਆਂ ਨੇ, ਔਰ ਜਿਹੜੇ ਲੋਕੀ ਨੌਕਰੀਆਂ ਕਰ ਵੀ ਰਹੇ ਨੇ ਉਹਨਾਂ ਦੀ ਤਨਖਾਹਾਂ ਦੇ ਵਿੱਚ ਬੜੀ ਜ਼ਬਰਦਸਤ ਕਟੌਤੀ ਕੀਤੀ ਗਈ ਹੈ। ਕੋਈ 50% ਕਿਸੇ ਦੀ ਕਟੌਤੀ ਹੋਈ ਹੈ, ਕਿਸੇ 70% ਹੋਈ ਹੈ ਨਾ। ਤਾਂ ਇਸ ਤਰ੍ਹਾਂ ਦੀਆਂ ਕਟੌਤੀਆਂ ਹੋਈਆਂ ਨੇ ਤੇ ਇਹ ਅਸੀਂ ਲਗਾਤਾਰ ਐਵੀਡੈਂਸ ਦੇ ਰੂਪ ਦੇ ਰਾਹੀਂ ਜਾਂ ਹੋਰ ਚੀਜ਼ਾਂ ਦੇ ਰਾਹੀਂ ਅਸੀਂ ਕੋਰਟ ਨੂੰ ਦੱਸ ਰਹੇ ਹਾਂ ਕਿ ਬਹੁਤ ਸਥਿਤੀ ਖਰਾਬ ਹੋਏਗੀ ਜੇ ਤੁਸੀਂ ਜ਼ਬਰਦਸਤੀ ਫੀਸਾਂ ਦੀ ਮੰਗ ਕਰੋਗੇ ਤਾਂ ਇਹ ਖਰਾਬ ਹੋਗੀ ਸਥਿਤੀ। ਔਰ ਹੋਣ ਵੀ ਲੱਗ ਪਈ ਹੈ। ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਰੋਸ਼ ਮੁਜ਼ਾਹਰੇ ਹੋ ਰਹੇ ਨੇ, ਠੀਕ ਹੈ। ਤੇ ਇਸ ਚੀਜ਼ ਦਾ ਅੱਜ ਕੋਰਟ ਨੇ ਵੀ ਸੰਗਿਆਨ ਲਿਆ ਕਿ ਜਦੋਂ ਏਜੀ ਪੰਜਾਬ ਜਿਹੜੇ ਪੰਜਾਬ ਸਰਕਾਰ ਦੇ ਸਭ ਤੋਂ ਹਾਈਐਸਟ ਪੋਸਟ ਦੇ ਵਕੀਲ ਨੇ, ਉਹਨਾਂ ਨੇ ਦੱਸਿਆ ਕਿ ਜੱਜ ਸਾਹਿਬ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈ, ਸਥਿਤੀ ਕਾਫੀ ਖਰਾਬ ਹੋ ਰਹੀ ਹੈ, ਲੋਕੀ ਪ੍ਰੋਟੈਸਟ ਕਰ ਰਹੇ ਨੇ, ਲੋਕਾਂ ਕੋਲ ਪੈਸੇ ਨਹੀਂ ਹੈਗੇ, ਤੇ ਤੁਸੀਂ ਘੱਟੋ ਘੱਟ ਇੰਨੀ ਰਾਹਤ ਤਾਂ ਜ਼ਰੂਰ ਦਿਓ ਕਿ ਕਿਸੇ ਵੀ ਬੱਚੇ ਦਾ ਨਾਮ ਨਾ ਕੱਟਿਆ ਜਾਵੇ, ਠੀਕ ਹੈ। ਤੇ ਔਰ ਇਹ ਵੀ ਕੋਰਟ ਨੂੰ ਦੱਸਿਆ ਗਿਆ ਕਿ ਜਿਹੜੇ ਸਕੂਲ ਨੇ
ਇਹਨਾਂ ਨੇ ਜਦੋਂ ਸਕੂਲ ਬਣਾਏ ਨੇ, ਇਹਨਾਂ ਨੇ ਆਪਣੇ ਆਪ ਨੂੰ ਇਹ ਦੱਸਿਆ ਕਿ ਅਸੀਂ ਤਾਂ ਟਰਸਟ ਹੈ ਜੀ, ਅਸੀਂ ਤਾਂ ਲੋਕ ਭਲੇ ਲਈ ਕੰਮ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਵੇ, ਸਸਤਾ ਸਾਨੂੰ ਬਿਜਲੀ ਕਨੈਕਸ਼ਨ ਦਿੱਤਾ ਜਾਵੇ, ਸਸਤਾ ਬਿਲਡਿੰਗ ਮਟੀਰੀਅਲ ਦਿੱਤਾ ਜਾਵੇ, ਸਸਤੇ ਕੰਪਿਊਟਰ ਦਿੱਤੇ ਜਾਣ, ਹੋਰ ਇੰਸਟਰੂਮੈਂਟ ਦਿੱਤੇ ਜਾਣ, ਕਿ ਅਸੀਂ ਤਾਂ ਭਲਾਈ ਦਾ ਕੰਮ ਕਰਨਾ, ਲੋਕਾਂ ਦੀ ਸੇਵਾ ਕਰਨੀ। ਔਰ ਜਦੋਂ ਸੇਵਾ ਕਰਨ ਦਾ ਮੌਕਾ ਆਇਆ ਹੈ, ਹੁਣ ਜਦੋਂ ਲੋਕਾਂ ਤੇ ਮੁਸੀਬਤ ਪਈ ਹੈ, ਤਾਂ ਇਹ ਲੋਕ ਸਭ ਤੋਂ ਪਹਿਲਾਂ ਭੱਜੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਲੋਕਡਾਊਨ ਦੇ ਦੌਰਾਨ ਹੀ ਮਈ ਮਹੀਨੇ ਦੇ ਵਿੱਚ ਇਹ ਕੋਰਟ ਦੇ ਵਿੱਚ ਪਹੁੰਚ ਗਏ ਕਿ ਸਾਨੂੰ ਫੀਸਾਂ ਦਿਓ। ਇਹਨਾਂ ਦਾ ਜਦੋਂ ਲੋਕਡਾਊਨ ਪੂਰੇ ਚਰਮ ਤੇ ਸੀਗਾ, ਲੋਕੀ ਘਰ ਤੋਂ ਬਾਹਰ ਨਹੀਂ ਸੀ ਨਿਕਲ ਰਹੇ, ਲੋਕੀ ਮਤਲਬ ਲੋਕਾਂ ਦੇ ਕੋਲ ਤਾਂ ਘਰ ਦੇ ਵਿੱਚ ਸਮਾਨ ਹੀ, ਜਿਹੜਾ ਬੰਦਾ ਘਰ ਦੇ ਵਿੱਚ ਬੈਠਾ ਉਹਦੇ ਕੋਲ ਤਾਂ ਉਹਨੂੰ ਪੈਨ ਪੈਨਸਲ ਲੈਣ ਵੀ ਜਾਣਾ ਪਵੇ ਤਾਂ ਬਾਹਰੋਂ ਕਿੱਦਾਂ ਜਾਵੇ। ਉਸ ਦੌਰਾਨ ਇਹ ਬੰਦੇ ਕੋਰਟ 'ਚ ਪਹੁੰਚ ਗਏ ਕਿ ਸਾਨੂੰ ਤਾਂ ਜੀ ਫੀਸਾਂ ਦਿਓ, ਸਾਡੀਆਂ ਫੀਸਾਂ ਦਵਾਓ ਕਿਸੇ ਤਰ੍ਹਾਂ। ਇਹ ਇਹਨਾਂ ਦਾ ਇਸ ਤਰ੍ਹਾਂ ਆਣਾ ਜਿਹੜਾ ਆ, ਉਹ ਇਹ ਦਰਸਾਉਂਦਾ ਹੈ ਕਿ ਇਹ ਕੋਈ ਚੈਰੀਟੇਬਲ ਸੰਸਥਾਨ ਨਹੀਂ ਹੈਗੇ, ਇਹ ਇੱਕ ਵਪਾਰਿਕ ਘਰਾਣੇ ਨੇ, ਠੀਕ ਹੈ। ਔਰ ਵਪਾਰੀ ਇਹ ਦੁਕਾਨਾਂ ਨੇ, ਇਹਨਾਂ ਨੇ ਇਹ ਸਾਬਿਤ ਕੀਤਾ ਹੈ। ਔਰ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਸਾਹਮਣੇ ਇਹ ਕਿਸੇ ਹੱਦ ਤੱਕ ਇਹ ਨੰਗੇ ਵੀ ਹੋਏ ਨੇ ਕਿ ਇਹਨਾਂ ਦਾ ਕਿਰਦਾਰ ਕੀ ਹੈ। ਤਾਂ ਕੋਰਟ ਨੂੰ ਵੀ ਹੌਲੀ ਹੌਲੀ ਪੁੱਛਣਾ ਚਾਹੁੰਦਾ, ਇੱਕ ਚੀਜ਼ ਮੈਂ ਤੁਹਾਡੇ ਕੋਲ ਸਵਾਲ ਕਰਦਾ, ਸਰਕਾਰ ਵੀ ਇਹਦੇ ਵਿੱਚ ਆਪਣੇ ਆਪ ਨੂੰ ਪਾਰਟੀ ਬਣਾ ਕੇ ਬੈਠੀ ਹੈ, ਪਰ ਜਿਸ ਤਰ੍ਹਾਂ ਤੁਸੀਂ ਕਿਹਾ, ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਕੂਲਾਂ ਨੇ ਇੱਕ ਵੱਖਰੇ ਤਰੀਕੇ ਦੀ ਇਮੇਜ ਜਿਹੜੀ ਕ੍ਰੀਏਟ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਾਂ ਜਿਹੜਾ ਇਸ ਵੇਲੇ ਸੂਬੇ ਦੇ ਵਿੱਚ ਮਾੜੇ ਹਾਲਾਤ ਨਹੀਂ ਹੈਗੇ, ਸਾਰਾ ਕੁਝ ਠੀਕ ਹੈਗਾ, ਲੋਕੀ ਕਾਰੋਬਾਰ ਕਰ ਰਹੇ ਨੇ। ਉਹਨਾਂ ਨੇ ਆਪਣੀ ਇੱਕ ਜਿਹੜੀ ਹੈ ਪ੍ਰੈਜੈਂਟੇਸ਼ਨ ਜਿਹੜੀ ਹੈ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ ਜੀ, ਸਭ ਕੁਝ ਜਿਹੜਾ ਮਾੜਾ ਹੈਗਾ, ਲੋਕਾਂ ਦੀਆਂ ਤਨਖਾਹਾਂ ਕੱਟੀਆਂ ਜਾ ਰਹੀਆਂ ਨੇ, ਬੁਰੇ ਹਾਲ ਨੇ, ਬੌਂਕੇ ਦਿਹਾੜੇ ਲੋਕ ਗੁਜ਼ਾਰਾ ਕਰਨ ਦੇ ਵਾਸਤੇ ਜਿਹੜਾ ਸੰਘਰਸ਼ ਕਰ ਰਹੇ ਨੇ। ਕਿ ਸਰਕਾਰ ਨੇ ਤੁਹਾਡੇ ਦੋਵਾਂ ਦੇ ਵਿੱਚੋਂ ਕਿਸੇ ਦੀ ਗੱਲ ਜਿਹੜੀ ਹੈ ਉਹਦੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਪੱਖ ਹੋ ਰਿਹਾ ਜਾਂ ਸਕੂਲਾਂ ਦਾ ਪੱਖ ਹੋ ਰਿਹਾ, ਕਿ ਸਰਕਾਰ ਵੀ ਇਹ ਕਹਿੰਦੀ ਹੈ ਕਿ ਹਾਲਾਤ ਜਿਹੜੇ ਨੇ ਸੂਬੇ ਦੇ ਠੀਕ ਹੈਗੇ ਨੇ, ਜਾਂ ਸਰਕਾਰ ਨੇ ਆਪਣੇ ਮੂੰਹੋਂ ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ, ਅਸੀਂ ਮੰਨਦੇ ਹਾਂ ਜੀ, ਲੋਕਾਂ ਦੀਆਂ ਤਨਖਾਹਾਂ ਕੱਟੀਆਂ ਜਾ ਰਹੀਆਂ ਨੇ, ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਲੋਕਾਂ ਦੇ ਜਿਹੜੇ ਕੰਮ ਨੇ ਉਹ ਬੰਦ ਹੈਗੇ ਨੇ, ਕਾਰੋਬਾਰ ਬੰਦ ਨੇ। ਕੀ ਸਰਕਾਰ ਨੇ ਤੁਹਾਡੀ ਗੱਲ ਦੇ ਨਾਲ ਕਿਤੇ ਨਾ ਕਿਤੇ ਸਹਿਮਤੀ ਜਿਹੜੀ ਉਹ ਦਿਖਾਈ ਹੈ? ਬਿਲਕੁਲ ਬਿਲਕੁਲ, ਇਸ ਕੇਸ ਦੇ ਵਿੱਚ ਇਹ ਬੜੀ ਚੰਗੀ ਗੱਲ ਹੋਈ ਕਿ ਜਿਹੜੀ ਸਰਕਾਰ ਹੈ, ਪੰਜਾਬ ਸਰਕਾਰ, ਉਹ ਬਿਲਕੁਲ ਜਿਹੜੀ ਹੈ ਪੇਰੈਂਟਸ ਦੇ ਲਈ ਮੈਦਾਨ ਦੇ ਵਿੱਚ ਨਿੱਤਰ ਕੇ ਆਈ ਹੈ, ਉਹਨਾਂ ਦੀ ਪੂਰੀ ਸਪੋਰਟ ਕਰ ਰਹੀ ਹੈ। ਔਰ ਅੱਜ ਜਿਹੜੀ 3 ਘੰਟੇ ਬਹਿਸ ਚੱਲੀ ਹੈ, ਇਹਦੇ 'ਚ ਪੰਜਾਬ ਸਰਕਾਰ ਨੇ ਬਹੁਤ ਜ਼ੋਰ ਲਾਇਆ ਕਿ ਪਿਛਲਾ ਫੈਸਲਾ ਖਾਰਜ ਕੀਤਾ ਜਾਵੇ ਔਰ ਰਿਆਇਤ ਦਿੱਤੀ ਜਾਵੇ ਪੇਰੈਂਟਸ ਨੂੰ, ਠੀਕ ਹੈ। ਉਹਨਾਂ ਨੂੰ ਵੀ ਪਤਾ ਹੈ ਕਿ ਜੇ ਇਸ ਤਰ੍ਹਾਂ ਦੀ ਰਿਆਇਤ ਉਹ ਪੇਰੈਂਟਸ ਨੂੰ ਨਹੀਂ ਦਵਾ ਪਾਏ ਤਾਂ ਪੇਰੈਂਟਸ ਦੇ ਗੁੱਸੇ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਏਗਾ, ਠੀਕ ਹੈ, ਚਾਹੇ ਉਹ ਵੋਟਾਂ ਦੇ ਰੂਪ 'ਚ ਹੋਵੇ, ਚਾਹੇ ਕ੍ਰਿਟਿਸਿਜ਼ਮ ਦੇ ਰੂਪ ਦੇ ਵਿੱਚ ਹੋਵੇ। ਤਾਂ ਇਸ ਕਰਕੇ ਸਰਕਾਰ ਹਾਲ ਦੀ ਘੜੀ ਤਾਂ ਪੂਰੀ ਡਟ ਕੇ ਜਿਹੜੀ ਹੈ ਉਹ ਪੇਰੈਂਟਸ ਦੇ ਨਾਲ ਖੜੀ ਹੈ ਔਰ ਲਗਾਤਾਰ ਇਹ ਦਬਾਅ ਬਣਾ ਰਹੀ ਹੈ ਕੋਰਟ ਦੇ ਉੱਤੇ। ਅੱਜ ਜਿਹੜੇ ਉਹਨਾਂ ਦੇ ਐਡਵੋਕੇਟ ਜਨਰਲ ਨੇ ਮਿਸਟਰ ਨੰਦਾ, ਉਹਨਾਂ ਨੇ ਵੀ ਅੱਜ ਪੂਰਾ ਜ਼ੋਰ ਲਾਇਆ ਕਿ ਇਹ ਸਾਨੂੰ ਹਰ ਹਾਲਤ ਦੇ ਵਿੱਚ ਇੰਨੀ ਕੁ ਰਿਆਇਤਾਂ, ਜਿਹੜੀਆਂ ਛੋਟੀਆਂ ਰਿਆਇਤਾਂ ਪੇ ਬੱਚੇ ਕੱਢੇ ਨਾ ਜਾਣ, ਤੇ ਉਹ ਮਿਲਣੀਆਂ ਚਾਹੀਦੀਆਂ। ਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਮਜਬੂਰੀ ਵੀ ਹੈ ਔਰ ਸਰਕਾਰ ਦਾ ਜਿਹੜਾ ਕਰਤੱਵਯ ਹੈ, ਜਿਹੜਾ ਉਹਨਾਂ ਦਾ ਕੰਮ ਹੈ, ਔਰ ਜਿਹੜਾ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ, ਉਹ ਫਿਰ ਉਹਦੇ ਤੇ ਖਰੇ ਵੀ ਉਤਰਨਾ ਜਿਹੜਾ ਸਰਕਾਰ ਦਾ ਉਹ ਫਰਜ਼ ਹੈ। ਇਹ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ, ਇਹੀ ਉਹਨਾਂ ਦਾ ਫਰਜ਼ ਹੈ। ਐਡਵੋਕੇਟ ਠਾਕੁਰ ਜੀ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਜ਼ਰੂਰ ਮੈਂ ਪੁੱਛਣਾ ਚਾਹੁੰਦਾ ਕਿ ਅਦਾਲਤਾਂ ਜਿਹੜੀਆਂ ਨੇ ਉਹ ਕਾਨੂੰਨ ਦੇ ਅਨੁਸਾਰ ਚੱਲਦੀਆਂ ਨੇ, ਜਿਹੜਾ ਕਾਨੂੰਨ ਬਣਾਇਆ ਜਾਂਦਾ, ਕਿ ਪੰਜਾਬ ਸਰਕਾਰ ਨੂੰ ਕੋਈ ਇੱਥੇ ਜਿਹੜਾ ਉਹ ਕਾਨੂੰਨ ਨਹੀਂ ਇਸ ਤਰੀਕੇ ਦਾ ਨਹੀਂ ਬਣਾ ਦੇਣਾ ਚਾਹੀਦਾ ਕਿ ਇਸ ਵੇਲੇ ਅਸੀਂ ਇਹ ਜਿਹੜਾ ਹੁਕਮ ਲਾਗੂ ਕਰਦੇ ਹਾਂ ਜਾਂ ਕਾਨੂੰਨ ਬਣਾਉਂਦੇ ਹਾਂ ਕਿ ਕੋਈ ਵੀ ਜਿਹੜਾ ਸਕੂਲ ਹੈ ਉਹ ਇੰਨੇ % ਤੋਂ ਜ਼ਿਆਦਾ ਜਿਹੜੀ ਫੀਸ ਜਿਹੜੀ ਆ ਉਹ ਚਾਰਜ ਨਹੀਂ ਕਰ ਸਕਦਾ, ਕਿਉਂਕਿ ਅਦਾਲਤ ਨੇ ਤਾਂ ਸਿਰਫ ਕਾਨੂੰਨ ਦੀ ਦਾਇਰੇ ਦੇ ਵਿੱਚ ਰਹਿ ਕੇ ਹੀ ਫੈਸਲਾ ਦੇਣਾ ਨਾ, ਜੋ ਕਾਨੂੰਨ ਦੇ ਮੁਤਾਬਿਕ ਠੀਕ ਹੋਏਗਾ ਉਹਦੇ ਉੱਤੇ ਗੱਲ ਕਰਨਗੇ। ਪਰ ਜੇ ਸਰਕਾਰ ਕਹਿ ਦਿੰਦੀ ਹੈ ਕਿ ਨਹੀਂ ਜੀ, ਅਸੀਂ ਇਹ ਹੁਕਮ ਜਾਰੀ ਕਰਦੇ ਹਾਂ ਕਿ ਕੋਈ ਵੀ ਜਿਹੜਾ ਮਾਪੇ ਕੋ ਜਿਹੜਾ ਇੰਨੇ ਤੋਂ ਵੱਧ, ਇੰਨੇ ਹਜ਼ਾਰ ਤੋਂ ਵੱਧ ਜਿਹੜੀ ਫੀਸ ਚਾਰਜ ਨਹੀਂ ਕੀਤੀ ਜਾ ਸਕਦੀ, ਜਾਂ ਇਹ ਸਹੂਲਤਾਂ ਦੇ ਜਿਹੜੇ ਪੈਸੇ ਨਹੀਂ ਚਾਰਜ ਕੀਤੇ ਜਾ ਸਕਦੇ, ਤਾਂ ਆਪਣੇ ਆਪ ਹੀ ਜਿਹੜਾ ਮਸਲੇ ਦਾ ਹੱਲ ਹੋ ਜਾਏ। ਬਿਲਕੁਲ, ਇਹ ਅਸਲ 'ਚ ਮੈਂ ਤੁਹਾਨੂੰ ਦੱਸਦਾ, ਇਹ ਰੌਲਾ ਪਿਆ ਹੀ ਉਦੋਂ ਜਦੋਂ ਸਰਕਾਰ ਨੇ ਕਾਨੂੰਨ ਬਣਾਇਆ। ਮਈ ਮਹੀਨੇ ਦੇ ਵਿੱਚ ਸਰਕਾਰ ਇੱਕ ਨੋਟੀਫਿਕੇਸ਼ਨ ਲੈ ਕੇ ਆਈ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਹੇਠਾਂ। ਡਿਜ਼ਾਸਟਰ ਮੈਨੇਜਮੈਂਟ ਐਕਟ 'ਚ ਸਰਕਾਰ ਨੋਟੀਫਿਕੇਸ਼ਨ ਲਾਗੂ ਕਰ ਸਕਦੀ ਹੈ, ਕੋਈ ਕਾਨੂੰਨ ਬਣਾ ਸਕਦੀ ਹੈ। ਮਈ ਮਹੀਨੇ ਦੇ ਵਿੱਚ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਕਿ ਜਿਹੜਾ ਸਕੂਲ ਆਨਲਾਈਨ ਐਜੂਕੇਸ਼ਨ ਨਹੀਂ ਦੇ ਰਿਹਾ ਉਹ ਕੋਈ ਫੀਸ ਨਹੀਂ ਮੰਗੇਗਾ, ਠੀਕ ਹੈ।
ਔਰ ਜਿਹੜਾ ਦੇ ਰਿਹਾ ਹੈ ਜੀ। ਆਨਲਾਈਨ ਐਜੂਕੇਸ਼ਨ ਉਹ ਵੀ ਕੱਲੀ ਟਿਊਸ਼ਨ ਫੀਸ ਮੰਗੂਗਾ, ਉਹ ਬੱਸਾਂ ਦੀ ਫੀਸ ਨਹੀਂ ਮੰਗ ਸਕਦਾ, ਉਹ ਬਿਲਡਿੰਗ ਦੇ ਫੰਡ ਨਹੀਂ ਮੰਗ ਸਕਦਾ, ਉਹ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਦੇ ਪੈਸੇ ਨਹੀਂ ਮੰਗ ਸਕਦਾ, ਜਾਂ ਹੋਰ ਜੋ ਇੱਧਰ ਉੱਧਰ ਦੇ ਖਰਚੇ ਹੁੰਦੇ ਨੇ ਉਹ ਨਹੀਂ ਮੰਗ ਸਕਦਾ, ਕੱਲੀ ਉਹ ਟਿਊਸ਼ਨ ਫੀਸ ਲਏਗਾ। ਔਰ ਜਿੱਦਾਂ ਹੀ ਸਰਕਾਰ ਨੇ ਇਹ ਨੋਟੀਫਿਕੇਸ਼ਨ ਕੱਢੀ ਸਕੂਲਾਂ ਨੂੰ, ਤਾਂ ਸਕੂਲਾਂ ਨੂੰ ਇੰਨੀ ਪ੍ਰੋਬਲਮ ਹੋ ਗਈ, ਉਹ ਸਾਰੇ ਇਕੱਠੇ ਹੋ ਕੇ ਕੋਰਟ ਦੇ ਵਿੱਚ ਪਹੁੰਚੇ। ਤਾਂ ਕੋਰਟ ਨੇ ਜਿਹੜੀ, ਕਿਉਂਕਿ ਉਹ ਪਟੀਸ਼ਨ ਸਕੂਲਾਂ ਨੇ ਪਾਈ ਸੀਗੀ, ਤਾਂ ਸਕੂਲਾਂ ਨੇ ਆਪਣੇ ਆਪ ਨੂੰ ਉੱਥੇ ਐ ਕਿਹਾ ਵੀ ਜੀ ਅਸੀਂ ਤਾਂ ਲੋਨ ਲਏ ਹੋਏ ਨੇ, ਲੋਨ ਲੈ ਕੇ ਅਸੀਂ ਸਕੂਲ ਚਲਾ ਰਹੇ ਹਾਂ, ਸਾਡੀਆਂ ਤਾਂ ਬੱਸਾਂ ਵੀ ਲੋਨ ਤੇ ਨੇ ਖੜੀਆਂ ਹੈ, ਤਾਂ ਉਹ ਕਿਸ਼ਤਾਂ ਵੀ ਜਾ ਰਹੀਆਂ ਉਹਨਾਂ ਦੀਆਂ। ਮਤਲਬ ਉਹਨਾਂ ਨੇ ਤਾਂ ਮਤਲਬ ਇਸ ਤਰ੍ਹਾਂ ਆਪਣੀ ਪੇਸ਼ਕਾਰੀ ਕੀਤੀ ਕਿ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਦੇ ਦਿੱਤਾ, ਜਿਹੜਾ ਕਿ ਬਹੁਤ ਹੀ ਮੰਦਭਾਗਾ ਸੀਗਾ। ਤੇ ਉਸੇ ਦੌਰਾਨ ਫਿਰ ਜਦੋਂ ਹੁਣ ਪੇਰੈਂਟਸ ਅਪੀਲ ਦੇ ਵਿੱਚ ਨੇ, ਤਾਂ ਪੇਰੈਂਟਸ ਹੁਣ ਆਪਣੀ ਜਿਹੜੀ ਗੱਲਾਂ ਨੇ ਉਹ ਸਾਰੀਆਂ ਦੱਸ ਰਹੇ ਨੇ ਪੇਰੈਂਟਸ ਵੀ, ਕਿ ਇਹ ਜਿਹੜੇ ਸਕੂਲ ਨੇ ਇਹ ਪਿਛਲੇ 20 ਸਾਲ ਤੋਂ ਚੱਲ ਰਹੇ ਨੇ, 25 ਸਾਲ ਤੋਂ ਚੱਲ ਰਹੇ ਨੇ, ਲਗਾਤਾਰ ਇਹ ਜਦ ਤੋਂ ਚੱਲ ਰਹੇ ਨੇ ਉਦੋਂ ਤੋਂ ਫੀਸਾਂ ਲੈ ਰਹੇ ਨੇ। ਅੱਜ ਤੱਕ ਇੱਕ ਵੀ ਵਾਰ ਇਸ ਤਰ੍ਹਾਂ ਨਹੀਂ ਹੋਇਆ ਇਹਨਾਂ ਦੀ ਫੀਸ ਮਿਸ ਹੋ ਗਈ ਹੋਵੇ, ਚਾਹੇ ਉਹ ਗਰਮੀ ਦੀ ਛੁੱਟੀਆਂ ਹੋਣ, ਸਰਦੀ ਦੀ ਛੁੱਟੀਆਂ ਹੋਣ, ਠੀਕ ਹੈ, ਚਾਹੇ ਭੁਚਾਲ ਆ ਗਿਆ ਹੋਵੇ, ਚਾਹੇ ਲੜਾਈ ਲੱਗ ਗਈ ਹੋਵੇ, ਠੀਕ ਹੈ, ਇਹ ਫੀਸਾਂ ਲੈਂਦੇ ਹੀ ਰਹੇ ਨੇ। ਔਰ ਜੇ 20-25 ਸਾਲ ਦੇ ਬਾਅਦ ਕਿਤੇ 2 ਮਹੀਨੇ ਦਾ ਗੈਪ ਆ ਗਿਆ, ਤਾਂ ਇਹ ਤੁਹਾਡੇ ਤੋਂ ਉਹ ਵੀ ਮਤਲਬ ਜਿਹੜਾ ਆ ਉਹ ਵੀ ਤੁਹਾਡੇ ਤੋਂ ਖੜਿਆ ਨਹੀਂ ਗਿਆ ਲੋਕਾਂ ਲਈ। ਉੱਥੇ ਵੀ ਜਿਹੜੇ ਸਕੂਲ ਸੀਗੇ ਉਹ ਪਿੱਛੇ ਹਟਦੇ ਨਜ਼ਰ ਆਏ। ਬਿਲਕੁਲ, ਇਹ ਆਪਣੇ ਆਪ ਜਿਹੜਾ ਸਰਕਾਰ ਨੇ ਉਹ ਦਿਖਦੀ ਹੈ। ਹੁਣ ਜਗਵਿੰਦਰ ਜੀ ਜੀ ਐਡਵੋਕੇਟ ਠਾਕੁਰ, ਸਰਕਾਰ ਆਪਾਂ ਤੁਹਾਡੇ ਕੋਲ ਵਾਪਸ ਵੀ ਆਉਂਦੇ ਹਾਂ, ਲੇਕਿਨ ਮੈਂ ਜ਼ਰੂਰ ਇੱਥੇ ਮੈਂ ਇੱਕ ਮਿੰਟ ਕੁਲਭੂਸ਼ਣ ਬਾਜਵਾ ਜੀ ਕੋ ਜਾਣਾ ਚਾਹੁੰਦਾ। ਬਾਜਵਾ ਸਾਹਿਬ, ਜਿਸ ਤਰ੍ਹਾਂ ਹੁਣ ਜਿਹੜੀ ਹੈ, ਮੰਨ ਲਓ ਕਿ ਕੋਈ ਵੀ ਪੇਰੈਂਟਸ ਜਿਹੜੇ ਨੇ ਉਹ ਸਕੂਲ ਕੋ ਅਰਜੀ ਲੈ ਕੇ ਜਾਂਦੇ ਪ੍ਰਾਈਵੇਟ ਸਕੂਲ ਕੋ ਕਿ ਸਾਡੀ ਫੀਸ ਮਾਫ ਕੀਤੀ ਜਾਵੇ, ਸਕੂਲ ਜਿਹੜਾ ਹੈ ਉਹ 100 ਦੇ ਵਿੱਚੋਂ ਇੱਕ ਦੀ ਮਾਫ ਕਰ ਦਿੰਦਾ ਹੈ, 99 ਜਿਹੜੀਆਂ ਨੇ ਉਹ ਰਿਜੈਕਟ ਕਰ ਦਿੰਦਾ ਕਿ ਅਸੀਂ ਨਹੀਂ ਕਰਦੇ ਜੀ। ਜਿਸ ਤਰੀਕੇ ਦਾ ਬਿਹੇਵੀਅਰ ਹੈਗਾ ਹੋਵੇਗਾ ਵੀ ਇਸ ਤਰੀਕੇ ਨਾਲ, ਉਹ 99 ਜਿਹੜੀਆਂ ਨੇ ਉਹ ਕੰਪਲੇਂਟਾਂ ਚਲੇ ਜਾਂਦੀਆਂ ਨੇ ਹਾਈ ਰੈਂਕਿੰਗ ਕਮੇਟੀ ਦੇ ਕੋਲੋਂ, ਜਿਹੜੀ ਡਿਸਟ੍ਰਿਕਟ ਲੈਵਲ ਦੇ ਉੱਤੇ ਬਣੀਆਂ ਹੋਈਆਂ ਨੇ, ਜਿਹਦੇ ਵਿੱਚ DEO ਵੀ ਇੱਕ ਆਫਿਸਰ ਹੈਗਾ, DC ਵੀ ਇੱਕ ਆਫਿਸਰ ਹੈ, ਤੇ 2 ਮੈਂਬਰ ਹੋਰ ਨੇ। ਹੁਣ ਜਿਹੜਾ ਇਹ ਆਪਸ ਦੇ ਵਿੱਚ ਜਿਹੜਾ ਹੁਣ ਬੋਝ DEO DC ਤੇ 2 ਹੋਰ ਅਫਸਰਾਂ ਦੇ ਉੱਤੇ ਪੈਣਾ ਹੈ ਕਿ ਉਹ 99 ਕੰਪਲੇਂਟਾਂ ਦੀ ਜਿਹੜੀ ਸੁਣਵਾਈ ਸਹੀ ਤਰੀਕੇ ਨਾਲ ਕਰ ਸਕਣਗੇ, ਜਦੋਂ ਮਹਾਮਾਰੀ ਦੇ ਦੌਰ ਦੇ ਵਿੱਚ ਇਹਨਾਂ ਦੀਆਂ ਵੱਖਰੀਆਂ ਡਿਊਟੀਆਂ ਵੀ ਹੈਗੀਆਂ ਨੇ, ਕਿ ਉਹ ਇੰਨਾ ਸਮਾਂ ਕੱਢ ਪਾਉਣਗੇ ਕਿ ਉਹ ਆਪਣੇ ਵੱਲੋਂ ਫੈਸਲਾ ਦੇ ਸਕਣ, ਸੁਣਵਾਈ ਕਰ ਸਕਣ, ਸਕੂਲ ਨੂੰ ਵੀ ਸੱਦਣ, ਟੀਚਰ ਨੂੰ ਵੀ ਸੱਦਣ, ਤੇ ਉਹਦੇ ਵਿੱਚ ਬਿਠਾ ਕੇ ਕਹਿ ਸਕਣ ਕਿ ਹਾਂਜੀ ਤੁਹਾਡਾ ਇਹ ਹੱਕ ਬਣਦਾ, ਤੁਹਾਡਾ ਹੱਕ ਨਹੀਂ ਬਣਦਾ। ਬਿਲਕੁਲ ਠੀਕ ਹੈ ਜੀ। ਤੁਹਾਡੀ ਜਿਹੜੀ ਇਹ ਹੈਗੀ ਆ ਡਿਵੀਜ਼ਨਲ ਲੈਵਲ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਰੈਗੂਲੇਟਰੀ ਕਮੇਟੀਆਂ ਬਣੀਆਂ ਹੋਈਆਂ ਸੀ ਪਹਿਲਾਂ, ਜਿਹਦੇ ਚੇਅਰਮੈਨ ਮਾਨਯੋਗ ਕਮਿਸ਼ਨਰ ਸਾਹਿਬ ਸੀਗੇ। ਜਦੋਂ ਤੋਂ ਮੈਂ ਰਿਟਾਇਰ ਹੋਇਆ ਉਦੋਂ ਬਾਅਦ ਇੱਕ ਮੋਡੀਫਿਕੇਸ਼ਨ ਹੋਈ ਹੈ ਤੇ DC ਸਾਹਿਬ ਨੂੰ ਚੇਅਰਮੈਨ ਬਣਾ ਦਿੱਤਾ ਗਿਆ, ਤੇ DO ਜਿਹੜਾ ਹੈਗਾ ਉਹ ਸਕੱਤਰ ਹੈ ਇਸ ਰੈਗੂਲੇਟਰੀ ਕਮੇਟੀ ਦਾ, ਜਿਹਦੇ ਵਿੱਚ ਜੇ ਇਹ ਸ਼ਿਕਾਇਤਾਂ ਜਾਣਗੀਆਂ ਤਾਂ ਮੈਂ ਨਹੀਂ ਮੰਨਦਾ ਵੀ ਉਹਨਾਂ ਦਾ ਨਾ ਕੋਈ ਫੈਸਲਾ ਹੋਏਗਾ। ਜ਼ਰੂਰ ਕਰਨਗੇ, ਕਿਉਂਕਿ ਇਹ ਵੀ ਉਹਨਾਂ ਦੀ ਮਹਾਮਾਰੀ ਦੇ ਵਿੱਚ ਇੱਕ ਤਰ੍ਹਾਂ ਦੀ ਡਿਊਟੀ ਹੈ। ਉਹਦੇ ਨਾਲ ਹੀ ਲੱਗ ਕੇ ਮਾਨਯੋਗ ਜਿਹੜੇ DC ਸਾਹਿਬ ਨੇ ਆਪਣੇ ਜ਼ਿਲ੍ਹੇ ਦੇ ਜਿੰਨੀਆਂ ਵੀ ਉਹਨਾਂ ਦੀਆਂ ਕੰਪਲੇਂਟਸ ਆਉਣਗੀਆਂ ਮੇਰੇ ਹੁੰਦੀਆਂ, ਕਿਉਂਕਿ ਮੇਰੇ ਕੋਲੇ ਇੱਕ ਵਾਧੂ CO ਦਫ਼ਤਰ ਦਾ ਚਾਰਜ ਵੀ ਰਿਹਾ, ਮੰਡਲ ਜਿਹੜਾ ਸਿੱਖਿਆ ਅਫਸਰ ਸੀਗਾ, ਉਸ ਸਮੇਂ ਸਾਡੇ ਕੋਲੇ 7 ਜ਼ਿਲ੍ਹਿਆਂ ਦੀਆਂ ਕੰਪਲੇਂਟਸ ਆਉਂਦੀਆਂ ਸੀ। ਰੈਗੂਲੇਟਰੀ ਕਮੇਟੀ ਹਰ ਮਹੀਨੇ ਦੇ ਵਿੱਚ ਉਹ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ ਉਹਨਾਂ ਦੀਆਂ ਹਰ ਹਫ਼ਤੇ ਦੇ ਵਿੱਚ 2-2 3-3 ਮੀਟਿੰਗਾਂ ਹੁੰਦੀਆਂ ਸੀ, ਤਾਂ ਕਿ ਜਿੰਨੀਆਂ ਸ਼ਿਕਾਇਤਾਂ ਇੱਕ ਮਹੀਨੇ ਦੇ ਵਿੱਚ ਆਈਆਂ ਉਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ। ਮੈਨੂੰ ਪੂਰੀ ਹੁਣ ਵੀ ਉਮੀਦ ਹੈ ਕਿ ਜਿਹੜਾ ਇਹ ਫੈਸਲਾ ਹੈਗਾ, ਇਹ ਜਿਹੜੇ 99 ਜਿਹੜੇ ਬੱਚਿਆਂ ਦੀ ਨਹੀਂ ਮੰਨ ਲਓ ਹੋ ਸਕਿਆ, ਉਹਨਾਂ ਦੀ ਫੀਸਾਂ ਮਾਫ ਨਹੀਂ ਹੋ ਚੁੱਕੀਆਂ, ਉਹਨਾਂ ਦਾ ਫੈਸਲਾ ਇਹ ਜ਼ਰੂਰ ਕਰਨਗੇ। ਪੂਰੀ ਉਮੀਦ ਹੈ ਮੈਨੂੰ ਇਸ ਦੇ ਬਾਰੇ ਵਿੱਚ। ਤੁਹਾਨੂੰ ਉਮੀਦ ਹੈ, ਪਰ ਆਪਣੇ ਆਪ 'ਚ ਲੋਕਾਂ ਨੂੰ ਜਿਹੜਾ ਇਹਦੇ ਉੱਤੇ ਵੱਡਾ ਸ਼ੱਕ ਹੈਗਾ, ਕਿਉਂਕਿ ਹੁਣ ਮੈਂ ਪੂਰੀ ਜਿਹੜਾ ਸਮਾਂ ਹੈ ਉਹ ਬੜਾ ਕੀਮਤੀ ਹੈ, ਕਿ ਰਾਹਤ ਜਿਹੜੀ ਹੈ ਉਹ ਅੱਜ ਚਾਹੀਦੀ ਹੈ। ਪਰ ਜਿਸ ਤਰੀਕੇ ਨਾਲ ਬਹੁਤ ਸਾਰੇ ਪੇਰੈਂਟਸ ਨਾਲ ਮੇਰੀ ਗੱਲ ਹੋਈ ਹੈ, ਬਹੁਤ ਸਾਰੇ ਸ਼ੋਅ ਦੇ ਵਿੱਚ ਆਉਣਾ ਵੀ ਚਾਹੁੰਦੇ ਸਨ, ਕਿਉਂਕਿ ਸਾਡੇ ਕੋਲ ਘੱਟ ਸਪੇਸ ਹੁੰਦੀ ਹੈ, ਇਸ ਕਰਕੇ ਅਸੀਂ ਜ਼ਿਆਦਾ ਨੂੰ ਵਿੱਚ ਐਡ ਨਹੀਂ ਕਰ ਸਕੇ। ਪਰ ਉਹ ਕਹਿੰਦੇ ਸਨ ਕਿ ਜਿਹੜੀ ਸਾਨੂੰ ਫੌਰੀ ਰਾਹਤ ਦੀ ਉਮੀਦ ਹੈ, ਜਿਸ ਤਰੀਕੇ ਨਾਲ ਹੁਣ ਇਹ ਸਿਸਟਮ ਚੱਲੇਗਾ, ਅਲਟੀਮੇਟਲੀ ਜਿਹੜੀ ਸਾਨੂੰ ਰਾਹਤ ਹੈ ਉਹ ਫੌਰੀ ਨਜ਼ਰ ਨਹੀਂ ਆਉਂਦੀ, ਤੇ ਇਹਦੇ ਨਾਲ ਤਣਾਅ ਜਿਹੜਾ ਹੈ ਉਹ ਹੋਰ ਵੀ ਵਧੇਗਾ, ਕਿਉਂਕਿ ਪੇਰੈਂਟ ਜਿਹੜਾ ਉਹਨੂੰ ਇੱਕ ਵਾਰੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ, ਪਰ ਸਕੂਲ ਨੂੰ ਕਈ ਵਾਰੀ 100 ਵਾਰੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ, ਕਿਉਂਕਿ ਉਹ 100 ਪਾਰਟੀਆਂ ਦੇ ਵਿੱਚ ਆਪਣੇ ਆਪ ਨੂੰ ਇੱਕ ਰਿਪਰੈਜ਼ੈਂਟ ਕਰੇਗਾ, ਜਿਹੜਾ ਕਿ ਆਪਣੇ ਆਪ 'ਚ ਬਹੁਤ ਜ਼ਿਆਦਾ ਚੈਲੰਜਿੰਗ ਹੈ। ਤੇ ਜਦੋਂ ਤੁਸੀਂ
ਸਕੂਲ ਨੂੰ ਬਾਰ-ਬਾਰ ਕਮੇਟੀ ਦੇ ਸਾਹਮਣੇ ਲੈ ਕੇ ਜਾਓਗੇ ਤਾਂ ਤਣਾਅ ਜਿਹੜਾ ਹੈ ਉਹ ਆਪਣੇ ਆਪ 'ਚ ਉੱਥੇ ਜਿਹੜਾ ਉਹ ਜ਼ਿਆਦਾ ਵੱਧ ਸਕਦਾ। ਸਤਨਾਮ ਜੀ, ਮੈਂ ਜ਼ਰੂਰ ਤੁਹਾਡੇ ਕੋਲ ਇੱਕ ਚੀਜ਼ ਇੱਥੇ ਪੁੱਛਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਤੁਸੀਂ ਹੁਣ ਦੁਨੀਆ ਭਰ ਦੇ ਵਿੱਚ ਵੇਖਦੇ ਹੋ, ਜਿਸ ਤਰ੍ਹਾਂ ਤੁਸੀਂ ਪਹਿਲਾਂ ਐਗਜ਼ਾਮਪਲ ਵੀ ਦਿੱਤੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਨੇ ਉਹ ਬੱਚਿਆਂ ਨੂੰ ਬਹੁਤ ਰਾਹਤਾਂ ਦਿੱਤੀਆਂ ਗਈਆਂ, ਪੈਸੇ ਤੱਕ ਵੀ ਦਿੱਤੇ ਗਏ। ਤੁਹਾਨੂੰ ਕੀ ਲੱਗਦਾ ਪਿਆ ਸੀ ਕਿ ਇਸ ਵੇਲੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਸਾਨੂੰ ਇਸ ਵੇਲੇ ਦਾਨ ਚਾਹੀਦਾ, ਸਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਦਿਓ, ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਸ ਵੇਲੇ ਮਹਾਮਾਰੀ ਦੇ ਲੜਨ ਦੇ ਲਈ ਸਾਨੂੰ ਜਿਹੜਾ ਉਹ ਪੈਸਾ ਚਾਹੀਦਾ ਹੈ, ਸਾਨੂੰ ਯੋਗਦਾਨ ਚਾਹੀਦਾ ਹੈ, ਤੁਸੀਂ ਇਹਦੇ ਵਿੱਚ ਪੈਸਾ ਪਾ ਦਿਓ। ਤੁਹਾਨੂੰ ਕੀ ਲੱਗਦਾ ਕਿ ਆਪਣੇ ਆਪ 'ਚ ਸਪੋਰਟ ਕਿੱਥੋਂ ਹੁੰਦੀ ਜਦੋਂ ਆਪਾਂ ਕਹਿੰਦੇ ਕਿ ਆਪਾਂ 14 ਲੱਖ ਕਰੋੜ ਦਾ ਜਿਹੜਾ ਆਪਾਂ ਬਜਟ ਦੇ ਦਿੱਤਾ, ਅਸੀਂ ਇੰਨੀਆਂ ਵੱਡੀਆਂ ਰਾਹਤਾਂ ਦੇ ਰਹੇ ਹਾਂ, ਤਾਂ ਪੜ੍ਹਾਈ ਵਾਲੇ ਪਾਸੇ ਜਿਹੜੀ ਉਹ ਰਾਹਤ ਕਿਉਂ ਨਹੀਂ ਹੁੰਦੀ? ਦੇਖੋ ਜੀ, ਇੱਥੇ ਦੋਨੋਂ ਤਰ੍ਹਾਂ ਗਲਤ ਹੈ, ਸਕੂਲ ਵੀ ਗਲਤ ਹੈ ਤੇ ਸਰਕਾਰ ਵੀ ਗਲਤ ਹੈ। ਸਕੂਲ ਤਾਂ ਜਿਵੇਂ ਪੰਜਾਬੀ 'ਚ ਕਹਿ ਦਾਂ ਸ਼ਬਦ ਮੇਰੇ ਗਲਤ ਹੋਏ, ਚੋਰ ਬਣ ਗਏ ਹੈ, ਇਹ ਕਰਪਟ ਹੋ ਗਏ, ਸਕੂਲ ਇੰਡਸਟਰੀ ਬਣ ਗਈ ਹੈ। ਮੰਨ ਲਓ ਮੇਰੇ ਬੱਚੇ ਮੋਹਾਲੀ ਦੇ ਇੱਕ ਟੌਪ ਦੇ ਸਕੂਲ 'ਚ ਪੜ੍ਹਦੇ ਆ, ਜਿਹੜਾ 50 ਸਾਲ ਪਹਿਲੇ ਸਕੂਲ ਖੁੱਲਿਆ ਸੀ। ਪਹਿਲੇ ਮਹੀਨੇ ਜਿਹੜੀ ਇਹਦੀ ਫੀਸ ਸੀ, ਉਸ ਫੀਸ ਦਾ ਨੈਟ ਪ੍ਰੋਫਿਟ ਜੁੜਿਆ ਹੋਇਆ ਸੀ। 50 ਸਾਲ ਪਹਿਲੇ ਤੋਂ ਲੈ ਕੇ ਪਿਛਲੇ ਜਿਹੜੀ ਮਾਰਚ ਤੱਕ ਇੱਕ ਵੀ ਮਹੀਨਾ ਅਜਿਹਾ ਨਹੀਂ ਹੋਇਆ ਜਦੋਂ ਉਹਨੇ ਕਮਾਈ ਨਾ ਕੀਤੀ ਹੋਵੇ। ਤੂਫਾਨ ਆ ਗਿਆ, ਬਾਰਿਸ਼ ਪੈ ਗਈ ਹੈ, ਕਿਸਾਨ ਦੀ ਫਸਲ ਖਰਾਬ ਹੋ ਗਈ, ਬਸ ਸਕੂਲ ਦੀ ਫੀਸ ਆਉਂਦੀ ਰਹੀ। ਭੁਚਾਲ ਆ ਗਿਆ ਜਾਂ ਕੋਈ ਆਤੰਕਵਾਦੀ ਹਮਲਾ ਹੋ ਗਿਆ, ਲੋਕਾਂ ਦੀ ਆਮਦਨ ਬੰਦ ਹੋਈ, ਸਕੂਲ ਦੀ ਆਮਦਨ ਕਦੇ ਬੰਦ ਨਹੀਂ ਹੋਈ। ਗਰਮੀਆਂ ਦੀ ਛੁੱਟੀਆਂ ਜਾਂ ਸਰਦੀਆਂ ਦੀ ਛੁੱਟੀਆਂ ਹਮੇਸ਼ਾ ਇਹਨੇ ਕਮਾਈ ਕੀਤੀ। 50 ਸਾਲ ਪਹਿਲੇ ਜਿਹੜਾ ਸਕੂਲ ਦਾ ਮਾਲਕ ਆਟੋ ਚਲਾਉਂਦਾ ਸੀ ਜਾਂ ਸਾਈਕਲ ਤੇ ਆਇਆ ਸੀ ਜਾਂ ਮੋਪੜ ਤੇ ਆਇਆ ਸੀ, ਅੱਜ ਦੁਨੀਆ ਦੀ ਸਭ ਤੋਂ ਮਹਿੰਗੀਆਂ ਕਾਰਾਂ ਉਹਦੇ ਹੇਠ ਹੈ। ਅਸੀਂ ਸ਼ਹਿਰ 'ਚ ਲੈ ਕੇ 20-30 ਸਾਲ ਨੌਕਰੀ ਕਰਕੇ ਇੱਕ ਵਧੀਆ ਘਰ ਨਹੀਂ ਸਾਡੇ 5-7-10 ਮਰਲੇ ਦਾ, ਪਰ ਸਕੂਲ ਵਾਲਾ 5-7 ਸਾਲ 'ਚ ਇੱਕ ਮਹਿਲਾ ਵਰਗਾ ਬਿਲਡਿੰਗ ਖੜੀ ਕਰ ਦਿੰਦਾ ਕਿਰਾਏ ਦੀ ਬਿਲਡਿੰਗ ਤੋਂ। ਉਹ ਇੰਨੀ ਜ਼ਿਆਦਾ ਕਮਾਈ ਕਰਦਾ, ਫਿਰ ਮੇਰੇ ਚੰਡੀਗੜ੍ਹ ਜਾਂ ਮੇਰੇ ਮੋਹਾਲੀ ਸ਼ਹਿਰ ਜਾਂ ਮੇਰੇ ਰੋਪੜ ਸ਼ਹਿਰ ਜਾਂ ਲੁਧਿਆਣੇ 'ਚ ਉਹ ਇੱਕ ਹੋਰ ਦੂਜੇ ਏਰੀਆ ਜਾ ਕੇ, ਦੂਜੇ ਸੈਕਟਰ ਜਾ ਕੇ ਦੁਕਾਨ ਖੋਲ ਲੈਂਦਾ। ਤੇ ਉਸ ਤੋਂ ਬਾਅਦ ਏਦਾਂ ਦੇ ਸਕੂਲ ਆ ਜਿਹਨੇ 15-15 20 ਦੁਕਾਨਾਂ ਖੋਲ ਰਹੀਆਂ, 20 ਬ੍ਰਾਂਚਾਂ ਖੋਲ ਰਹੀਆਂ ਤੇ ਅਰਬਾਂ ਰੁਪਏ ਦੀ ਕਮਾਈ ਹੈ। ਜੇ ਹੁਣ ਗੱਲ ਕਰੀਏ ਸਰਕਾਰ ਨੇ ਰਾਹਤ ਦੇਣੀ, ਜਿੱਦਾਂ ਬਾਕੀ ਇੰਡਸਟਰੀ ਨੂੰ ਰਾਹਤ ਦਿੱਤੀ ਜਾਂਦੀ ਹੈ, ਸਕੂਲਾਂ ਵਾਲਿਆਂ ਨੂੰ ਪੁੱਛੇ ਸਰਕਾਰ, ਲਿਆਓ ਜੀ ਤੁਸੀਂ ਦਿਖਾਓ ਆਪਣੇ ਹਿਸਾਬ ਕਿਤਾਬ, ਆਪਣੀ ਬੈਲੈਂਸ ਸ਼ੀਟਾਂ ਦਿਖਾ ਦਿਓ, ਆਪਣੀ ਬੈਂਕ ਸਟੇਟਮੈਂਟਾਂ ਦਿਖਾ ਦਿਓ, ਤੁਸੀਂ ਦੱਸ ਦਿਓ ਕਿ ਅਸੀਂ ਡੁੱਬ ਰਹੇ ਹਾਂ ਜੀ, ਤਨਖਾਹ ਨਹੀਂ ਦੇ ਸਕਦੇ, ਤੇ ਸਰਕਾਰ ਨੂੰ ਸਿੱਧੇ ਰਾਹਤ ਪੈ ਕੇ ਦੇ ਦੇ। ਇੱਥੇ ਸਰਕਾਰ ਵੀ ਗਲਤ ਹੈ, ਸਕੂਲ ਤਾਂ ਹੈ ਹੀ ਗਲਤ ਹੈ, ਕਿਉਂਕਿ ਜਿਹੜੇ 100 ਦੇ ਕਰੀਬ ਸਕੂਲ ਪਟੀਸ਼ਨਰ ਹੈ, ਕੋਈ ਵੀ ਸਕੂਲ ਜੋ ਗਰੀਬ ਨਹੀਂ, ਸਾਰੇ ਹੀ ਕਰੋੜਪਤੀ ਹੈ। ਮੈਂ ਇੱਕ ਸਕੂਲ ਦੀ ਐਗਜ਼ਾਮਪਲ ਦਿੰਦਾ, ਮੰਡੀ ਗੋਬਿੰਦਗੜ੍ਹ ਦਾ ਸਕੂਲ ਹੈ, ਓਮ ਪ੍ਰਕਾਸ਼ ਬਾਂਸਲ ਉਸ ਸਕੂਲ ਦਾ ਨਾਮ ਹੈ। ਉਸਨੇ ਮਾਪਿਆਂ ਤੇ ਪੁਰਾਣਾ ਝਗੜਾ ਚੱਲਦਾ ਸੀ ਫੀਸਾਂ ਨੂੰ ਲੈ ਕੇ, ਮਾਪਿਆਂ ਦੇ ਕੋਰਟ ਕੇਸ ਕੀਤਾ ਕਿ ਮੇਰੇ ਸਕੂਲ ਦਾ ਕੰਮ ਹੈਗਾ 200 ਕਰੋੜ ਰੁਪਏ ਦਾ, ਮਾਪਿਆਂ ਨੇ ਮੇਰੇ ਸਕੂਲ ਦੇ ਵਪਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੇ 50 ਲੱਖ ਦਾ ਮਾਨਹਾਨੀ ਦਾਅਵਾ ਕਰਤਾ। ਮਤਲਬ ਉਹ ਸਕੂਲ ਜਿਹੜਾ 10 ਜਾਂ 15 ਸਾਲਾਂ ਬਾਅਦ ਇਹ ਕਹਿ ਰਿਹਾ ਕਿ 200 ਕਰੋੜ ਦਾ ਮੇਰਾ ਬਿਜ਼ਨਸ ਹੈ, 50 ਲੱਖ ਦਾ ਦਾਅਵਾ ਕਰਦਾ, ਮਤਲਬ 200 ਕਰੋੜ ਰੁਪਏ ਦਾ ਕਮਾਇਆ ਉਹਨੇ ਜ਼ੀਰੋ ਤੋਂ ਸ਼ੁਰੂ ਹੋ ਕੇ। ਤੇ ਉਹ ਸਕੂਲ 71 ਬੱਚਿਆਂ ਦੇ ਨਾਮ ਕੱਟ ਦਿੰਦਾ ਕਿ ਤੁਹਾਡੇ ਮਾਪਿਆਂ ਨੇ ਪੂਰੀਆਂ ਫੀਸਾਂ ਜਮ੍ਹਾਂ ਨਹੀਂ ਕਰਵਾਈਆਂ। ਉਹ ਸਕੂਲ ਵਾਲੇ ਦੇ ਪੋਲੀਟੀਕਲ ਲਿੰਕ ਹੈ ਵੱਡੀਆਂ ਪਾਰਟੀਆਂ ਦੇ ਵਿੱਚ। ਅਸੀਂ ਹਾਈ ਕੋਰਟ ਜਾਂਦੇ ਹਾਂ, ਹਾਈ ਕੋਰਟ ਜਾ ਕੇ ਹਾਈ ਕੋਰਟ ਦਾ ਆਰਡਰ ਆਂਦਾ ਕ੍ਰਿਸ਼ਨ ਕੁਮਾਰ ਜੀ ਸਿੱਖਿਆ ਸਕੱਤਰ ਨੂੰ ਕਿ 4 ਜਾਂ 5 ਦਿਨਾਂ 'ਚ ਵੱਧ ਤੋਂ 15 ਦਿਨ ਦਾ ਫੈਸਲਾ ਲੈ ਕੇ ਦੱਸ। ਕ੍ਰਿਸ਼ਨ ਕੁਮਾਰ ਜੀ ਪੂਰੀ ਇਨਵੈਸਟੀਗੇਸ਼ਨ ਕਰਦੇ ਆ ਤੇ ਸਕੂਲ ਨੂੰ ਆਰਡਰ ਕਰਦੇ ਆ ਕਿ 2 ਦਿਨਾਂ 'ਚ ਬੱਚਿਆਂ ਨੂੰ ਐਜੂਕੇਸ਼ਨ ਦੇ। ਤੇ ਅੱਗੇ ਸਕੂਲ ਵਾਲੇ ਕਹਿੰਦੇ ਤੁਸੀਂ ਕੌਣ ਹੁੰਦੇ ਸਾਨੂੰ ਕਹਿਣ ਵਾਲੇ, ਉਹ ਆਡੀਓ ਸਾਡੇ ਕੋਲ ਹੈਗੀ ਹੈ ਤੇ ਉਹਦੀ ਐਨਓਸੀ ਪਰਸੋਂ ਕੈਂਸਲ ਹੋਈ ਹੈ। ਹੁਣ ਜੇ ਸਕੂਲ ਸੱਚੀ ਡੁੱਬ ਰਹੇ ਆ, ਏਦਾਂ ਦੀ ਗੱਲ ਹੈ ਨਹੀਂ। ਹੁਣ ਗੱਲ ਆ ਕਿ ਸੈਲਰੀ ਦੇਣੀ, ਜਿਹੜਾ ਸਕੂਲ ਪਿੰਡ ਦਾ ਬਿਲਕੁਲ ਪਛੜੇ ਹੋਏ ਪਿੰਡ 'ਚ ਸਰਕਾਰੀ ਸਕੂਲ ਹੈਗਾ 2 ਕਮਰੇ 'ਚ, ਉਹਦੇ ਬੱਚੇ ਦੀ ਫੀਸ ਵੀ 500-700 ਹੈ, ਪਰ ਉਹਦੇ ਟੀਚਰ ਦੀ ਤਨਖਾਹ ਸਰਕਾਰੀ ਨਿਯਮਾਂ ਮੁਤਾਬਕ ਨਹੀਂ, ਉਹ 2-3-4 ਹਜ਼ਾਰ ਰੁਪਏ ਤੋਂ ਵੱਧ ਹੈ ਨਹੀਂ। ਬਹੁਤੇ ਸਕੂਲ ਏਦਾਂ ਦੇ ਕਸਬਿਆਂ ਦੇ ਵਿੱਚ ਸਰਕਾਰੀ ਰੇਟਾਂ ਮੁਤਾਬਕ ਸੈਲਰੀ ਮਿਲਦੀ ਹੈ, ਪਰ ਅਧਿਆਪਕਾਂ ਦੇ ATM ਕਾਰਡ, ਬੈਂਕ ਦੀ ਡਿਟੇਲ ਸਕੂਲਾਂ ਦੇ ਕੋਲ ਆਪਣੇ ਕੋਲ ਪਈ ਹੈ। ਉਹ ਜਿੰਨੀ ਕੁ ਚਾਹੁੰਦੇ ਆ 50% ਜਾਂ 40% ਜਾਂ 30% ਸੈਲਰੀ ਦਿੰਦੇ ਆ, ਬਾਕੀ ਆਪਣੇ ਕੋਲ ਰੱਖ ਲੈਂਦੇ ਆ। ਜਿਹੜੇ ਹੈਗੇ ਵੱਡੇ ਸਕੂਲ, ਹਰੇਕ ਸਕੂਲ 3-4 ਜਾਂ 5 ਬੱਚਿਆਂ ਦੀ ਜਿਹੜੀ ਫੀਸ ਹੈ ਉਸ ਤੋਂ ਟੀਚਰ ਦੀ ਸੈਲਰੀ ਦੇ ਸਕਦੇ ਆ, ਬਾਕੀ ਪੀਐਨ ਦਾ ਤੇ ਬਾਕੀ ਸਟਾਫ ਦਾ ਖਰਚਾ ਕਰ ਸਕਦੇ ਆ। ਮਤਲਬ ਜੇ 10 ਬੱਚਿਆਂ ਦਾ 50 ਬੱਚਿਆਂ ਦਾ ਇੱਕ ਸੈਕਸ਼ਨ ਹੈ, 40 ਤੋਂ 50 ਬੱਚਿਆਂ ਦਾ, 10 ਬੱਚਿਆਂ ਦੀ ਫੀਸ ਦੇ ਨਾਲ ਸਕੂਲ ਦੇ ਸਟਾਫ ਦਾ ਖਰਚਾ ਨਿਕਲ ਸਕਦਾ। ਪਰ ਅਸੀਂ ਉਹ ਕਿਹੜੀ ਫੀਸ ਦੇ ਦਈਏ ਜਿਹੜੀ ਬੱਸਾਂ ਸਾਡੇ ਬੱਚੇ ਬੈਠੇ ਨੇ, ਅਸੀਂ ਉਹ ਕਿਹੜੀ ਫੀਸ ਦੇ ਦਈਏ ਜਦੋਂ ਸਾਡੇ ਬੱਚਿਆਂ ਦੇ ਪੱਖੇ ਨਹੀਂ ਚੱਲੇ ਤੇ ਬਿਜਲੀ ਦਾ ਬਿੱਲ ਦੇ ਦਈਏ। ਉਹ ਸਾਰੀਆਂ ਗੱਲਾਂ ਜਿਹੜੀਆਂ ਗਲਤ ਹੋ ਗਈਆਂ ਤੇ ਨਾ ਤਾਂ ਹਾਈ ਕੋਰਟ ਨੇ ਇਸ ਪਾਸੇ ਧਿਆਨ ਦਿੱਤਾ। ਅਸੀਂ ਬਹੁਤ ਪਿੱਟ ਕੇ ਮਰ ਗਏ, ਅਸੀਂ ਮੀਡੀਆ 'ਚ ਬੋਲੇ। ਮੈਂ ਇੱਕ ਸਵਾਲ ਜਿਹੜਾ ਐਡਵੋਕੇਟ ਜਗਮਿੰਦਰ ਹੋਣਾ ਕੋ ਜਾਣਾ, ਐਡਵੋਕੇਟ ਜਗਮਿੰਦਰ ਮੈਂ ਜ਼ਰੂਰ ਤੁਹਾਡੇ ਕਿੱਥੇ ਪੁੱਛਦਾ, ਬਹੁਤ ਸਾਰੇ ਇਹੋ ਜਿਹੇ ਸਕੂਲਸ ਵੀ ਹੈਗੇ ਨੇ ਜਿਹੜੇ ਸਕੂਲ ਲਗਾਤਾਰ ਜਿਹੜੇ ਨੇ ਉਹ ਸਪੋਰਟ ਕਰ ਰਹੇ ਨੇ, ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਇਸ ਵੇਲੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਪ੍ਰੋਵਾਈਡ ਕਰਾ ਰਹੇ ਨੇ,
ਪਰ ਅਸਲ 'ਚ ਆਪਾਂ ਵੇਖਦੇ ਹਾਂ ਕਿ ਹੁਣ ਇਸ ਲੜਾਈ ਦੇ ਵਿੱਚ ਜਿਹੜੇ ਸਕੂਲ ਚੰਗੇ ਤਰੀਕੇ ਨਾਲ ਐਜੂਕੇਸ਼ਨ ਪ੍ਰੋਵਾਈਡ ਕਰਾ ਰਹੇ ਸਨ, ਜਿਹੜੇ ਜ਼ਿਆਦਾ ਮੁਨਾਫਾਖੋਰੀ ਵੱਲ ਧਿਆਨ ਨਹੀਂ ਸੀ ਦਿੰਦੇ ਸਨ, ਉਹ ਵੀ ਬਦਨਾਮ ਹੋ ਗਏ। ਤੇ ਜਿਹੜੇ ਸਿੱਧੇ ਲੁੱਟ ਦੇ ਕੰਮ 'ਚ ਪਏ ਸਨ, ਜਿਹੜੇ ਟੀਚਰਾਂ ਨੂੰ ਤਨਖਾਹ 10,000 ਦਿੰਦੇ ਸਨ ਕਾਗਜ਼ਾਂ ਦੇ ਉੱਤੇ, ਉਹਨਾਂ ਨੂੰ 5,000 ਵਾਪਸ ਲੈਂਦੇ ਸਨ। ਉਹਨਾਂ ਨੇ ਤੇ ਆਪਣੇ ਆਪ ਨੂੰ ਜਿਸ ਤਰੀਕੇ ਨਾਲ ਕਰਨਾ ਸੀ ਉਹ ਕੀਤਾ। ਸਾਰਿਆਂ ਨੂੰ ਪਤਾ ਕਿ ਕਿਹੜੇ ਕਿਹੜੇ ਸਕੂਲ ਨੇ ਕਿਸ ਕਿਸ ਤਰੀਕੇ ਨਾਲ ਜਿਹੜੇ ਕੰਮ ਕਰ ਰਹੇ ਨੇ। ਪਰ ਇਸ ਲੜਾਈ ਦੇ ਵਿੱਚ ਹੁਣ ਸਾਰੇ ਜਿਹੜੇ ਇੱਕੋ ਹਵਾਮ ਦੇ ਵਿੱਚ ਲਿਆ ਕੇ ਰੱਖ ਦਿੱਤੇ ਨੇ ਅਤੇ ਸਾਰੇ ਜਿਹੜੀ ਇੱਕ ਤਰੀਕੇ ਦੀ ਲੜਾਈ ਪਾ ਦਿੱਤੀ। ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਐਜੂਕੇਸ਼ਨ ਦਾ ਜਿਹੜਾ ਖੇਤਰ ਦੇ ਵਿੱਚ ਕੁਝ ਹੋਰ ਲੋਕ ਆਉਣਾ ਚਾਹੁੰਦੇ ਸਨ, ਜਿਨ੍ਹਾਂ ਦਾ ਸਿਰਫ ਮਨੋਰਥ ਇਹ ਸੀ ਕਿ ਅਸੀਂ ਸਾਫ਼ ਸੁਥਰੀ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕਰਾਉਣੀ ਹੈ ਇੱਕ NGO ਦੇ ਤੌਰ ਤੇ, ਉਹ ਵੀ ਕੱਲ੍ਹ ਨੂੰ ਤੋਬਾ ਕਰਕੇ ਪਰਾਂ ਹੋ ਜਾਣਗੇ ਕਿ ਸਾਨੂੰ ਇਹਦੇ 'ਚ ਆਉਣ ਦੀ ਲੋੜ ਨਹੀਂ ਹੈ? ਜੀ ਬਿਲਕੁਲ, ਮੈਂ ਤੁਹਾਡੇ ਜਿਹੜਾ ਸਵਾਲ ਹੈ ਬਿਲਕੁਲ ਵਾਜਿਬ ਹੈਗਾ ਤੇ ਮੈਂ ਇਹਦੇ ਨਾਲ ਸਹਿਮਤ ਵੀ ਹੈਗਾ ਵਾਂ ਕਿ ਜਿਹੜੇ ਇੱਕ ਅੱਛੀ ਮੈਂਟੈਲਿਟੀ ਵਾਲੇ ਲੋਕ ਇਸ ਪ੍ਰੋਫੈਸ਼ਨ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਜਿਹੜਾ ਸੋਸਾਇਟੀ ਨੂੰ ਇੱਕ ਸਰਵਿਸ ਦੇਣਾ ਚਾਹੁੰਦੇ ਨੇ, ਇੱਕ ਅੱਛੀ ਐਜੂਕੇਸ਼ਨ ਦੇਣਾ ਚਾਹੁੰਦੇ ਨੇ, ਘੱਟ ਫੀਸਾਂ ਦੇ ਉੱਤੇ ਦੇਣਾ ਚਾਹੁੰਦੇ ਨੇ। ਸਾਡੇ ਦਿੱਲੀ ਦੇ ਵਿੱਚ ਕਈ ਸਕੂਲ ਇਸ ਤਰ੍ਹਾਂ ਦੇ ਨੇ, ਮੈਂ ਮਤਲਬ ਖੁਦ ਐਡਮਿਸ਼ਨ ਕਰਵਾਇਆ ਹੈ ਆਪਣੇ ਪੁੱਤਰ ਦਾ, ਤੇ ਉੱਥੇ ਉਹਦੀ ਐਡਮਿਸ਼ਨ ਫੀਸ ਸਿਰਫ 200 ਰੁਪਏ, ਔਰ ਉਸ ਸਕੂਲ ਦੇ ਵਿੱਚ 4200 ਬੱਚਾ ਪੜ੍ਹਦਾ ਹੈ। ਪ੍ਰਾਈਵੇਟ ਸਕੂਲ ਹੈ, ਮੈਂ ਨਾਂ ਨਹੀਂ ਲੂੰਗਾ ਕਿਉਂਕਿ ਉਹਨਾਂ ਕੋਲੋਂ ਮੈਂ ਪਰਮਿਸ਼ਨ ਲਿੱਤੀ ਉਹਨਾਂ ਦਾ ਨਾਮ ਲੈਣ ਵਾਸਤੇ। ਇਸ ਕਰਕੇ ਮੈਂ ਕਹਾਂਗਾ ਕਿ ਕਈ ਸਕੂਲ ਇਸ ਤਰ੍ਹਾਂ ਦੇ ਹੈਗੇ ਨੇ ਕਿ ਜਿਹੜੇ ਸਿਰਫ ਸ਼ੁਰੂ ਤੋਂ ਹੀ ਇੱਕ ਅੱਛਾ ਚੀਜ਼ ਨੂੰ ਲੈ ਕੇ ਚੱਲਦੇ ਪਏ ਨੇ। ਇੱਕ 200 ਰੁਪਏ ਅੱਜ ਦੇ ਟਾਈਮ ਵਿੱਚ 200 ਰੁਪਏ ਐਡਮਿਸ਼ਨ ਫੀਸ ਕੀ ਹੁੰਦੀ ਹੈ? ਕੁਝ ਵੀ ਨਹੀਂ ਹੁੰਦੀ। ਉਹਨਾਂ ਦੀ ਟਿਊਸ਼ਨ ਫੀਸ ਵੀ ਬੜੀ ਨੋਮੀਨਲ ਜੀ ਹੈਗੀ ਹੈ। ਤੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਕਿ ਸਾਰੇ ਸਕੂਲ ਦੇ ਵਿੱਚ ਹੀ ਇਹ ਚੀਜ਼ਾਂ ਹੈਗੀਆਂ ਨੇ। ਕਈ ਸਕੂਲ ਹੱਲੇ ਵੀ ਅੱਛਾ ਕੰਮ ਕਰ ਰਹੇ ਨੇ, ਅੱਛੀ ਨੀਅਤ ਨਾਲ ਕੰਮ ਕਰ ਰਹੇ ਨੇ, ਅੱਛੀ ਐਜੂਕੇਸ਼ਨ ਦੇ ਰਹੇ ਨੇ, ਅੱਛੀ ਜਿਹੜੀ ਹੈ ਫੈਸਿਲਿਟੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਨੇ। ਇਸ ਤਰ੍ਹਾਂ ਨਹੀਂ ਹੈ ਕਿ ਉਹ ਵਾਲਾ ਸਕੂਲ ਬਹੁਤ ਪਿੱਛੇ ਹੈਗਾ। ਉਹ ਸਕੂਲ ਦੇ ਵਿੱਚ ਵੀ ਐਜੂਕੌਮ ਦੇ ਥਰੂ ਐਜੂਕੇਸ਼ਨ ਦਿੱਤੀ ਜਾਂਦੀ ਹੈ। ਉਹ ਸਕੂਲ ਦੇ ਵਿੱਚ ਅੱਜ ਜਿਹੜਾ ਲਾਕਡਾਊਨ ਹੈ ਤੇ ਮੇਰਾ ਬੱਚਾ ਜ਼ੂਮ ਐਪ ਦੇ ਥਰੂ 6 ਘੰਟੇ ਦੀ ਕਲਾਸ ਲੈਂਦਾ, ਰੋਜ਼ 6 ਘੰਟੇ ਦੀ ਕਲਾਸ ਬਹੁਤ ਹੀ ਘੱਟ ਸਕੂਲ ਦੇ ਰਹੇ ਨੇ। ਹੋਰ ਟੀਚਰਾਂ ਆਪਣੇ ਘਰ ਬੈਠ ਕੇ ਦੇ ਰਹੀਆਂ ਨੇ, ਪੂਰਾ ਕਰਿਕੂਲਮ ਇੱਕ ਦਿਨ ਪਹਿਲੇ ਆ ਜਾਂਦਾ ਜੀ ਅਸੀਂ ਕੱਲ ਕੀ ਕਰਾਉਣਾ ਹੋਵੇ। ਤੇ ਇਸ ਤਰੀਕੇ ਦੇ ਨਾਲ ਮੈਂ ਤੇ ਇਹੀ ਕਹਾਂਗਾ ਕਿ ਜਿਹੜੇ ਸਕੂਲ ਇਹ ਗਲਤ ਕੰਮ ਕਰ ਰਹੇ ਨੇ ਸਿਰਫ ਉਹਨਾਂ ਦਾ ਨਾਮ ਲਿੱਤਾ ਜਾਏ, ਨਾ ਕਿ ਪੂਰੀ ਇੱਕ ਕਮਿਊਨਿਟੀ ਨੂੰ ਬਦਨਾਮ ਕੀਤਾ ਜਾਏ ਕਿ ਪੂਰਾ ਸਕੂਲ ਹੀ ਸਾਰੇ ਸਕੂਲ ਹੀ ਇਹੋ ਜਿਹੇ। ਬਾਜਵਾ ਜੀ ਮੈਂ ਤੁਹਾਡੇ ਕੋਲ ਵਾਪਸ ਆਉਣਾ। ਹੁਣ ਜਿਹੜਾ ਪ੍ਰਾਈਵੇਟ ਸਕੂਲਾਂ ਦੀ ਅਸਲ ਲੜਾਈ ਹੈਗੀ ਹੈ, ਪ੍ਰਾਈਵੇਟ ਸਕੂਲ ਉਹ ਵੀ ਹੈਗੇ ਨੇ ਜਿਹੜਾ 200 ਰੁਪਇਆ ਮਹੀਨਾ ਫੀਸ ਲੈਂਦਾ। ਪ੍ਰਾਈਵੇਟ ਸਕੂਲ ਉਹ ਵੀ ਹੈਗਾ ਜਿਹੜਾ ਘੱਟ ਤੋਂ ਘੱਟ ਵੀ ਜਿਹੜਾ ਉਹ 1000 ਰੁਪਇਆ ਵੀ ਜਿਹੜਾ ਉਹ ਜਿਹੜੀ ਮਹੀਨੇ ਦੀ ਫੀਸ ਲੈਂਦਾ। ਉਹਦਾ ਤਰੀਕਾ ਹੈ, ਬਹੁਤ ਸਾਰੇ ਆਪਣੇ ਸਟੈਂਡਰਡ ਹੈ ਸਕੂਲਾਂ ਦੇ, ਕਿਹੜੇ ਸਟੈਂਡਰਡ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਪੜ੍ਹਾ ਰਹੇ ਹੋ। ਹੁਣ ਜੇ ਆਮ ਬੱਚਾ ਜਿਹੜਾ ਹੈਗਾ ਉਹਦਾ ਮਾਪਿਓ ਜੇ ਅਫੋਰਡ ਕਰ ਸਕਦਾ ਹੈ ਤਾਂ ਉਹ ਦੋਵੇਂ ਤਰੀਕੇ ਦੀਆਂ ਫੀਸਾਂ ਜਿਹੜੀਆਂ ਉਹ ਦੇ ਪਾ ਰਿਹਾ। ਜੇ ਸਰਕਾਰੀ ਸਕੂਲ ਜਿਹੜਾ ਹੈਗਾ ਜਿਹੜਾ ਇਹ ਨਾਰੇ ਮਾਰਦੇ ਨੇ ਕਿ ਅਸੀਂ 8ਵੀਂ ਤੱਕ ਜਿਹੜੀ ਹੈ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਆਪਾਂ ਫ੍ਰੀ ਦਿੰਦੇ ਆ, ਅਸੀਂ ਜਿਹੜਾ ਉਹਨਾਂ ਨੂੰ ਜਿਹੜਾ ਉੱਥੇ ਖਾਣਾ ਵੀ ਫ੍ਰੀ ਦਿੰਦੇ ਆ, ਹੋਰ ਸਹੂਲਤਾਂ ਵੀ ਜਿਹੜੀਆਂ ਫ੍ਰੀ ਦਿੰਦੇ ਆ। ਜੇ ਆਪਾਂ ਉੱਥੋਂ ਦਾ ਐਜੂਕੇਸ਼ਨ ਦਾ ਸਟੈਂਡਰਡ ਜੇ ਵਧਾਈਏ ਤੇ ਜੇ ਉਹੀ ਬੱਚਿਆਂ ਨੂੰ ਜਾਂ ਉਹੀ ਪੇਰੈਂਟ ਨੂੰ ਜਿਹੜਾ ਹੈ ਉਹਨਾਂ ਨੂੰ ਦੁਬਾਰਾ ਇੱਕ ਘੁਮਾ ਕੇ ਆਪਣਾ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ, ਤੁਹਾਨੂੰ ਨਹੀਂ ਲੱਗਦਾ ਕਿ ਦੋਵੇਂ ਐਂਡ ਦੇ ਉੱਤੇ ਫਾਇਦਾ ਹੋਵੇ? ਜਿਹੜੇ ਪੇਰੈਂਟਸ ਪੈਸੇ ਦੇ ਸਕਦੇ ਨੇ ਉਹਨਾਂ ਦੇ ਨਾਲ ਉਹਨਾਂ ਮਾਪਿਓ ਦਾ ਵੀ ਫਾਇਦਾ ਹੋਵੇ ਜਿਹੜੇ ਪੈਸੇ ਨਹੀਂ ਦੇ ਸਕਦੇ, ਤੇ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈ ਬਰਾਬਰ ਦੀ ਐਜੂਕੇਸ਼ਨ ਜਿਹੜੀ ਮਿਲ ਪਾਵੇ। ਮੈਂ ਪਹਿਲਾਂ ਵੀ ਕਹਿ ਚੁੱਕਿਆ ਜੀ, ਸਾਡੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਜਿਹੜਾ ਸਟੈਂਡਰਡ ਹੈ ਬਹੁਤ ਉੱਚਾ ਹੈਗਾ। ਇਹ ਤਾਂ ਆਪਣੇ ਮਨ ਦੀ ਸਾਡੀ ਸੋਚ ਹੈਗੀ ਹੈ ਕਿ ਜਿਹੜੇ ਅਸੀਂ ਆਪਣੇ ਸਟੇਟਸ ਸਿੰਬਲ ਹੈ ਸਾਡਾ ਅੱਜ ਕੱਲ੍ਹ ਦੇ, ਜਿਵੇਂ ਆਪਾਂ ਕਹਿ ਸਕਦੇ ਹਾਂ ਸਟੇਟਸ ਸਿੰਬਲ ਹੈ ਵੀ ਅਸੀਂ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਹੀ ਪੜ੍ਹਾਉਣਾ। ਸਰਕਾਰੀ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦਾ ਇਨਫਰਾਸਟਰਕਚਰ ਹੈ, ਹਾਈਲੀ ਕੁਆਲੀਫਾਈਡ ਸਟਾਫ ਹੈਗੇ ਨੇ, ਬਹੁਤ ਉੱਚੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਟੱਡੀ ਕਰਾਈ ਜਾਂਦੀ ਹੈ। ਜੇ ਇੱਥੇ ਪਾਏ ਜਾਣ, ਮੈਂ ਤਾਂ ਵਿਸ਼ਵਾਸ ਇਹੀ ਇਹਨਾਂ ਦਾ ਪੈਦਾ ਕਰਨਾ ਚਾਹੁੰਦਾ ਇਹਨਾਂ ਦੇ ਮਨਾਂ ਦੇ ਵਿੱਚ, ਜੇ ਇਹਨਾਂ ਸਰਕਾਰੀ ਸਕੂਲਾਂ 'ਚ ਪਾ ਦਈਏ ਤਾਂ ਜਿਹੜਾ ਇਹ ਆ ਫੀਸ ਵਾਲਾ ਰੇੜਕਾ ਹੈ ਮੇਰੇ ਮੁਤਾਬਕ ਇਹ ਮੁੱਕ ਜਾਣਾ ਚਾਹੀਦਾ। ਬਾਜਵਾ ਸਾਹਿਬ, ਸਟੇਟਸ ਸਿੰਬਲ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਸਰਕਾਰੀ ਟੀਚਰ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ, ਇਹ ਆਪਣੇ ਬੱਚਿਆਂ ਨੂੰ ਜਿਹੜਾ ਇੱਕ ਸਵਾਲ ਬਾਰ-ਬਾਰ ਉੱਠਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਉਂ ਭੇਜਦੇ ਨੇ? ਜੇ ਸਟੇਟਸ ਸਿੰਬਲ ਦੀ ਭੁੱਖ ਜਿਹੜੀ ਹੈ ਤੁਹਾਨੂੰ ਲੱਗਦਾ ਕਿ ਨਜਾਇਜ਼ ਹੈ, ਗਲਤ ਹੈ,
ਤਾਂ ਫਿਰ ਆਪਾਂ ਇਹ ਸਟੇਟਸ ਸਿੰਬਲ ਦੇ ਵਿੱਚ ਜਿਹੜੇ ਸਰਕਾਰੀ ਟੀਚਰ ਕਿਉਂ ਪੈਂਦੇ ਨੇ? ਮੈਂ ਆਪ ਦੀ ਗੱਲ ਕਰਨਾ ਚਾਹੁੰਦਾ। ਮੇਰੇ 2 ਬੱਚੇ ਨੇ, ਬੇਟਾ ਬੇਟੀ ਨੇ, ਦੋਨੋਂ ਸਰਕਾਰੀ ਸਕੂਲਾਂ 'ਚ +2 ਕਰਕੇ ਗਏ ਨੇ। ਬੇਟਾ USA 'ਚ ਸੈਟਲਡ ਹੈਗਾ, ਬੇਟੀ ਬਹੁਤ ਵਧੀਆ ਤਰੀਕੇ ਜੀ। ਉਹਨੇ MA ਇੰਗਲਿਸ਼ ਕਰਕੇ ਕੀਤੀ ਹੋਈ ਹੈ। ਬਾਕੀਆਂ ਬਾਰੇ ਮੈਂ ਕਿਸੇ ਬਾਰੇ ਉਹ ਨਹੀਂ ਕਹਿ ਸਕਦਾ, ਉਹਨਾਂ ਦੀ ਆਪ ਦੀ ਸੋਚ ਹੈ, ਮੇਰੀ ਆਪ ਦੀ ਸੋਚ ਹੈ। ਮੇਰੇ ਆਪ ਦੇ ਬੱਚੇ ਸਰਕਾਰੀ ਐਡਵੋਕੇਟ ਠਾਕੁਰ, ਮੈਂ ਤੁਹਾਡੇ ਕੋਲ ਵਾਪਸ ਆਉਣਾ ਜੀ। ਜਦੋਂ ਹੁਣ ਕੇਸ ਦੇ ਵਿੱਚ ਆਪਾਂ ਕੇਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਜਦੋਂ ਆਪਾਂ ਉੱਥੇ ਤੱਥ ਦੇਣੇ ਨੇ, ਤੱਥ ਦੇ ਵਿੱਚ ਜਦੋਂ ਆਪਾਂ ਕਹਿੰਦੇ ਹਾਂ ਕਿ ਗਰਾਊਂਡ ਲੈਵਲ ਦੀ ਜਿਹੜੀ ਪਿਕਚਰ ਹੈ ਉਹ ਬਿਲਕੁਲ ਜਿਹੜੀ ਹੈ ਖਰਾਬ ਹੈ, ਤੁਹਾਡਾ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਤੁਸੀਂ ਕੇਸ ਨੂੰ ਬਣਾਇਆ, ਕੀ ਤੁਸੀਂ ਪੰਜਾਬ ਸਰਕਾਰ ਦੇ ਕੋਲੋਂ ਕੋਈ ਇਸ ਤਰੀਕੇ ਦੀ ਮੰਗ ਵੀ ਕਰ ਰਹੇ ਹੋ ਕਿ ਕੋਈ ਸਟੱਡੀ ਦਿੱਤੀ ਜਾਵੇ ਜਾਂ ਕੋਈ ਇਸ ਤਰੀਕੇ ਦੀ ਤੁਸੀਂ ਇਨਵੈਸਟੀਗੇਸ਼ਨ ਕਰਾਓ ਜਾਂ ਜਿਹਦੇ ਨਾਲ ਤੁਹਾਨੂੰ ਡਾਟਾ ਜਿਹੜਾ ਮਿਲ ਪਾਵੇ ਕਿ ਕਿੰਨੇ ਲੋਕਾਂ ਜਿਹੜੇ ਨੇ ਉਹ ਇਸ ਵੇਲੇ ਬੇਰੋਜ਼ਗਾਰ ਹੈਗੇ ਨੇ, ਕਿੰਨੇ ਲੋਕਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਹੋਈ ਹੈ, ਕਿੰਨੇ ਕੁ ਲੋਕ ਜਿਹੜੇ ਨੇ ਇਸ ਵੇਲੇ ਸਿਰਫ ਰੋਜ਼ੀ ਰੋਟੀ ਲਈ ਗੁਜ਼ਾਰਾ ਕਰ ਰਹੇ ਨੇ, ਕਿੰਨੀ ਕੁ ਮਿਡਲ ਕਲਾਸ ਜਿਹੜੀ ਹੈ ਇਸ ਵੇਲੇ ਬੁਰੇ ਹਾਲਾਤਾਂ ਦੇ ਵਿੱਚ ਹੈਗੀ ਹੈ? बिल्कुल मनीष जी, ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਅਸੀਂ ਆਪਣੇ ਲੈਵਲ ਤੇ ਵੀ ਔਰ ਸਰਕਾਰ ਵੀ ਇਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਤਰ੍ਹਾਂ ਦਾ ਡਾਟਾ ਅਵੇਲੇਬਲ ਕਰਾਇਆ ਜਾਵੇ। ਔਰ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਆਨਲਾਈਨ ਐਜੂਕੇਸ਼ਨ ਦੇ ਨਾਂ ਤੇ ਵੀ ਬਹੁਤ ਕੁਝ ਗਲਤ ਹੋ ਰਿਹਾ ਹੈ। ਹੁਣ ਆਨਲਾਈਨ ਐਜੂਕੇਸ਼ਨ ਕੀ ਹੈ ਕਿ ਤੁਸੀਂ ਵੈਬ ਪੋਰਟਲ ਤੇ ਇੱਕ ਟੀਚਰ ਪੜ੍ਹਾਵੇ, ਉਹਨੂੰ ਸਟੂਡੈਂਟ ਸੁਣੇ, ਹੈ ਨਾ, ਮਤਲਬ ਉਹ ਤਾਂ ਆਨਲਾਈਨ ਐਜੂਕੇਸ਼ਨ ਸਮਝ ਆਉਂਦੀ ਹੈ। ਪਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਕਿ ਸਕੂਲ ਇੱਕ WhatsApp ਤੇ ਮੈਸੇਜ ਭੇਜਦਾ ਹੈ ਟਾਈਪ ਕਰਕੇ ਕਿ ਇਹ ਫਲਾਣਾ ਫਲਾਣਾ ਚੀਜ਼ ਬੱਚਾ ਲਿਖ ਕੇ ਭੇਜੇ, ਐਸੇ ਲਿਖ ਕੇ ਭੇਜੇ ਸਮਝ ਲਓ, ਔਰ ਬੱਚਾ ਉਹ ਲਿਖ ਕੇ ਉਹਦੀ ਫੋਟੋ ਖਿੱਚ ਕੇ ਉਹ ਵਾਪਸ ਉਸ WhatsApp ਗਰੁੱਪ ਤੇ ਪਾ ਦਿੰਦਾ ਹੈ। ਠੀਕ ਹੈ, ਤਾਂ ਇਹ ਆਨਲਾਈਨ ਐਜੂਕੇਸ਼ਨ ਤਾਂ ਨਹੀਂ ਹੋਈ। ਮਤਲਬ WhatsApp ਤੇ ਤਾਂ ਮੈਸੇਜ ਕੋਈ ਵੀ ਬੈਠਾ ਭੇਜ ਸਕਦਾ ਹੈ, ਮਤਲਬ ਸਕੂਲ ਦਾ ਚਾਹੇ ਉਹ ਟੀਚਰ ਨਾ ਵੀ ਹੋਵੇ, ਉਹ WhatsApp ਤੇ ਬੈਠਾ ਮੈਸੇਜ ਭੇਜੀ ਜਾਏਗਾ ਬੱਚਿਆਂ ਨੂੰ, ਔਰ ਬੱਚੇ ਵਿਚਾਰੇ ਆਪਣਾ ਕੰਮ ਕਰਕੇ ਉਹਦੀਆਂ ਫੋਟੋਆਂ ਖਿੱਚ ਕੇ ਜਿਹੜੇ ਨੇ ਉਹ ਪਾਣਗੇ ਫੋਨ ਦੇ ਵਿੱਚ, ਔਰ ਚੈੱਕ ਹੋਣਗੀਆਂ ਨਹੀਂ ਹੋਣਗੀਆਂ ਉਹਦਾ ਕੋਈ ਪਤਾ ਨਹੀਂ। ਤਾਂ ਇਸ ਨੂੰ ਆਨਲਾਈਨ ਐਜੂਕੇਸ਼ਨ ਕਹਿ ਕੇ ਵੀ ਜਿਹੜੇ ਸਕੂਲ ਨੇ ਉਹ ਬੱਚਿਆਂ ਤੋਂ ਫੀਸ ਲੈ ਰਹੇ ਨੇ। ਤਾਂ ਅਸੀਂ ਇਹ ਚੀਜ਼ ਵੀ ਕੋਰਟ ਦੇ ਮੂਹਰੇ ਲਿਆਂਦੀ ਹੈ ਕਿ ਜਿਹੜੀ ਇਹ ਅਸੀਂ ਸਕੂਲ ਕਹਿ ਰਹੇ ਨੇ ਕਿ ਅਸੀਂ ਐਜੂਕੇਸ਼ਨ ਦੇ ਰਹੇ ਹਾਂ ਆਨਲਾਈਨ, ਇਹ ਕੋਈ ਐਜੂਕੇਸ਼ਨ ਨਹੀਂ ਹੈ। ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਨੇ ਇਹ ਬੇਵਕੂਫ ਬਣਾ ਰਹੇ ਨੇ ਬੱਚਿਆਂ ਨੂੰ। ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਕਿੰਡਰਗਾਰਟਨ ਜਿਹੜੀ ਨਰਸਰੀ LKG ਹੈ ਔਰ 3rd 4th ਸਟੈਂਡਰਡ ਤੱਕ ਦੇ ਬੱਚੇ ਨੇ, ਉਹ ਕੀ ਆਨਲਾਈਨ ਐਜੂਕੇਸ਼ਨ ਸਮਝ ਪਾਣਗੇ? ਜਿਹੜਾ ਬੱਚਾ ਨਰਸਰੀ ਦਾ 4 ਸਾਲ ਦਾ 5 ਸਾਲ ਦਾ 6 ਸਾਲ ਦਾ, ਉਹ ਕਿੱਦਾਂ ਡਿਵਾਈਸ ਆਪਰੇਟ ਕਰੇਗਾ? ਠੀਕ ਹੈ, ਔਰ ਉਹ ਕੀ ਉਹਦੇ ਚੋਂ ਉਹ ਸਿੱਖੇਗਾ? ਉਸ ਦੇ ਵੀ ਜਿਹੜੀਆਂ ਨੇ ਉਹ ਪੂਰੀਆਂ ਫੀਸਾਂ ਜਿਹੜੀਆਂ ਵਸੂਲੀਆਂ ਜਾ ਰਹੀਆਂ ਨੇ। ਤਾਂ ਇਹ ਸਾਰੇ ਤੱਤ ਜਿਹੜੇ ਨੇ ਉਹ ਸਰਕਾਰ ਨੂੰ ਦਿੱਤੇ ਜਾ ਰਹੇ ਨੇ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਆਨਲਾਈਨ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ, ਤੁਹਾਡੇ ਪੰਜਾਬ ਦੇ ਕਿੱਡੇ ਵੱਡੇ ਹਿੱਸੇ 'ਚ ਤਾਂ ਇੰਟਰਨੈਟ ਦੀ ਪ੍ਰੋਬਲਮ ਹੈ, ਇੰਟਰਨੈਟ ਹੀ ਨਹੀਂ ਸਹੀ ਚੱਲ ਪਾ ਰਿਹਾ। ਠੀਕ ਹੈ, ਤਾਂ ਤੁਸੀਂ ਕਿਹੜੀ ਆਨਲਾਈਨ ਐਜੂਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਕਿਹਦੀ ਇਹ ਬੱਚੇ ਫੀਸ ਦੇਣ? ਤਾਂ ਇਹ ਜਿਹੜੀਆਂ ਇੰਟਰਨਲ ਗੱਲਾਂ ਨੇ ਉਹ ਅਸੀਂ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਪਹੁੰਚਣ। ਹੁਣ ਰੀਸੈਂਟ ਸਰਵੇ ਆਇਆ ਹੈ ਕਿ ਜਿਹੜੇ ਬਹੁਤ ਥੋੜੇ ਬੱਚੇ ਨੇ ਉਹ ਇਹ ਆਨਲਾਈਨ ਸਰਵਿਸਿਜ਼ ਜਿਹੜੀਆਂ ਨੇ ਉਹ ਅਵੇਲ ਕਰ ਪਾ ਰਹੇ ਨੇ। ਹਜੇ ਵੀ ਪੰਜਾਬ ਦੇ ਵਿੱਚ ਅੱਧੇ ਤੋਂ ਜ਼ਿਆਦਾ ਜਿਹੜਾ ਹਿੱਸਾ ਹੈ ਉਹ ਇਹੋ ਜਿਹਾ ਹੈ ਜਿਹੜਾ ਇਹ ਸਰਵਿਸ ਅਵੇਲ ਕਰ ਹੀ ਨਹੀਂ ਪਾ ਰਿਹਾ। ਔਰ ਇੱਕ ਤਾਂ ਲੋਕਡਾਊਨ ਹੈ, ਠੀਕ ਹੈ, ਹਾਰਡਲੀ ਪੇਰੈਂਟਸ ਜਿਹੜੇ ਨੇ ਮਿਡਲ ਕਲਾਸ ਪੇਰੈਂਟਸ ਨੇ ਉਹਨਾਂ ਕੋਲ ਆਪਣਾ ਇੱਕ ਫੋਨ ਹੈ। ਠੀਕ ਹੈ, ਔਰ ਕਈ ਫੈਮਲੀਆਂ, ਬਹੁਤੀਆਂ ਫੈਮਲੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਕੋਲ ਇੱਕ ਫੈਮਲੀ ਕੋਲ ਇੱਕ ਸਮਾਰਟਫੋਨ ਹੈ, ਕਿਉਂਕਿ ਕਈ ਵਾਰ ਹਸਬੈਂਡ ਵਾਈਫ ਦੋਨਾਂ ਕੋਲ ਨਹੀਂ ਵੀ ਹੁੰਦਾ। ਤਾਂ ਪਹਿਲਾਂ ਤਾਂ ਉਹ ਬੰਦਾ ਜਾ ਕੇ ਬਾਜ਼ਾਰ 12-15 ਹਜ਼ਾਰ ਦਾ ਫੋਨ ਲਵੇ, ਠੀਕ ਹੈ, ਫਿਰ ਉਹ ਆਨਲਾਈਨ ਐਜੂਕੇਸ਼ਨ ਦੇ ਵਿੱਚ ਉਹ ਇੰਟਰਨੈਟ ਦੀ ਹਾਈ ਸਪੀਡ ਇੰਟਰਨੈਟ ਪੇ ਕਰੇ। ਠੀਕ ਹੈ, ਉਸ ਤੋਂ ਬਾਅਦ ਫਿਰ ਉਹ ਤੁਹਾਡੇ ਸਕੂਲਾਂ ਦੀ ਸਰਕਾਰ ਪੇ ਕਰੇ। ਠਾਕੁਰ ਜੀ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਆ ਦਿੱਲੀ ਵੱਲ ਵੇਖੇ? ਜਿੱਦਾਂ ਦਿੱਲੀ ਸਰਕਾਰ ਨੇ ਬੱਚਿਆਂ ਨੂੰ iPad ਦਿੱਤੇ ਨੇ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਕਿ ਅਸੀਂ ਜਿਹੜਾ ਤੁਸੀਂ ਇੰਟਰਨੈਟ ਆਪਣੇ ਘਰੇ ਲਵਾ ਲਓ, ਤੁਹਾਨੂੰ ਅਸੀਂ ਉਹਦੇ ਪੈਸੇ ਜਿਹੜੇ ਨੇ ਬਾਅਦ ਚ ਕਿਸੇ ਨਾ ਕਿਸੇ ਤਰੀਕੇ ਜਿਹੜੇ ਉਹ ਵਾਪਸ ਕਰਾਂਗੇ। ਵੀ ਅਗਰ ਆਪਾਂ ਆਨਲਾਈਨ ਦੇ ਉੱਤੇ ਗੱਲ ਕਰਦੇ ਹਾਂ ਤਾਂ ਫਿਰ ਆਨਲਾਈਨ ਦਾ ਤਰੀਕਾ ਜਿਹੜਾ ਬਿਲਕੁਲ ਜਾਇਜ਼ ਹੋਣਾ ਚਾਹੀਦਾ। ਸਰਕਾਰ ਇੰਨੀ ਗੱਲ ਕਹੀ ਜਾਂਦੀ ਹੈ ਕਿ ਅਸੀਂ ਦੂਰਦਰਸ਼ਨ ਦੇ ਉੱਤੇ 6 ਕਲਾਸਾਂ ਦਾ ਸਿਲੇਬਸ ਜਿਹੜਾ ਉਹ ਪੜ੍ਹਾ ਰਹੇ ਹਾਂ, ਉਹਦੇ ਨਾਲ ਫਾਇਦਾ ਕੀ ਹੈਗਾ? ਵਨ ਵੇ ਕਮਿਊਨੀਕੇਸ਼ਨ ਹੈ। ਟੀਵੀ ਦੇ ਉੱਤੇ ਤੁਸੀਂ ਦਿਖਾਤਾ, ਬੱਚੇ ਦਾ ਕੋਈ ਸਵਾਲ ਹੈਗਾ ਤਾਂ ਕਿਹਨੂੰ ਜਾ ਕੇ ਕਰੇਗਾ? ਜਾਂ ਤਾਂ ਹੁਣ ਦੂਰਦਰਸ਼ਨ ਕੇਂਦਰ ਦਾ ਜਿਹੜਾ ਉੱਥੇ ਡਾਇਰੈਕਟਰ ਹੈਗਾ ਉਹਨੂੰ ਚਿੱਠੀ ਲਿਖੇ ਕਿ ਭਾਈ ਸਾਹਿਬ ਤੁਸੀਂ ਇਹ ਪ੍ਰੋਗਰਾਮ ਆਪਣੇ ਟੀਵੀ ਸਟੇਸ਼ਨ ਤੇ ਚਲਾਇਆ ਸੀ, ਜਿਨ੍ਹਾਂ ਨੇ ਵੀ ਉਹ ਪ੍ਰੋਗਰਾਮ ਬਣਾਇਆ ਕਿਰਪਾ ਕਰਕੇ ਉਹਨਾਂ ਨੂੰ ਮੇਰੀ ਇਹ ਚਿੱਠੀ ਦੱਸੋ ਜਾਂ ਮੈਨੂੰ ਦੱਸੋ ਕਿ ਇਹ ਮੇਰਾ ਸਵਾਲ ਹੈ, ਮੇਰੇ ਕੁਐਸਚਨ ਦੇ ਵਿੱਚ ਮੇਰੇ ਕੋਲ ਗਲਤੀ ਹੋ ਰਹੀ ਹੈ, ਮੈਂ ਕਿਸ ਤਰ੍ਹਾਂ ਠੀਕ ਕਰਾਂ। ਹੁਣ ਵਨ ਵੇ ਕਮਿਊਨੀਕੇਸ਼ਨ ਤੇ ਜਿਹੜੀ ਆ ਆਨਲਾਈਨ ਕਦੇ ਵੀ ਨਹੀਂ ਹੁੰਦੀ। ਅਸੀਂ ਵਿਦੇਸ਼ਾਂ ਦੀ ਤੁਹਾਨੂੰ ਕਮਿਊਨੀਕੇਸ਼ਨ ਦੱਸਦੇ ਹਾਂ, ਸਾਡੇ ਬੱਚੇ ਵੀ ਇੱਥੇ ਵਿਦੇਸ਼ਾਂ 'ਚ ਪੜ੍ਹਦੇ ਨੇ। ਲੋਕਡਾਊਨ ਦੇ ਵਿੱਚ ਕਿਸ ਤਰੀਕੇ ਨਾਲ ਹੋਇਆ
ਟੀਚਰ ਜਿਹੜਾ ਹੈ ਆਨਲਾਈਨ ਕਲਾਸ ਦੇ ਵਿੱਚ ਆਨਲਾਈਨ ਅਵੇਲੇਬਲ ਹੈ। ਜਿਹੜਾ ਤੂੰ ਬੱਚੇ ਨੂੰ ਮੁਸ਼ਕਲ ਆ ਰਹੀ ਹੈ ਇਮੀਡੀਏਟਲੀ ਉਹ ਨਾਲ ਜਿਹੜਾ ਉਹਦਾ ਜਵਾਬ ਦੇ ਰਿਹਾ, ਉਹਦਾ ਸਵਾਲ ਜਿਹੜਾ ਉਹ ਸ਼ਾਰਟ ਆਊਟ ਕਰ ਰਿਹਾ। ਨਾਲ ਈਮੇਲ ਐਡਰੈਸ ਦਿੱਤਾ ਗਿਆ ਕਿ ਜੇ ਤੁਸੀਂ ਈਮੇਲ ਕਰੋ ਮੈਂ ਤੁਹਾਨੂੰ ਜਿਹੜਾ 24 ਘੰਟੇ ਦੇ ਵਿੱਚ ਰਿਵਰਟ ਕਰਾਂਗੀ। ਟੀਚਰ ਇੱਥੋਂ ਤੱਕ ਜਿਹੜੇ ਨੇ ਵਿਦੇਸ਼ਾਂ ਦੇ ਕਰਦੇ ਨੇ ਜਿਹੜੇ ਕਿ ਆਨਲਾਈਨ ਕਲਾਸਾਂ ਦੇ ਵਿੱਚ ਪੜ੍ਹਾ ਰਹੇ ਨੇ, ਜਿਹਨੂੰ ਸਹੀ ਮਾਇਨੇ ਚ ਆਪਾਂ ਆਨਲਾਈਨ ਕਹਿੰਦੇ। ਹੁਣ ਆਪਾਂ ਆਨਲਾਈਨ ਦਾ ਹੋਕਾ ਤੇ ਦੇ ਰਹੇ ਹਾਂ, ਪਰ ਆਨਲਾਈਨ ਦੇ ਨਾਮ ਤੇ ਆਪਾਂ ਪਰੋਸ ਕੀ ਰਹੇ ਹਾਂ। ਇਹਦੇ ਨਾਲ ਤਾਂ YouTube ਦੇ ਉੱਤੇ ਦੇ ਦਿਓ ਕਿ ਤੁਸੀਂ YouTube ਦੇ ਉੱਤੇ ਆਪਣਾ ਸਬਜੈਕਟ ਪਾਤਾ, ਜੋ ਸਿਲੇਬਸ ਪਾਤਾ ਹੈ, ਬੱਚਾ ਘੱਟ ਤੋਂ ਘੱਟ ਕਮੈਂਟ ਕਰਕੇ ਸਵਾਲ ਤੇ ਕਰ ਸਕੇ। ਜੀ ਐਡਵੋਕੇਟ ਸਾਹਿਬ। ਬਿਲਕੁਲ ਤੁਹਾਡੀ ਹਾਂ ਬਿਲਕੁਲ ਤੁਹਾਡੀ ਸਹੀ ਗੱਲ ਹੈ। ਸਿਰਫ ਆਨਲਾਈਨ ਦਾ ਜਿਹੜਾ ਹੋਕਾ ਪ੍ਰਾਈਵੇਟ ਸਕੂਲ ਦੇ ਰਹੇ ਨੇ ਉਹਦੇ ਦੇ ਵਿੱਚ ਕੁਝ ਖਾਸ ਉਹ ਫੈਸਿਲਿਟੀਆਂ ਨਹੀਂ ਦੇ ਪਾ ਰਹੇ ਔਰ ਨਾ ਹੀ ਉਹਨੂੰ ਸਹੀ ਤਰੀਕੇ ਨਾਲ ਚਲਾ ਪਾ ਰਹੇ ਨੇ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਿਹੜੀ ਵੈਸਟ ਦੀ ਸਰਕਾਰਾਂ ਕਰ ਰਹੀਆਂ ਨੇ, ਠੀਕ ਹੈ, ਦੇ ਆਰ ਡੂਇੰਗ ਅ ਗੁੱਡ ਜੌਬ। ਔਰ ਅਸੀਂ ਇਹ ਵੀ ਕੋਰਟ ਨੂੰ ਅਸੀਂ ਦੱਸ ਰਹੇ ਹਾਂ ਕਿ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਦੁਨੀਆ ਦੀਆਂ, ਜਿੱਦਾਂ ਹੁਣ ਹਾਰਵਰਡ ਹੋ ਗਈ, ਆਕਸਫੋਰਡ ਹੋ ਗਈ, ਇਸ ਕਰੋਨਾ ਦੇ ਦੌਰਾਨ ਤਾਂ ਉਹਨਾਂ ਨੇ ਲੋਕਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ ਠੀਕ ਹੈ ਜੇ ਤੁਸੀਂ ਕਰੋਨਾ ਕ੍ਰਾਈਸਿਸ 'ਚ ਘਰੇ ਬੈਠੇ ਹੋ, ਤੁਸੀਂ ਡਿਪਰੈਸ਼ਨ 'ਚ ਹੋ, ਤਾਂ ਹਾਰਵਰਡ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਤੁਹਾਨੂੰ ਫਲਾਣਾ ਇਹ 45 ਦਿਨਾਂ ਦਾ ਕੋਰਸ ਫ੍ਰੀ ਕਰਾ ਰਹੀ ਹੈ, ਠੀਕ ਹੈ, ਤੁਹਾਨੂੰ 2 ਮਹੀਨਿਆਂ ਦਾ ਕੋਰਸ ਫ੍ਰੀ ਕਰਾ ਰਹੀ ਹੈ। ਔਰ ਐਡੀ ਵੱਡੀ ਸੰਖਿਆ ਦੇ ਵਿੱਚ ਉਹਨਾਂ ਨੇ ਕੋਰਸ ਫ੍ਰੀ ਆਫਰ ਕੀਤੇ ਨੇ ਪਹਿਲੀ ਵਾਰ, ਠੀਕ ਹੈ। ਤੇ ਇਹ ਤਾਂ ਹੋਈ ਨਾ ਜ਼ਿੰਮੇਵਾਰੀ ਵਾਲੀ ਗੱਲ। ਜਦੋਂ ਲੋਕੀ ਕਰੋਨਾ ਚੋਂ ਲੰਘ ਰਹੇ ਨੇ ਤਾਂ ਉਹ ਕਹਿੰਦੇ ਠੀਕ ਹੈ ਯਾਰ ਇਹ ਸਮਾਂ ਜਿਹੜਾ ਹੈ ਇਹ ਮਾੜਾ, ਇੱਕੋ ਵਾਰ ਸਾਨੂੰ ਮੌਕਾ ਮਿਲਿਆ ਹੈ ਲੋਕਾਂ ਦੀ ਸੇਵਾ ਕਰਨ ਦਾ, ਲੋਕਾਂ ਦੇ ਨਿਗਾਹ 'ਚ ਖਰੇ ਬਣਨ ਦਾ, ਤੇ ਅਗਲਿਆਂ ਨੇ ਉਹ ਸੇਵਾ ਕੀਤੀ ਹੈ। ਤਾਂ ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਜੇ ਇਹ ਇਸ ਤਰ੍ਹਾਂ ਦੀ ਭੀੜ ਪਈ ਹੈ, ਇਸ ਤਰ੍ਹਾਂ ਦਾ ਬੋਝ ਪਿਆ ਹੈ ਲੋਕਾਂ ਤੇ, ਤਾਂ ਹੁਣ ਸਕੂਲਾਂ ਨੂੰ ਕਹਿਣਾ ਚਾਹੀਦਾ ਵੀ ਠੀਕ ਹੈ ਯਾਰ ਆਨਲਾਈਨ ਦੇ ਵਿੱਚ ਕੋਈ ਬਹੁਤਾ ਖਰਚਾ ਨਹੀਂ ਆਉਂਦਾ ਤੇ ਅਸੀਂ ਇੰਨਾ ਕੁ ਤਾਂ ਫ੍ਰੀ ਪੜਾਵਾਂਗੇ, ਤੁਸੀਂ ਆਪਣੇ ਬੱਚੇ ਆਨਲਾਈਨ ਜਿਹੜਾ ਜਿਹਨਾਂ ਕੋਲ ਐਕਸੈਸ ਹੈ ਜਗ੍ਹਾ ਤੁਸੀਂ ਦਿਓ, ਅਸੀਂ ਫ੍ਰੀ ਪੜਾਵਾਂਗੇ। ਔਰ ਉਹਦੀ ਉਲਟਾ ਪੰਜਾਬ ਦੇ ਸਕੂਲਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਜੀ ਅਸੀਂ ਆਨਲਾਈਨ ਦੇ ਚੱਕਰ 'ਚ ਜੀ ਦੇਖੋ ਅਸੀਂ ਇੰਟਰਨੈਟ ਲਵਾਏ, ਅਸੀਂ ਸਕਰੀਨਾਂ ਲਵਾਈਆਂ, ਸਾਡਾ ਤਾਂ ਬੜਾ ਖਰਚਾ ਹੋ ਗਿਆ, ਠੀਕ ਹੈ, ਤੇ ਮਤਲਬ ਸਾਨੂੰ ਤਾਂ ਫੀਸ ਹੋਰ ਮਤਲਬ ਛੇਤੀ ਦਿਓ, ਠੀਕ ਹੈ। ਇਹ ਜਿਹੜੀਆਂ ਨੇ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ ਨਿਗਾਰ ਆਇਆ ਹੈਗਾ ਪ੍ਰਾਈਵੇਟਾਈਜੇਸ਼ਨ ਦੇ ਵਿੱਚ, ਉਹ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਹੈ। ਔਰ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕ ਹੋਣਾ ਪਊਗਾ, ਹੈ ਨਾ। ਮਤਲਬ ਇਹ ਆਪਾਂ ਪੇਰੈਂਟਸ ਦੇ ਵੱਲੋਂ ਸਤਨਾਮ ਦਾਊ ਜੀ ਮੈਂ ਤੁਹਾਡੇ ਕੋਲ ਵਾਪਸ ਆਉਣਾ ਜ਼ਰੂਰ। ਮੈਂ ਇੱਕ ਚੀਜ਼ ਇੱਥੇ ਪੁੱਛਣਾ ਚਾਹੁੰਦਾ ਕਿ ਅਖੀਰ ਦੇ ਵਿੱਚ ਮੈਂ ਜ਼ਰੂਰ ਇੱਕ ਗੱਲ ਆਪਣੀ ਰੱਖਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਹਾਲਾਤ ਨੇ, ਜਿਸ ਤਰ੍ਹਾਂ ਤੁਸੀਂ ਆਪਣੀ ਗੱਲ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇੱਕ ਬੰਦੇ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਪਹਿਲਾਂ ਉਹਨੂੰ 4 ਬੰਦੇ ਜਿਹੜੇ ਮੋਢਾ ਦੇਣ ਵਾਲੇ ਨਹੀਂ ਲੱਭਦੇ ਕਿ ਬਾਅਦ ਚ ਜਦੋਂ ਉਹ ਸ਼ਮਸ਼ਾਨ ਚ ਪਹੁੰਚ ਜਾਂਦਾ ਹੈ ਤਾਂ ਆਪਾਂ ਉਹਨੂੰ ਵੱਡਾ ਕਰ ਦਿੰਦੇ ਹਾਂ, ਉੱਤੇ ਆਪਾਂ ਮੂੰਗਫਲੀ ਵੀ ਸੁੱਟ ਦਿੰਦੇ ਹਾਂ, ਬਦਾਮ ਵੀ ਸੁੱਟ ਦਿੰਦੇ ਹਾਂ, ਫੁੱਲੇ ਵੀ ਸੁੱਟ ਦਿੰਦੇ ਹਾਂ, ਤੇ ਆਪਾਂ ਕਰਦੇ ਕਿ ਆਪਾਂ ਇਹਦਾ ਸਾਰੀ ਇੱਜ਼ਤ ਜਿਹੜੀ ਉਹ ਕਰ ਲਈ। ਹੁਣ ਪੰਜਾਬ ਦੇ ਲੋਕ ਜਿਹੜੇ ਨੇ, ਜਿਹੜੇ ਇਸ ਵੇਲੇ ਮਾਪੇ ਨੇ, ਉਹ ਕਹਿ ਰਹੇ ਨੇ ਕਿ ਸਾਨੂੰ ਇਹ 4 ਮਹੀਨੇ ਦੇ ਵਿੱਚੋਂ ਜਿਹੜਾ ਤੁਸੀਂ ਟੈਨਸ਼ਨ ਦੇ ਵਿੱਚੋਂ ਬਾਹਰ ਕੱਢ ਦਿਓ, ਕਿਸੇ ਤਰੀਕੇ ਸਾਡਾ ਗੁਜ਼ਾਰਾ ਕਰ ਦਿਓ, ਜਦੋਂ ਸਾਡੇ ਕੋਲ ਅਸੀਂ ਸਮਰੱਥ ਹੋ ਜਾਵਾਂਗੇ, ਸਾਡੇ ਕਾਰੋਬਾਰ ਵਾਪਸ ਆ ਜਾਣਗੇ, ਅਸੀਂ ਉਸੇ ਤਰੀਕੇ ਨਾਲ ਫੀਸਾਂ ਦੇਵਾਂਗੇ। ਤੁਹਾਡੀ ਹੁਣ ਸਰਕਾਰ ਕੋ ਅਖੀਰ ਦੇ ਵਿੱਚ ਕੀ ਮੰਗ ਹੈ ਕਿ ਘੱਟ ਤੋਂ ਘੱਟ ਕਾਨੂੰਨ ਦੀ ਲੜਾਈ ਦੇ ਵਿੱਚ ਤੁਹਾਡਾ ਕਿਸ ਤਰੀਕੇ ਨਾਲ ਸਾਥ ਦੇਵੇ ਅਤੇ ਰਾਹਤ ਦੇ ਤੌਰ ਤੇ ਤੁਹਾਡੀ ਕਿਸ ਤਰੀਕੇ ਨਾਲ ਮਦਦ ਕੀਤੀ ਜਾਵੇ? ਦੇਖੋ 2-3 ਗੱਲਾਂ ਮੈਂ ਕਰਨੀ ਚਾਹੁੰਦੇ, ਥੋੜਾ ਵਿਸ਼ੇ ਤੋਂ ਹਟ ਕੇ ਵੀ ਗੱਲ ਕਰਦਾ। ਮੈਂ ਤੇ ਐਡਵੋਕੇਟ ਲਵਨੀਤ ਠਾਕੁਰ ਅਸੀਂ 5-7 ਮਹੀਨੇ ਪਹਿਲੇ ਵੀਅਤਨਾਮ ਦੇਸ਼ ਗਏ ਸੀ। ਵੀਅਤਨਾਮ ਦੇ ਸਟੇਟ ਗੈਸਟ ਸੀਗੇ ਅਸੀਂ। ਉਹ ਗਰੀਬ ਦੇਸ਼ ਹੈ, ਭਾਰਤ ਨਾਲੋਂ ਕਿਤੇ ਜ਼ਿਆਦਾ ਗਰੀਬ ਦੇਸ਼ ਹੈ, ਪਰ ਉੱਥੇ 95 ਨਹੀਂ 99.99% ਬੱਚੇ ਜਿਹੜੇ ਆ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਡਿਪਟੀ ਕਮਿਸ਼ਨਰ ਦਾ ਹੋਏ ਜਾਂ ਕਿਸੇ ਜੱਜ ਦਾ ਹੋਏ ਜਾਂ ਕਿਸੇ ਪੀਐਨ ਦਾ ਹੋਏ, ਇੱਕੋ ਸਕੂਲ 'ਚ ਇੱਕੋ ਟੇਬਲ ਤੇ ਬੈਠਦੇ ਆ। ਜਦੋਂ ਇਸ ਤਰ੍ਹਾਂ ਦੀ ਬਰਾਬਰਤਾ ਐਜੂਕੇਸ਼ਨ ਦੇ ਵਿੱਚ ਆ ਜਾਏਗੀ ਤਾਂ ਇਹ ਜਿਹੜਾ ਝਗੜਾ ਹੀ ਖਤਮ ਹੋ ਜਾਏਗਾ। ਪ੍ਰਾਈਵੇਟ ਸਕੂਲ ਤੇ ਹੁਣ ਆਏ ਉਸ ਦੇਸ਼ ਦੇ ਵਿੱਚ ਬਹੁਤ ਮਹਿੰਗੇ ਹੈ, $400 ਪਰ ਮੰਥ ਦਾ ਖਰਚਾ ਹੈਗਾ। ਤੇ ਦੂਜੇ ਪਾਸੇ ਜਿਹੜੇ ਦਿੱਲੀ ਦੇ ਪ੍ਰਾਈਵੇਟ ਸਕੂਲ ਹੈ, ਸਰਕਾਰੀ ਸਕੂਲ ਹੈ ਜਾਂ ਪ੍ਰਾਈਵੇਟ ਸਕੂਲ ਹੈ, ਉਸ ਤੋਂ ਜ਼ਿਆਦਾ ਵਧੀਆ ਜਿਹੜੇ ਸਰਕਾਰੀ ਸਕੂਲ ਅਸੀਂ ਵੀਅਤਨਾਮ ਦੇਖ ਕੇ ਆਏ ਹਾਂ। ਘੱਟੋ ਘੱਟ ਗਰੀਬ ਦੇਸ਼ ਦੀ ਨਕਲ ਮਾਰ ਲੈਣੀ ਚਾਹੀਦੀ ਹੈ ਪੰਜਾਬ ਗਵਰਨਮੈਂਟ ਨੂੰ ਜਾਂ ਭਾਰਤੀ ਗਵਰਨਮੈਂਟ ਨੂੰ। ਜਿਹੜੀ ਆ ਵੀਰ ਜੀ ਨੇ ਗੱਲ ਕੀਤੀ ਦਿੱਲੀ ਵਾਲਿਆਂ ਨੇ, ਐਡਵੋਕੇਟ ਸਾਹਿਬ ਨੇ, ਪੰਜਾਬ ਦੇ ਵਿੱਚ ਤੁਹਾਨੂੰ ਇੱਕ ਵੀ ਸਕੂਲ ਅਜਿਹਾ ਨਹੀਂ ਮਿਲਣਾ ਜਿਹੜਾ 200-300 ਰੁਪਏ ਫੀਸ ਲੈਂਦਾ ਹੋਵੇ। ਮੇਰੇ ਨਾਲ ਜਿੰਨੇ ਵੀ ਸਕੂਲ ਹੈ ਪੰਜਾਬ ਚੋਂ ਇੱਕ ਅੱਧੇ ਦਰਜਨ ਨੂੰ ਛੱਡ ਕੇ, ਉਹ ਸਾਰੇ 1000-1500 ਤੋਂ ਲੈ ਕੇ 10,000 ਪਰ ਮੰਥ ਤੱਕ ਦੀ ਫੀਸ ਲੈਂਦੇ ਆ। ਜੇ ਕੋਈ 200 ਰੁਪਏ ਮਹੀਨਾ ਫੀਸ ਲੈਂਦਾ ਉਹਨੂੰ ਤਾਂ ਅਸੀਂ ਗੁਰਦੁਆਰਾ ਮੰਦਿਰ ਸਮਝਾਂਗੇ, ਉਹ ਤਾਂ ਸਾਡਾ ਪੂਜਾ ਦਾ ਸਥਾਨ ਹੈ, ਕੋਈ ਮਿਲਦਾ ਹੀ ਨਹੀਂ। ਮਤਲਬ ਉਹ ਸਿਸਟਮ ਨਹੀਂ ਹੋ ਸਕਦਾ। ਹੁਣ ਜਿਹੜੇ ਸਰਕਾਰਾਂ ਕੋਲ ਅਸੀਂ ਮੰਗ ਚਾਹੁੰਦੇ ਆ ਕਿ ਜਦੋਂ ਇਹਨਾਂ ਪ੍ਰਾਈਵੇਟ ਦੁਕਾਨਾਂ ਨੇ, ਸਕੂਲ ਨਹੀਂ, ਦੁਕਾਨਾਂ ਨੇ, ਜਦੋਂ ਆਪਣਾ ਮਾਲ ਹੀ ਨਹੀਂ ਵੇਚਿਆ, ਸਾਨੂੰ ਪੜ੍ਹਾਇਆ ਹੀ ਨਹੀਂ, ਸਾਡੇ ਤੇ ਖਰਚਾ ਹੀ ਨਹੀਂ ਕੀਤਾ, ਤਾਂ ਉਹ ਸਾਡੇ ਕੋਲ ਰਿਕਵਰੀ ਵੀ ਨਾ ਕਰਨ। ਅਸੀਂ ਉਸ ਹਾਲਾਤ 'ਚ ਹੈ ਨਹੀਂ ਤੇ ਨਾ ਉਹਨਾਂ ਦਾ ਹੱਕ ਬਣਦਾ।
ਦੂਜੀ ਗੱਲ, ਜੇ ਸਰਕਾਰ ਇਹ ਪ੍ਰਾਈਵੇਟ ਸਕੂਲ ਨਿੱਗਰ ਚੁੱਕੇ ਆ, ਇਹਨਾਂ ਕੋਲ ਪੈਸੇ ਖਤਮ ਹੋ ਗਏ ਆ, ਇਹ ਆਪਣੇ ਇਮਾਨਦਾਰੀ ਨਾਲ ਬੈਂਕ ਸਟੇਟਮੈਂਟਾਂ, ਆਪਣੀ ਐਫਡੀ, ਆਪਣੇ ਟਰਸਟ ਦੇ ਖਾਤੇ ਦਿਖਾ ਦੇਣ, ਉਹ ਸਾਹਮਣੇ ਆ ਜਾਣ। ਜੇ ਸੱਚੀ ਮਤਲਬ ਵਿਗੜੇ ਹੋਏ ਹਾਲਾਤ ਉਹਨਾਂ ਦੇ, ਤਾਂ ਪੰਜਾਬ ਦੇ ਲੋਕ ਸੇਵਾ ਭਾਵਨਾ ਨਾਲ ਉਹਨਾਂ ਦੀ ਮਦਦ ਕਰ ਸਕਦੇ। ਪਰ ਸਕੂਲ ਝੁੱਠੇ ਆ ਬਹੁਤੇਤਰ। ਜਿਹੜੇ 100 ਸਕੂਲ ਪਟੀਸ਼ਨਰ ਹੈ, ਮੈਂ ਦਾਵਾ ਕਰਦਾ ਹਾਂ ਕਿ ਇੱਕ ਵੀ ਸਕੂਲ ਗਰੀਬ ਨਹੀਂ ਨਿਕਲਣਾ ਤੁਹਾਨੂੰ। ਉਹਦੇ ਕੋਲ 50-50 ਕਰੋੜ ਦੀਆਂ ਐਫਡੀ ਦੀ ਕਾਪੀਆਂ ਮੇਰੇ ਕੋਲ ਪਈਆਂ, ਜਿਹਨਾਂ ਦੀ 50 ਕਰੋੜ ਦੀ ਐਫਡੀ ਹੈ, ਕਿਸੇ ਦੀ 125 ਕਰੋੜ ਦੀ ਐਫਡੀ ਹੈ, ਕਿਸੇ ਦੀ 5 ਕਰੋੜ ਦੀ ਐਫਡੀ ਹੈ। ਇਹ ਝੂਠ ਬੋਲਦੇ ਆ 100 ਦੇ ਸਕੂਲ ਜਿਹੜੇ ਲੱਗੇ ਹੋਏ ਆ ਜੀ। ਨਹੀਂ, ਜੇ ਐਫਡੀਆਂ ਹੈਗੀਆਂ, ਸਰਕਾਰ ਨੂੰ ਜ਼ਰੂਰ ਉਹਦੀ ਬਦਲ ਜਿਹੜੀ ਹੈ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਐਫਡੀਆਂ ਨੂੰ ਜਿਹੜਾ ਤੜਵਾ ਕੇ ਕੋਰੋਨਾ ਵਾਇਰਸ ਦੇ ਵਿੱਚ ਜਿਹੜਾ ਉਹ ਵਰਤਣਾ ਚਾਹੀਦਾ, ਕਿਉਂਕਿ ਜ਼ਰੂਰਤ ਹੈ। ਇੱਥੇ ਪੈਸੇ ਦੀ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਘਾਟ ਵੀ ਹੈਗੀ। ਔਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਮੈਂ ਜ਼ਰੂਰ ਕਹਿੰਦਾ ਕਿ ਕਿਤੇ ਨਾ ਕਿਤੇ ਕਸੂਰ ਜਿਹੜਾ ਉਹ ਸਰਕਾਰ ਦਾ ਵੀ ਹੈਗਾ। ਜੇ ਸਰਕਾਰ ਸਹੀ ਤਰੀਕੇ ਨਾਲ ਇਸ ਮਸਲੇ ਨੂੰ ਜਿਹੜਾ ਹੈਂਡਲ ਕਰਦੀ, ਉਸ ਵੇਲੇ ਨੋਟੀਫਿਕੇਸ਼ਨ ਜਿਹੜਾ ਉਹ ਆਪਸੀ ਰਾਏ ਦੇ ਨਾਲ ਜਾਰੀ ਕੀਤਾ ਜਾਂਦਾ, ਤਾਂ ਸ਼ਾਇਦ ਇੱਥੋਂ ਤੱਕ ਬਵਾਲ ਨਾ ਹੁੰਦਾ, ਅਦਾਲਤਾਂ ਤੱਕ ਜਿਹੜਾ ਉਹ ਨਾ ਜਾਇਆ ਜਾਂਦਾ। ਪਰ ਅਜੇ ਵੀ ਕਹਿੰਦੇ ਨੇ ਕਿ ਡੁੱਲੇ ਬੇਰਾਂ ਦਾ ਕੁਝ ਵੀ ਜਿਹੜਾ ਨਹੀਂ ਵਿਗੜਿਆ। ਅਜੇ ਵੀ ਜੇ ਸਰਕਾਰ ਸਹੀ ਤਰੀਕੇ ਨਾਲ ਕੰਪਰੋਮਾਈਜ਼ ਕਰਨਾ ਚਾਹਵੇ ਜਾਂ ਸਹੀ ਤਰੀਕੇ ਨਾਲ ਕਈ ਇਸ ਚੀਜ਼ ਨੂੰ ਲਾਗੂ ਕਰਨਾ ਚਾਹਵੇ ਤਾਂ ਹੋ ਸਕਦੀ ਹੈ। ਪਰ ਆਪਣੇ ਆਪ 'ਚ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚ ਇੱਕ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇੱਥੇ ਇੱਕ ਹੀ ਵਰਗ ਦੇ ਜਾਂ ਇੱਕੋ ਹੀ ਇਨਕਮ ਦੇ ਜਿਹੜੇ ਲੋਕ ਨਹੀਂ ਹੈਗੇ। ਹਰੇਕ ਦੇ ਚੈਲੰਜ ਵੱਖਰੇ ਹੈਗੇ ਨੇ, ਹਰੇਕ ਦੀਆਂ ਜਿਹੜੀਆਂ ਚੁਣੌਤੀਆਂ ਵੱਖਰੀਆਂ ਨੇ, ਹਰੇਕ ਦੀ ਇਨਕਮ ਜਿਹੜੀ ਵੱਖਰੀ ਹੈ, ਤਾਂ ਹਰੇਕ ਦੇ ਜਿਹੜੇ ਨੇ ਇਸ ਵੇਲੇ ਏਜੰਡੇ ਵੀ ਜਿਹੜੇ ਨੇ ਉਹ ਵੱਖਰੇ ਨੇ। ਸੋ ਪੰਜਾਬ ਸਰਕਾਰ ਨੂੰ ਘੱਟ ਨਾ ਘੱਟ ਇਸ ਤਰੀਕੇ ਨਾਲ ਇੱਕ ਸਿਸਟਮ ਅਡਾਪਟ ਕਰਨਾ ਚਾਹੀਦਾ ਕਿ ਜਿਹੜੇ ਲੋਕ ਜ਼ਿਆਦਾ ਪੈਸਾ ਅਫੋਰਡ ਨਹੀਂ ਕਰ ਸਕਦੇ ਜਾਂ ਜ਼ਿਆਦਾ ਫੀਸਾਂ ਅਫੋਰਡ ਨਹੀਂ ਕਰ ਸਕਦੇ, ਘੱਟ ਤੋਂ ਘੱਟ ਉਹਨਾਂ ਦੇ ਵਾਸਤੇ ਸਕੂਲ ਇਸ ਤਰੀਕੇ ਦੇ ਹੋ ਜਾਣ ਕਿ ਕੱਲ ਨੂੰ ਉਹ ਇਹ ਨਾ ਕਵੇ ਕਿ ਮੈਂ ਆਪਣੇ ਬੱਚੇ ਦੀ ਐਜੂਕੇਸ਼ਨ ਦੇ ਨਾਲ ਕੋਈ ਕੰਪਰੋਮਾਈਜ਼ ਕੀਤਾ ਹੈ। ਇਹ ਆਪਣੇ ਆਪ 'ਚ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਲੈ ਕੇ ਉਹਨਾਂ ਨੂੰ ਜਾਣ ਤਾਂ ਸਹੀ ਤਰੀਕੇ ਨਾਲ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਜੇ ਅੱਜ 2.5 ਲੱਖ ਬੱਚਾ ਜਿਹੜਾ ਹੈ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਦੇ ਵਿੱਚ ਗਿਆ ਹੈ, ਤੇ ਸਿਰਫ ਨਾਂ ਦੀਆਂ ਸਹੂਲਤਾਂ ਨਾ ਹੋਣ, ਅਸਲ ਦੇ ਵਿੱਚ ਸਹੂਲਤਾਂ ਹੋਣ, ਜਿੱਥੇ ਉਹਨਾਂ ਬੱਚਿਆਂ ਨੂੰ ਸਹੀ ਤਰੀਕੇ ਨਾਲ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕੀਤੀ ਜਾਵੇ। ਕਿਉਂਕਿ ਮੈਂ ਜ਼ਰੂਰ ਕਹਿਣਾ ਕਿ ਕਈ ਵਾਰ ਹੁੰਦਾ ਕਿ ਜਿਹੜੇ ਸਰਕਾਰੀ ਅਧਿਕਾਰੀ ਹੁੰਦੇ ਨੇ, ਉਹਨਾਂ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਨੇ, ਆਪਣੇ ਚੈਲੰਜ ਹੁੰਦੇ ਨੇ। ਕਈ ਵਾਰੀ ਜਿਹੜਾ ਸੱਚਾਈਆਂ ਨੂੰ ਵੀ ਉਹ ਜ਼ਾਹਰ ਨਹੀਂ ਕਰ ਸਕਦੇ, ਪਰ ਅਖਬਾਰਾਂ ਦੇ ਵਿੱਚ ਜਿਸ ਤਰੀਕੇ ਨਾਲ ਸੁਰਖੀਆਂ ਲਾਉਂਦੀਆਂ ਨੇ, ਜਿਸ ਤਰ੍ਹਾਂ RTI ਦੇ ਵਿੱਚ ਖਬਰਾਂ ਆਉਂਦੀਆਂ ਨੇ, ਜਿਸ ਤਰੀਕੇ ਨਾਲ ਸਾਡੇ ਸਾਹਮਣੇ ਤੱਥ ਆਉਂਦੇ ਨੇ, ਉਹ ਦੱਸਦੇ ਨੇ ਕਿ ਸਰਕਾਰੀ ਸਕੂਲ ਤੰਤਰ ਜਿਹੜਾ ਹੈਗਾ ਉਹਦੇ ਵਿੱਚ ਸਭ ਕੁਝ ਜਿਹੜਾ ਉਹ ਠੀਕ ਨਹੀਂ ਹੈਗਾ। ਉਮੀਦ ਕਰਦੇ ਹਾਂ ਕਿ ਸਭ ਕੁਝ ਠੀਕ ਹੋਵੇ। ਪੰਜਾਬ ਸਰਕਾਰ ਨੇ ਜੇ ਸਮਾਂ ਸਿਰ ਪਹਿਲਾਂ ਸਮਾਰਟਫੋਨ ਦਿੱਤੇ ਹੁੰਦੇ ਤਾਂ ਅੱਜ ਐਡੀ ਵੱਡੀ ਲੜਾਈ ਨਾ ਹੁੰਦੀ, ਕਿਉਂਕਿ ਉਹਨਾਂ ਸਮਾਰਟਫੋਨਾਂ ਦੇ ਸਿਰ ਤੇ ਬਹੁਤ ਸਾਰੇ ਬੱਚੇ ਆਪਣੇ ਘਰਾਂ ਦੇ ਵਿੱਚ ਮਾਪਿਓ ਕੋਲ ਫੋਨ ਲੈ ਕੇ ਜਾਂ ਵੱਡੇ ਭੈਣ ਭਰਾਵਾਂ ਕੋਲ ਫੋਨ ਲੈ ਕੇ ਪੜ੍ਹ ਸਕਦੇ ਸਨ। ਇਹ ਆਪਣੇ ਆਪ 'ਚ ਜਿਹੜਾ ਉੱਥੇ ਵੀ ਮਸਲਾ ਜਿਹੜਾ ਉਹਨਾਂ ਦਾ ਹੱਲ ਹੋ ਜਾਂਦਾ, ਪਰ ਨਹੀਂ ਹੋਇਆ। ਸੋ ਕੋਸ਼ਿਸ਼ ਹੋਣੀ ਚਾਹੀਦੀ ਕਿ ਰਲ ਮਿਲ ਕੇ ਕਿਸੇ ਤਰੀਕੇ ਨਾਲ ਜਿਹੜਾ ਇਸ ਸਿਸਟਮ ਨੂੰ ਅੱਗੇ ਵਧਾਇਆ ਜਾਵੇ, ਤੇ ਜਿਹੜੀਆਂ ਕਿਤੇ ਨਾ ਕਿਤੇ ਸਕੂਲਾਂ ਦੇ ਨਾਮ ਤੇ ਦੁਕਾਨਦਾਰੀਆਂ ਨੇ ਉਹਨੂੰ ਬੰਦ ਕਰਕੇ ਜਿਹੜਾ ਠੀਕ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਾਈ ਜਾਵੇ, ਤਾਂ ਜੋ ਉਹ ਆਪਣੇ ਫਿਊਚਰ ਜਿਹੜਾ ਉਹਨੂੰ ਬ੍ਰਾਈਟ ਕਰ ਸਕਣ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਇਹ ਪ੍ਰੋਗਰਾਮ ਨੂੰ ਅੱਜ ਇੱਥੇ ਸਮਾਪਤ ਕਰਦੇ ਹਾਂ। ਅਗਰ ਕਿਸੇ ਦਾ ਵੀ ਕੋਈ ਸਲਾਹ, ਕਿਸੇ ਵੀ ਤਰੀਕੇ ਦਾ ਕੋਈ ਸੁਝਾਅ ਜਾਂ ਕਿਸੇ ਵੀ ਤਰੀਕੇ ਦੀ ਕੋਈ ਕੁਐਸਚਨ ਹੈਗਾ ਤਾਂ ਉਹਦੇ ਲਈ ਤੁਸੀਂ ਈਮੇਲ ਕਰ ਸਕਦੇ ਹੋ mbella@cktimetv.com ਅਤੇ info@cktimetv.com। ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀਓ।